ਸੋਈ ਪੁਰਖ ਧਨ ਕਰਤਾ ਕਾਰਨ ਕਰਤਾਰ ਕਰਨ ਸਮਰੱਥੋ। ਸਤਿਗੁਰੂ ਧਨ ਨਾਨਕ ਮਸਤਕ ਤੁਮ ਧਰਿਓ ਜਿਨ ਹੱਥੋ। ਦੋਹਰਾ ਸ੍ਰੀ ਗੁਰ ਗੁਣ ਮਾਨਸ ਸਰਸ ਜੀ ਹਮਰਾਲਨ ਜਾਹੇ। ਕਰਤ ਪ੍ਰੀਤ ਨਹਿ ਤਜ ਸਕੈ ਨਮਸਕਾਰ ਮੁਰ ਤਾਹੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਗੁਰ ਗੁਣ ਮਾਨਸ ਸਰਸ ਜੀ ਹਮਰਾਲਨ ਜਾਹੇ। ਸ੍ਰੀ ਨਾਨਕ ਪ੍ਰਕਾਸ਼ ਗ੍ਰੰਥ ਉਤਰਾਰਧ ਧਿਆਏ 51। ਕਵੀ ਸੰਤੋਖ ਸਿੰਘ ਜੀ ਇੱਥੇ ਗੁਰੂ ਜਸ ਗੁਰੂ ਦੀ ਜੋ ਪ੍ਰੇਸ ਹੈ ਉਸ ਦੀ ਜੋ ਕਿ ਉਸ ਦੀ ਪ੍ਰੇਸ ਦੀ ਮਹਾਨਤਾ ਹੈ ਉਸ ਦੇ ਬਾਰੇ ਬੜਾ ਸੋਹਣਾ ਇੱਥੇ ਮੰਗਲ ਲਿਖਦੇ ਹਨ। ਸ੍ਰੀ ਗੁਰ ਗੁਣ ਮਾਨਸ ਸਰਸ ਸ੍ਰੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਗੁਣ ਜਿਹੜੇ ਹਨ ਇੱਕ ਮਾਨ ਸਰੋਵਰ ਹੈ। ਜੀ ਹਮਰਾਲਨ ਜਾਹੇ। ਜਿਹੀ ਮਰਾਲਣ ਕਹਿੰਦੇ ਜਿਹਦੇ ਵਿੱਚ ਹੰਸ ਸਵਨ ਹੋਇਆ ਕਰਦੇ ਹਨ। ਇੱਥੇ ਜੀਭ ਜਿਹੜੀ ਤੰਗ ਹੈ ਕਹਿੰਦੇ ਉਹੀ ਹੰਸ ਹੈ। ਕਰਤ ਪ੍ਰੀਤ ਨਹਿ ਤਜ ਸਕੈ। ਉਹ ਜਿਵੇਂ ਸਵਨ ਜਿਹੜੇ ਹੁੰਦੇ ਹਨ ਹੰਸ ਜਿਹੜੇ ਹੁੰਦੇ ਹਨ ਉਸ ਮਾਨ ਸਰੋਵਰ ਨੂੰ ਛੱਡ ਨਹੀਂ ਸਕਦੇ। ਇਸੇ ਪ੍ਰਕਾਰ ਕਰਕੇ ਗੁਰੂ ਦਾ ਜਸ ਜਿਹੜਾ ਹੈ ਜਿਹੜੀ ਜੀਭ ਉਸ ਦਾ ਰਸ ਮਾਣਨ ਵਿੱਚ ਉਸ ਦਾ ਤਿਆਗ ਨਹੀਂ ਕਰਦੀ ਉਸ ਦੇ ਰਸ ਵਿੱਚ ਮਗਨ ਹੋ ਕੇ ਰਹਿੰਦੀ ਹੈ। ਨਮਸਕਾਰ ਮੁਰ ਤਾਹੇ। ਕਵੀ ਸੰਤੋਖ ਸਿੰਘ ਜੀ ਕਹਿੰਦੇ ਹਨ ਮੇਰੀ ਨਮਸਕਾਰ ਹੈ ਉਹ ਗੁਰਸਿੱਖ ਨੂੰ ਜੋ ਹਮੇਸ਼ਾ ਹੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਗੁਣਾਂ ਨੂੰ ਗਾਉਂਦੇ ਹਨ। ਚੌਪਈ ਇੱਕ ਦਿਨ ਬਹੁਰ ਬਿਤਾਏ ਕਿਰਪਾਲਾ। ਇੱਕ ਦਿਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਸ੍ਰੀ ਕਰਤਾਰਪੁਰ ਦੇ ਵਿੱਚ ਬਤੀਤ ਕਰਕੇ ਬੈਠੇ ਹੋਤੇ ਰੁਚਿਰ ਧਰਮਸ਼ਾਲਾ। ਮਹਾਰਾਜ ਜੀ ਸੁੰਦਰ ਧਰਮਸ਼ਾਲਾ ਵਿੱਚ ਬੈਠੇ ਸਨ। ਆਤਮ ਕੇ ਉਪਦੇਸ਼ਨ ਹੇਤਾ ਆਤਮ ਦਾ ਉਪਦੇਸ਼ ਦੇਣ ਵਾਸਤੇ ਬੈਠਾਰਿਓ ਤ੍ਰੇਹਣ ਕੁਲ ਕੇਤਾ। ਉਸ ਵੇਲੇ ਭਾਈ ਲਹਿਣਾ ਜੋ ਤ੍ਰੇਹਣ ਕੁਲ ਤੋਂ ਹਨ ਕਹਿੰਦੇ ਭਾਈ ਲਹਿਣੇ ਨੂੰ ਉੱਥੇ ਸਤਿਗੁਰਾਂ ਨੇ ਸੱਦ ਕਰਕੇ ਧਰਮਸ਼ਾਲਾ ਵਿੱਚ ਬਿਠਾਉਣਾ ਕੀਤਾ। ਲਹਿਣੇ ਸੇਵ ਅਧਿਕ ਤੈ ਕੀਨੀ। ਭਾਈ ਲਹਿਣੇ ਨੂੰ ਕਹਿੰਦੇ ਹਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿੰਦੇ ਲਹਿਣਿਆ ਤੂੰ ਬੜੀ ਭਾਰੀ ਸੇਵਾ ਕੀਤੀ ਹੈ। ਬੂਝੋ ਤਤ ਚਹੋ ਜੋ ਚੀਨੀ। ਬੁੱਝੋ ਕਹਿੰਦੇ ਕਿ ਮੰਗ ਲਓ ਅੱਜ ਪੁੱਛ ਲਓ ਅੱਜ ਜੋ ਤੁਹਾਨੂੰ ਚਾਹੀਦਾ ਹੈ। ਐਸੀ ਘਾਲ ਜੋ ਘਾਲੀ ਤੋਹੀ। ਜਿਹੜੀ ਘਾਲਨਾ ਤੁਸੀਂ ਘਾਲੀ ਹੈ ਜਿਹੜੀ ਸੇਵਾ ਕਠਨ ਸੇਵਾ ਜਿਹੜੀ ਔਖੀ ਸੇਵਾ ਹੈ ਜੋ ਤੁਸੀਂ ਅੱਜ ਸਾਡੀ ਕੀਤੀ ਹੈ ਹੁਣ ਤੱਕ ਜਿਹਦੀ ਸੇਵਾ ਨੂੰ ਦੇਖ ਕੇ ਅਸੀਂ ਖੁਸ਼ ਹੋ ਗਏ ਹਾਂ। ਕੌਣ ਹੈ ਵਸਤ ਅਦੇਯ ਸੋ ਮੋਹੀ। ਇਸ ਪ੍ਰਕਾਰ ਕਰਕੇ ਸਾਡੇ ਕੋਲ ਕੋਈ ਵੀ ਵਸਤੂ ਐਸੀ ਨਹੀਂ ਜਿਹੜੀ ਤੁਹਾਨੂੰ ਨਹੀਂ ਦੇ ਸਕਦੇ। ਐਸੀ ਕੋਈ ਵਸਤੂ ਵੀ ਨਹੀਂ ਜਿਹੜੀ ਤੁਹਾਨੂੰ ਅਸੀਂ ਨਹੀਂ ਦੇ ਸਕਦੇ। ਮਤਲਬ ਕਿ ਸਾਰੀਆਂ ਹੀ ਵਸਤੂਆਂ ਤੁਹਾਨੂੰ ਦੇ ਸਕਦੇ ਹਾਂ। ਜੋ ਤੁਸੀਂ ਅੱਜ ਮੰਗੋਗੇ ਅੱਜ ਤੁਹਾਨੂੰ ਉਹੀ ਕੁਝ ਦੇ ਦੇਣਾ ਹੈ। ਕੋਈ ਅਦੈ ਵਸਤੂ ਹੈ ਨਹੀਂ। ਸਾਰੀਆਂ ਵਸਤੂ ਦੇਣ ਯੋਗ ਹੈ ਤੁਹਾਨੂੰ। ਤੁਸੀਂ ਲਾਇਕ ਹੋ ਜੋ ਮਰਜ਼ੀ ਅੱਜ ਮੰਗ ਲਓ। ਕਿਰਪਾ ਭਰੀ ਸੁਣ ਕੇ ਸੁਠ ਬਾਨੀ। ਜਦੋਂ ਐਸੀ ਕਿਰਪਾ ਭਰੇ ਬਚਨ ਭਾਈ ਲਹਿਣੇ ਜੀ ਨੇ ਸੁਣੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਤੋਂ ਬੈਠਿਓ ਸਨਮੁਖ ਸੀਖ ਸੁਖਾਨੀ। ਉਸ ਵੇਲੇ ਬੈਠਿਓ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਹੀ ਬੈਠੇ ਸਨ ਭਾਈ ਲਹਿਣਾ ਜੀ ਉਸ ਵੇਲੇ। ਦੁਆ ਕਰ ਜੋਰ ਨਿਵਾਇਓ ਸੀਸਾ। ਹੱਥ ਜੋੜ ਕਰਕੇ ਆਪਣਾ ਸੀਸ ਨਿਵਾ ਕੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਅੱਗੇ ਬੰਦੇ ਪਦ ਪੰਕਜ ਜਗਦੀਸਾ। ਬੰਦੇ ਉਸ ਵੇਲੇ ਭਾਈ ਲਹਿਣੇ ਨੇ ਬੜੇ ਪ੍ਰੇਮ ਵਿੱਚ ਆ ਕੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਉੱਤੇ ਮੱਥਾ ਟੇਕਿਆ। ਇਹ ਉਹੀ ਗੁਰੂ ਨਾਨਕ ਜੋ ਜਗਤ ਦੇ ਈਸ਼ਵਰ ਜਗਤ ਦੇ ਮਾਲਕ ਹਨ। ਨਿਜ ਸਰੂਪ ਲਖਨੋ ਅਭਿਲਾਖਾ। ਉਸ ਵੇਲੇ ਭਾਈ ਲਹਿਣੇ ਨੇ ਅੱਜ ਮੰਗਿਆ ਤੇ ਕੀ ਮੰਗਿਆ ਕਹਿੰਦੇ ਪਾਤਸ਼ਾਹ ਜੀ ਜੇ ਤੁਸੀਂ ਕਿਰਪਾਲੂ ਹੋਏ ਹੋ ਦਇਆ ਦੇ ਘਰ ਵਿੱਚ ਆਏ ਹੋ ਪਾਤਸ਼ਾਹ ਜੀ ਇੱਕ ਕਿਰਪਾ ਮੇਰੇ ਤੇ ਕਰ ਦਿਓ ਕਿ ਮੈਨੂੰ ਆਪਣਾ ਨਿਜ ਸਰੂਪ ਹੁੰਦਾ ਹੈ ਰੀਅਲ ਸੈਲਫ ਵੀ ਜੋ ਮੇਰਾ ਆਤਮਿਕ ਸਰੂਪ ਹੈ ਜੋ ਮੈਂ ਅਸਲੀ ਹਾਂ ਜੋ ਉਹ ਸਰੂਪ ਜਿਹੜਾ ਕਿ ਜਨਮ ਤੇ ਮਰਨ ਵਿੱਚ ਨਹੀਂ ਆਉਂਦਾ। ਕਹਿੰਦੇ ਉਹ ਸਰੂਪ ਜਿਹੜਾ ਮੇਰਾ ਅਸਲੀ ਰੂਪ ਹੈ ਦ ਰੀਅਲ ਸੈਲਫ ਆਫ ਮੀ ਕਹਿੰਦੇ ਉਹ ਮੈਨੂੰ ਸਮਝਾ ਦਿਓ ਉਸ ਦਾ ਗਿਆਨ ਕਰਾ ਦਿਓ। ਇਹੀ ਜਾਣਨ ਦੀ ਅਭਿਲਾਖਾ ਇੱਛਾ ਹੈ ਮੇਰੀ। ਹੋਇਆ ਕੈ ਦੀਨ ਬਚਨ ਅਸ ਭਾਖਾ। ਹੋਇਆ ਕਹਿਣਗੇ ਬੜੇ ਦੀਨ ਬੜੇ ਨਿਮਰਤਾ ਵਿੱਚ ਭਾਈ ਲਹਿਣੇ ਨੇ ਇਹੀ ਬੇਨਤੀ ਕੀਤੀ ਜੋ ਮੈਂ ਹੋ ਕਛ ਜਾਏ ਨਾ ਜਾਣਾ। ਭਾਈ ਲਹਿਣਾ ਜੀ ਕਹਿੰਦੇ ਜੋ ਮੈਂ ਹਾਂ ਮੇਰੇ ਤੋਂ ਜਾਣਿਆ ਨਹੀਂ ਜਾਂਦਾ ਵੀ ਮੇਰਾ ਅਸਲ ਰੂਪ ਕੀ ਹੈ ਮੈਂ ਕੌਣ ਹਾਂ ਮੈਂ ਕਿੱਥੋਂ ਆਇਆ ਹਾਂ ਮੈਂ ਕੀ ਕਰਨ ਵਾਸਤੇ ਆਇਆ ਹਾਂ। ਕਹਿੰਦੇ ਜੋ ਮੈਂ ਹੋ
ਕਹਿਣਗੇ ਜੋ ਮੈਂ ਹਾਂ ਮੈਨੂੰ ਨਹੀਂ ਪਤਾ ਮੈਂ ਕੀ ਹਾਂ। ਜੇ ਮੈਂ ਆਪਣੇ ਆਪ ਨੂੰ ਸਰੀਰ ਕਹਿੰਦਾ ਤਾਂ ਸਰੀਰ ਤਾਂ ਮਰਦਾ ਹੈ, ਜੰਮਦਾ ਹੈ, ਫਿਰ ਮੈਂ ਕੀ ਹਾਂ, ਮੈਂ ਕੌਣ ਹਾਂ? ਹਰਖ ਸੋਕ ਮਹਿ ਫਸਿਓ ਮਹਾਨਾ। ਜਿਸ ਕਰਕੇ ਕਹਿੰਦੇ ਇਹ ਨਾ ਗਿਆਨ ਹੋਣ ਕਰਕੇ, ਮੇਰਾ ਅਸਲੀ ਰੂਪ ਨਾ ਜਾਣਨ ਕਰਕੇ ਮੈਂ ਖੁਸ਼ੀ ਤੇ ਗਮੀ ਦੇ ਵਿੱਚ ਫਸਿਆ ਰਹਿਣਾ ਹਾਂ। ਕਿਤੇ ਖੁਸ਼ੀ ਹੁੰਦੀ ਹੈ, ਕਿਤੇ ਗਮੀ ਹੁੰਦੀ ਹੈ, ਕਿਤੇ ਦੁੱਖ ਆਉਂਦਾ ਹੈ, ਕਿਤੇ ਪੀੜਾ ਆਉਂਦੀ ਹੈ, ਕਿਤੇ ਆਨੰਦ ਆਉਂਦਾ ਹੈ। ਪਾਤਸ਼ਾਹ ਜੀ ਮੈਂ ਇਹਨਾਂ ਵਿੱਚੇ ਫਸਿਆ ਹੋਇਆ ਹਾਂ। ਰਾਗ ਦ્વੈਖ ਨਿਸ ਦਿਨ ਬਹੁ ਮੋਹੀ। ਦੇਖੋ ਰਾਗ ਦ્વੈਖ, ਦੇਖੋ ਭਾਈ ਲਹਿਣੇ ਵਿੱਚ ਇਹ ਚੀਜ਼ਾਂ ਨਹੀਂ ਸਨ, ਪਰ ਉਹ ਇੱਕ ਆਮ ਮਨੁੱਖ ਦਾ ਜੋ ਹਾਲਾਤ ਹੈ ਉਹ ਪ੍ਰਗਟ ਕਰਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਦੱਸ ਰਹੇ ਹਨ। ਕਹਿੰਦੇ ਰਾਗ ਜਿਹੜਾ ਖਾਮੋ ਖਾਈ ਪ੍ਰੇਮ ਕਰ ਲੈਣਾ, ਮੋਹ ਕਰ ਲੈਣਾ, ਦ્વੈਖ ਜਿਹੜਾ ਖਾਮੋ ਖਾਈ ਈਰਖਾ ਕਰ ਲੈਣੀ, ਕਿਸੇ ਨਾਲ ਜੈਲਸੀ ਆ ਜਾਣੀ। ਸੋ ਕਹਿੰਦੇ ਨਿਸ ਦਿਨ ਰਾਤ ਦਿਨ ਮੈਂ ਇਹਨਾਂ ਹੀ ਗੱਲਾਂ ਵਿੱਚ ਫਸਿਆ ਹੋਇਆ ਹਾਂ। ਅਤ ਸੇਤਾ ਦੁੱਖ ਸੁਖ ਮਹਿ ਹੋਹੀ। ਦੇਖੋ ਇਹ ਜਿਹੜਾ ਹਨ ਬਹੁਤ ਸਾਰਾ ਜਿਹੜਾ ਦੁੱਖ ਤੇ ਸੁੱਖ ਦੇ ਵਿੱਚ ਇਹ ਜਿਹੜੀਆਂ ਦੋ ਅਵਸਥਾਵਾਂ ਹਨ, ਸੁੱਖ ਤੇ ਦੁੱਖ, ਇਹ ਮੈਨੂੰ ਬਹੁਤ ਮਹਿਸੂਸ ਹੁੰਦੀਆਂ ਨੇ। ਮੈਨੂੰ ਇਹ ਚੀਜ਼ਾਂ ਜਿਹੜੀਆਂ ਬਹੁਤ ਇਨਫਲੂਐਂਸ਼ੀਅਲ ਹੈ ਮੇਰੇ ਉੱਤੇ, ਦੁੱਖ ਤੇ ਸੁੱਖ ਜਿਹੜੇ ਹਨ। ਸਰਬ ਭੇਦ ਮੋਹਿ ਦੇਹੋ ਜਨਾਈ। ਇਸ ਕਰਕੇ हे ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ, ਜੋ ਇਹ ਭੇਦ ਹੈ, ਜੋ ਅਸਲੀਅਤ ਹੈ, ਜੋ ਸੱਚਾਈ ਹੈ, ਪਾਤਸ਼ਾਹ ਜੀ ਮੈਨੂੰ ਇਹਦਾ ਗਿਆਨ ਕਰਾ ਦਿਓ ਤੁਸੀਂ। ਤਹਿ ਕੋ ਸਮਝ ਰਹਾ ਸੁਖ ਪਾਈ। ਹਾਂ, ਤਹਿ ਕੋ ਸਮਝ, ਮੈਂ ਇਹ ਗਿਆਨ ਨੂੰ ਸਮਝ ਕਰਕੇ ਜਿਹਦੇ ਕਰਕੇ ਮੈਂ ਕੰਸਿਸਟੈਂਟਲੀ ਆਨੰਦ ਬਲਿਸ ਦੀ ਅਵਸਥਾ ਵਿੱਚ ਰਹਿ ਸਕਾਂ। ਇਹ ਦੁੱਖ ਤੇ ਸੁੱਖ ਦੁਨੀਆ ਦੇ ਜਿਹੜੇ ਟੈਂਪਰੇਰੀ ਹੁੰਦੇ ਨੇ, ਇਹ ਤਾਂ ਪਰਮਨੈਂਟ ਤਾਂ ਹੈ ਨਹੀਂ ਕੁਝ ਵੀ ਦੁਨੀਆ ਦਾ। ਉਹ ਮੈਨੂੰ ਅਵਸਥਾ ਪ੍ਰਾਪਤ ਹੋਵੇ ਜਿਹਦੇ ਵਿੱਚ ਆਨੰਦ ਹੀ ਰਹੇ, ਕੰਸਿਸਟੈਂਟਲੀ ਇੱਕੋ ਹੀ ਅਵਸਥਾ ਦੇ ਵਿੱਚ ਹੋਵਾਂ ਮੈਂ ਹਰ ਵੇਲੇ। ਮੋਰ ਔਰ ਤਮ ਅਗਿਆਨ ਮਹਾਨਾ। ਤੇ ਮੇਰੇ ਹਿਰਦੇ ਵਿੱਚ ਜਿਹੜਾ ਤਮ ਅਗਿਆਨਤਾ ਹੈ, ਇਗਨੋਰੈਂਸ ਹੈ, ਬਹੁਤ ਜ਼ਿਆਦਾ ਇਗਨੋਰੈਂਸ ਹੈ, ਇਹ ਦੂਰ ਹੋ ਜਾਵੇ। ਤੁਮਰੇ ਹੋਏ ਬਚ ਭਾਨ ਸਮਾਨਾ। ਤੁਹਾਡੇ ਬਚਨ ਜਿਹੜੇ ਸੂਰਜ ਵਰਗੇ ਨੇ, ਜਿਵੇਂ ਸੂਰਜ ਰਾਤ ਦੇ ਹਨੇਰੇ ਨੂੰ ਦੂਰ ਕਰ ਦਿੰਦਾ ਹੈ, ਇਸੇ ਤਰ੍ਹਾਂ ਹੀ ਤੁਹਾਡੇ ਜਿਹੜੇ ਬਚਨ ਉਹ ਸਨ ਹਨ। ਉਹ ਜਿਹੜਾ ਹਨ ਸੋਲਰ ਸਿਸਟਮ ਹੈ, ਕਹਿੰਦੇ ਵੀ ਜਿਵੇਂ ਸੋਲਰ ਸਿਸਟਮ ਸਾਰੀ ਧਰਤੀ ਨੂੰ ਜਿਹੜਾ ਹੈ ਚਾਨਣ ਕਰ ਦਿੰਦਾ, ਕਹਿੰਦੇ ਇਸੇ ਪ੍ਰਕਾਰ ਤੁਹਾਡੇ ਬਚਨ ਹਨ। ਤੁਹਾਡੇ ਬਚਨ ਗਿਆਨ ਦਾ ਸੂਰਜ ਹੈ, ਗਿਆਨ ਦੇ ਨਾਲ ਇਹ ਸਾਰਾ ਅਗਿਆਨਤਾ ਦਾ ਇਗਨੋਰੈਂਸ ਦਾ ਹਨੇਰਾ ਦੂਰ ਹੋ ਜਾਂਦਾ ਹੈ। ਕਬ ਪ੍ਰਕਾਸ਼ ਦੇਹੋ ਰੂਪ ਦਿਖਾਏ। ਹਾਂ, ਕਬ ਪ੍ਰਕਾਸ਼, ਕਹਿਣ ਲੱਗੇ ਜਦੋਂ ਅੰਦਰ ਪ੍ਰਕਾਸ਼ ਹੋ ਜਾਵੇ ਨਾ ਗਿਆਨ ਦਾ, ਫਿਰ ਆਪਣੇ ਆਪ ਉਹ ਅਸਲੀ ਰੂਪ ਜੋ ਰੀਅਲ ਸੈਲਫ ਹੈ ਉਹ ਓਬਵੀਅਸ ਹੋ ਜਾਂਦਾ ਹੈ। ਉਹ ਦੇਖਣ ਵਿੱਚ ਜਿਹੜਾ ਹੈ ਆ ਜਾਂਦਾ ਹੈ, ਉਹਨੂੰ ਮਹਿਸੂਸ ਕੀਤਾ ਜਾ ਸਕਦਾ ਹੈ, ਦੇਖਿਆ ਜਾ ਸਕਦਾ ਹੈ, ਉਹਨੂੰ ਐਕਸਪੀਰੀਅੰਸ ਕੀਤਾ ਜਾ ਸਕਦਾ ਹੈ। ਸੁਣ ਕੇ ਸ੍ਰੀ ਪ੍ਰਭੂ ਗਿਰਾ ਅਲਾਈ। ਇਹ ਜਿਹੜੇ ਹਨ ਬੇਨਤੀ ਵਾਲੇ ਸ਼ਬਦ ਸੁਣ ਕਰਕੇ ਭਾਈ ਲਹਿਣੇ ਤੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਇਹ ਬਚਨ ਕੀਤੇ। ਭੋਸਨ ਮਹਿਤ ਭਾਗ ਇਹ ਭੇਦਾ। ਉਹ ਕਹਿਣਗੇ ਹੇ ਵੱਡੇ ਭਾਗਾਂ ਵਾਲਿਆ ਭਾਈ ਲਹਿਣਿਆ, ਜੇ ਤੂੰ ਇਹ ਭੇਦ ਨੂੰ ਜਾਣਾ ਚਾਹੁੰਦਾ ਹਾਂ ਤਾਂ ਫੇਰ ਜਾਣਨ ਕਰ। ਜਿਹਤੇ ਮਿਟੈ ਝੂਠ ਜਗ ਖੇਦਾ। ਜਿਹਦੇ ਕਰਕੇ ਇਹ ਗਿਆਨ ਜਿਹੜਾ ਹੈ ਨਾ, ਇਹਦੇ ਨਾਲ ਬੰਦੇ ਆਪਾਂ ਨੂੰ ਕੀ ਮਿਲਦਾ ਹੈ? ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹਤੇ ਮਿਟੈ, ਇਹਦੇ ਨਾਲ ਮਿਟ ਜਾਂਦੇ ਨੇ। ਕੀ ਮਿਟਦਾ ਹੈ? ਝੂਠ ਜਗ ਖੇਦਾ। ਇਹ ਜਿਹੜਾ ਝੂਠਾ ਜਗਤ ਜਿਹੜਾ ਸੱਚ ਲੱਗਦਾ ਹੈ ਨਾ, ਇਹ ਭਰਮ ਜਿਹੜਾ ਨਸ਼ਟ ਹੋ ਜਾਂਦਾ ਹੈ। ਫਿਰ ਦੂਜਾ, ਜਦੋਂ ਇਹ ਭਰਮ ਨਸ਼ਟ ਹੋ ਜਾਵੇ, ਫਿਰ ਇਹ ਜਗਤ ਦੇ ਜਿਹੜੇ ਦੁੱਖ ਹਨ ਨਾ, ਪੀੜਾ ਹਨ, ਪੇਨ ਸਨ, ਉਹ ਵੀ ਨਸ਼ਟ ਹੋ ਜਾਂਦੇ ਨੇ, ਉਹ ਵੀ ਅਭਾਵ ਹੋ ਜਾਂਦੇ ਨੇ। ਅਭਾਵ ਦਾ ਮਤਲਬ ਹੁੰਦਾ ਵੀ ਜਦੋਂ ਕੋਈ ਮੀਨਿੰਗ ਨਾ ਰਹਿ ਜਾਵੇ, ਮੀਨਿੰਗਲੈਸ ਹੋ ਜਾਣ। ਕਹਿੰਦੇ ਇਸ ਪ੍ਰਕਾਰ ਕਰਕੇ ਆਤਮ ਸਵਯੰ ਸੋ ਜੋਤ ਪ੍ਰਕਾਸ਼ਾ। ਫਿਰ ਆਤਮ ਸਵਯੰ ਕਹਿਣ ਲੱਗੇ ਜਿਹੜਾ ਸਵੈਮ ਰੂਪ ਹੈ, ਜੋ ਪਰਮਾਤਮਾ ਆਪਣੇ ਆਪ ਤੋਂ ਪ੍ਰਕਾਸ਼ਕ ਹੈ, ਉਸ ਦਾ ਹੀ ਸਰੂਪ ਜਿਹਨੂੰ ਆਤਮ ਕਹਿੰਦੇ ਹਾਂ ਜਾਂ ਆਤਮਾ ਕਹਿੰਦੇ ਹਾਂ। ਕਹਿੰਦੇ ਸੋ ਜੋਤ ਪ੍ਰਕਾਸ਼ੀ, ਉਸ ਦੀ ਜੋਤ ਪ੍ਰਕਾਸ਼ ਕਰ ਜਾਂਦੀ ਹੈ। ਉਸ ਆਤਮਾ ਦਾ ਸਰੂਪ ਜਿਹੜਾ ਹੈ ਉਹ ਪ੍ਰਗਟ ਹੋ ਜਾਂਦਾ ਹੈ ਇਸ ਗਿਆਨ ਦੇ ਨਾਲ। ਸੋ ਜਿਹੜੇ ਗਿਆਨ ਨੂੰ ਪਾ ਕੇ ਅਗਿਆਨਤਾ ਦਾ ਹਨੇਰਾ ਦੂਰ ਹੋ ਜਾਂਦਾ ਹੈ, ਜਿਹਦੇ ਕਰਕੇ ਸਾਰਾ ਇਹ ਜਗਤ ਦਾ ਜਿਹੜਾ ਝੂਠ ਦਾ ਪਸਾਰਾ, ਇਹ ਭਰਮ ਜਿਹੜਾ ਇਹ ਦੂਰ ਹੋ ਜਾਂਦਾ ਹੈ। ਤੇ ਫਿਰ ਇਹਦੇ ਨਾਲ ਜਿੰਨੇ ਵੀ ਦੁੱਖ ਹਨ ਉਹ ਵੀ ਮਿਟ ਜਾਂਦੇ ਹਨ। ਰਾਗ ਦ્વੈਖ ਤੇ ਬਿਨ ਅਬਿਨਾਸਾ। ਦੇਖੋ ਰਾਗ ਤੇ ਦ્વੈਖ ਤੋਂ ਬਿਨਾ ਜਿਹੜਾ ਉਹ ਸਰੂਪ ਹੈ ਆਤਮਾ ਦਾ, ਤੇ ਉਹ ਆਤਮਾ ਦਾ ਸਰੂਪ ਕੈਸਾ ਹੈ? ਕਹਿੰਦੇ ਉਹ ਬਨਾਸੀ ਹੈ, ਉਹ ਨਾ ਜੰਮਦਾ ਨਾ ਮਰਦਾ ਹੈ। ਹਰਖ ਸੋਕ ਜਿਸ ਮਾਹੇ ਨਾ ਲੇਸਾ। ਦੇਖੋ ਆਤਮਾ ਦੇ ਅਵਸਥਾ ਦੇ ਵਿੱਚ, ਦ ਸਟੇਟ ਆਫ ਆਤਮਾ ਦੇ ਵਿੱਚ ਕੀ ਹੁੰਦਾ ਹੈ? ਕਹਿੰਦੇ ਨਾ ਉੱਥੇ ਖੁਸ਼ੀ ਹੈ ਨਾ ਗਮੀ ਹੈ, ਉੱਥੇ ਨਾ ਕੋਈ ਸੁੱਖ ਲੱਗਦਾ ਹੈ ਨਾ ਕੋਈ ਦੁੱਖ ਹੈ। ਉੱਥੇ ਇਹ ਫੀਲਿੰਗਸ ਜਿਹੜੇ ਹੁੰਦੇ ਨੇ, ਇਹ ਇਮੋਸ਼ਨਸ ਜਿਹੜੇ ਹੁੰਦੇ ਨੇ, ਇਹ ਵੀ ਜਿਹੜੇ ਹਨ ਮਿਟ ਜਾਂਦੇ ਨੇ, ਇਹ ਨਹੀਂ ਰਹਿੰਦੇ ਫਿਰ ਉੱਥੇ।
ਜਨਮ ਮਰਨ ਕਉ ਨਹੀਂ ਕਲੇਸਾ। ਫਿਰ ਦੇਖੋ, ਜੇ ਆਤਮਾ ਸਰੂਪ ਨੂੰ ਜਾਣ ਲਿਆ, ਫਿਰ ਨਾ ਤਾਂ ਆਪਣਾ ਜਨਮ ਹੋਣਾ ਹੈ, ਨਾ ਫਿਰ ਆਪਣਾ ਮਰਨ ਹੋਣਾ ਹੈ। ਇਹ ਜਨਮ ਤੇ ਮਰਨ ਵੀ ਜਿਹੜੇ ਨਾਸ ਹੋ ਜਾਂਦੇ ਨੇ। ਇਸ ਪ੍ਰਕਾਰ ਕਰਕੇ ਜਿੰਨੇ ਵੀ ਕਲੇਸ਼ ਹਨ, ਉਹ ਕਲੇਸ਼ ਵੀ ਸਾਰੇ ਮਿਟ ਜਾਂਦੇ ਨੇ। ਕਲੇਸ਼ ਉਹ ਹੈ ਜਿਹੜੇ ਆਪਾਂ ਨੂੰ ਆਪਣੇ ਜਿਹੜੇ ਹਨ ਐਂਟੈਂਗਲਮੈਂਟ ਦੇ ਵਿੱਚ ਫਸਾ ਲੈਂਦੇ ਨੇ। ਫਸਾ ਕਰਕੇ ਆਪਾਂ ਉਹਦੇ ਵਿੱਚ ਰੁੱਝ ਜਾਂਦੇ, ਆਪਾਂ ਬਿਜ਼ੀ ਹੋ ਜਾਂਦੇ ਹਾਂ। ਇਹ ਕਲੇਸ਼ ਜਿਹੜੇ ਹੁੰਦੇ ਨੇ ਇਹ ਕਦੇ ਮਿਟਦੇ ਨਹੀਂ। ਸੋ ਇਸ ਪ੍ਰਕਾਰ ਕਰਕੇ ਗੁਰੂ ਮਹਾਰਾਜ ਜੀ ਕਹਿੰਦੇ ਇਹ ਜਨਮ ਤੇ ਮਰਨ ਦਾ ਜਿਹੜਾ ਵੱਡਾ ਕਲੇਸ਼ ਪਿਆ ਹੋਇਆ ਹੈ ਨਾ, ਕਹਿੰਦੇ ਇਹ ਵੀ ਜਿਹੜਾ ਅਭਾਵ ਹੋ ਜਾਂਦਾ, ਕਿਉਂਕਿ ਆਤਮਾ ਵਿੱਚ ਇਹ ਹੈ ਨਹੀਂ। ਆਤਮਾ ਨਾ ਜੰਮਦੀ ਹੈ ਨਾ ਮਰਦੀ ਹੈ। ਘਨਾ ਆਨੰਦ ਪੂਰਨ ਇਕਸਾਰ। ਘਨਾ ਆਨੰਦ ਕਹਿੰਦੇ ਬਹੁਤ ਆਨੰਦ, ਉਹ ਆਨੰਦ ਜਿੱਥੇ ਆਨੰਦ ਹੀ ਆਨੰਦ ਹੈ, ਆਨੰਦ ਤੋਂ ਸਿਵਾ ਉੱਥੇ ਕੁਝ ਵੀ ਨਹੀਂ ਹੈ। ਸੋ ਉਹ ਜਿਹੜਾ ਘਣਾ ਆਨੰਦ ਹੈ ਉਹੀ ਪੂਰਨ ਪਰਮੇਸ਼ਰ ਸਰੂਪ ਇੱਕ ਸਾਰ ਉਹੀ ਜਿਹੜਾ ਹਨ ਮਹਿਸੂਸ ਹੋਣ ਲੱਗ ਜਾਂਦਾ ਹੈ। ਉਹਦਾ ਹੀ ਆਪਾਂ ਨੂੰ ਜਿਹੜਾ ਹੈ ਉਸਦਾ ਸੰਗ, ਉਸਦਾ ਦੇਖਣਾ, ਉਸਦਾ ਸੁਣਨਾ, ਉਹੀ ਇੱਕ ਸਰੂਪ ਰਹਿ ਜਾਂਦਾ ਹੈ ਪਰਮਾਤਮਾ ਦਾ। ਇਸ ਪ੍ਰਕਾਰ ਆਤਮ ਨਿਰਧਾਰ। ਦੇਖੋ, ਇਸ ਪ੍ਰਕਾਰ ਕਰਕੇ ਆਪਣੀ ਆਤਮਾ ਨੂੰ ਜਾਣਨਾ ਕਰ। ਆਪਣੇ ਆਤਮਾ ਨੂੰ ਜਾਣਨ ਕਰਕੇ ਆਪਣੇ ਹਿਰਦੇ ਵਿੱਚ ਵਸਾ ਕਿ ਇਸ ਦੁਨੀਆ ਦੇ ਵਿੱਚ ਸਿਰਫ ਇੱਕ ਆਤਮਾ ਰੂਪ ਕਰਕੇ ਪਰਮੇਸ਼ਰ ਹੀ ਜਿਹੜਾ ਹਨ ਵਿਆਪ ਰਿਹਾ ਹੈ। ਉਹੀ ਸਾਰੇ ਥਾਵਾਂ ਤੇ ਹੈ, ਉਹੀ ਜਿਹੜਾ ਹੈ ਸਰਬ ਵਿਆਪਕ ਹੋ ਕੇ ਇਹੀ ਦੁਨੀਆ ਦੇ ਵਿੱਚ ਉਹ ਆਪ ਹੀ ਲਾਈਫ ਫਾਰਮ ਹੋ ਕੇ ਵਰਤ ਰਿਹਾ ਹੈ। ਜਾਗਰਤ ਸੁਪਨ ਸਖੋਪਤ ਤੀਨੋ। ਹੁਣ ਸਤਿਗੁਰਾਂ ਨੇ ਤਿੰਨ ਅਵਸਥਾਵਾਂ ਦੱਸੀਆਂ, ਤਿੰਨ ਜਿਹੜੀਆਂ ਸਟੇਟਸ ਹਨ। ਇੱਕ ਹੁੰਦੀ ਆ ਜਾਗਰਤ, ਜਿਹਨੂੰ ਕਹਿੰਦੇ ਹਾਂ ਕੌਨਸ਼ੀਅਸ ਅਵਸਥਾ। ਦੂਜੀ ਹੈ ਸਖੋਪਤ ਅਵਸਥਾ। ਜਿਹੜੀ ਸਕੋਪਤ ਜੋ ਪਹਿਲਾਂ ਇੱਕ ਸੁਪਨ ਅਵਸਥਾ ਹੈ। ਸੁਪਨ ਅਵਸਥਾ ਕੀ ਹੈ? ਜੋ ਸਬ ਕੌਨਸ਼ੀਅਸ ਅਵਸਥਾ ਹੈ। ਸਕੋਪਤ ਅਵਸਥਾ ਜਿਹੜੀ ਅਨਕੌਨਸ਼ੀਅਸ ਅਵਸਥਾ ਹੈ। ਸੋ ਇਸ ਕਰਕੇ ਕੌਨਸ਼ੀਅਸ, ਸਬ ਕੌਨਸ਼ੀਅਸ ਤੇ ਅਨਕੌਨਸ਼ੀਅਸ ਹੈ। ਸੋ ਇਹ ਤਾਂ ਆਪਾਂ ਪਰਸਪੈਕਟਿਵ ਲੈ ਰਹੇ ਹਾਂ ਇੱਕ ਬੋਡੀ ਤੋਂ। ਜੇ ਆਪਾਂ ਆਤਮਾ ਦੀ ਪਰਸਪੈਕਟਿਵ ਨਾਲ ਦੇਖੀਏ ਤਾਂ ਇਹ ਬਣੇਗਾ ਜਿਹੜੀ ਸਕੋਪਤ ਅਵਸਥਾ ਹੈ ਉਹ ਕੌਨਸ਼ੀਅਸ ਅਵਸਥਾ ਬਣ ਜਾਂਦੀ ਹੈ, ਤੇ ਜਿਹੜੀ ਸੁਪਨਾ ਉਹ ਸਬ ਕੌਨਸ਼ੀਅਸ ਹੀ ਰਹਿੰਦੀ ਹੈ। ਜਿਹੜੀ ਜਾਗਰਤ ਅਵਸਥਾ ਉਹ ਅਨਕੌਨਸ਼ੀਅਸ ਹੋ ਜਾਂਦੀ ਹੈ। ਕਿਉਂਕਿ ਇੱਥੇ ਦੋ ਸਿਨੈਰੀਓਸ ਹਨ। ਆਪਾਂ ਜਦੋਂ ਇੱਕ ਸਰੀਰ ਕਰਕੇ ਜਿਉਂਦੇ ਹਾਂ, ਆਪਣੀਆਂ ਜਿਹੜੀਆਂ ਇੰਦਰੀਆਂ ਹਨ ਇਹ ਜਿਹੜੀਆਂ ਹਨ ਸਾਰੀਆਂ ਇਹ ਦੁਨੀਆ ਨੂੰ ਲਰਨ, ਅੰਡਰਸਟੈਂਡ ਤੇ ਇਹਨਾਂ ਦੇ ਵਿੱਚ ਜਿਉਂਦੀਆਂ ਹਨ। ਦੇ ਲਿਵ ਵਿਦਿਨ ਦ ਕ੍ਰੀਏਸ਼ਨ, ਦ ਫਿਜ਼ੀਕਲ ਕ੍ਰੀਏਸ਼ਨ। ਉਹਦੇ ਕਰਕੇ ਇਹ ਕੌਨਸ਼ੀਅਸ ਅਵਸਥਾ ਬਣ ਜਾਂਦੀ ਹੈ ਜਿਹੜੀ ਫਿਜ਼ੀਕਲ ਅਵਸਥਾ ਹੈ। ਜਦੋਂ ਆਪਾਂ ਸੌਂਦੇ ਹਾਂ ਉਹਨੂੰ ਆਪਾਂ ਸਬ ਕੌਨਸ਼ੀਅਸ ਕਹਿ ਦਿੰਦੇ ਹਾਂ। ਜਿੱਥੇ ਇਹ ਕੌਨਸ਼ੀਅਸ ਖਤਮ ਹੋ ਜਾਂਦੀ ਹੈ, ਜਿੱਥੇ ਸੁਪਨਾ ਵੀ ਨਹੀਂ ਆਉਂਦਾ, ਉਹ ਸਕੋਪਤ ਅਵਸਥਾ ਬਣ ਜਾਂਦੀ ਹੈ, ਉਹ ਅਨਕੌਨਸ਼ੀਅਸ ਬਣ ਜਾਂਦੀ ਹੈ। ਪਰ ਜਦੋਂ ਇਨਸਾਨ ਨੂੰ ਗਿਆਨ ਹੁੰਦਾ ਹੈ ਨਾ, ਉਹ ਅਨਕੌਨਸ਼ੀਅਸ ਅਵਸਥਾ ਜਿਹੜੀ ਹੈ ਉਹਦੇ ਵਿੱਚ ਆਤਮਾ ਦੀ ਸਮਝ ਪੈਣੀ ਸ਼ੁਰੂ ਹੋ ਜਾਂਦੀ ਹੈ। ਉਹਦੇ ਵਿੱਚ ਆਤਮਾ ਦਾ ਆਭਾਸ ਪੈਂਦਾ ਹੈ। ਉਹਦੇ ਵਿੱਚ ਆਤਮਾ ਜਿਹੜੀ ਹੈ ਦਿਸਣ ਲੱਗ ਜਾਂਦੀ ਹੈ, ਪਰ ਹਜੇ ਆਤਮਾ ਰੂਪ ਹੋਏ ਨਹੀਂ। ਆਤਮਾ ਜਿਹੜੀ ਹੈ ਉਸਦਾ ਐਕਸਪੀਰੀਅੰਸ ਹੋਣਾ ਸ਼ੁਰੂ ਹੋ ਜਾਂਦਾ, ਫਿਰ ਉਹ ਕੌਨਸ਼ੀਅਸ ਅਵਸਥਾ ਬਣ ਜਾਂਦੀ ਹੈ। ਸੋ ਇਸੇ ਪ੍ਰਕਾਰ ਇਹ ਦੋ ਸਿਨੈਰੀਓ ਤੋਂ ਇਹ ਜਿਹੜਾ ਹੈ ਜਾਗਰਤ, ਸੁਪਨ ਤੇ ਸਕੋਪਤ ਅਵਸਥਾ ਹੈ। ਇਨਕੋ ਨੀਕੇ ਸਾਖੀ ਚੀਨੋ। ਦੇਖੋ, ਇਹਨਾਂ ਤਿੰਨਾਂ ਅਵਸਥਾਵਾਂ ਦੇ ਜਿਹੜੇ ਸਾਖੀ ਵਿਟਨੈਸ ਹੈ ਉਹ ਆਤਮਾ ਹੈ। ਉਹ ਤਿੰਨੇ ਅਵਸਥਾ ਤੋਂ ਪਰੇ ਹੈ। ਆਤਮਾ ਪਰਮਾਤਮਾ ਇਹਨਾਂ ਤਿੰਨਾਂ ਅਵਸਥਾਵਾਂ ਤੋਂ ਪਰੇ ਹੈ, ਤੇ ਇਹ ਤਿੰਨੇ ਅਵਸਥਾ ਨੂੰ ਦੇਖਣ ਵਾਲੇ ਨੇ, ਉਹ ਵਿਟਨੈਸ ਕਰਨ ਵਾਲੇ ਨੇ, ਉਹ ਸਾਖੀ ਰੂਪ ਹਨ। ਸਦਾ ਅਲੇਪਾ ਸਭ ਤੇ ਨਿਆਰੋ। ਦੇਖੋ, ਉਹ ਆਤਮਾ ਜਿਹੜੀ ਹੈ ਭਾਵੇਂ ਆਪਣੇ ਅੰਦਰ ਰਹਿੰਦੀ ਹੈ, ਪਰ ਉਹ ਅਲੇਪਾ, ਉਹ ਨਿਰਲੇਪ ਰਹਿੰਦੀ ਹੈ। ਉਹਦੇ ਵਿੱਚ ਖੱਚਤ ਨਹੀਂ ਹੁੰਦੀ। ਉਹ ਅੰਦਰ ਰਹਿੰਦੀ ਹੋਈ ਵੀ ਉਹ ਵੱਖਰੀ ਹੈ। ਸੋ ਉਹ ਜਾਨ ਰੂਪ ਹੁੰਦੀ ਹੋਈ ਵੀ ਉਹ ਵੱਖਰੀ ਹੈ। ਜਿਵੇਂ ਜਿਹੜਾ ਹਨ ਇਲੈਕਟ੍ਰਿਸਿਟੀ ਦਾ ਪਾਵਰ ਲੈ ਲਓ। ਪਾਵਰ ਜਿਹੜਾ ਹੈ ਇੱਕ ਪੱਖੇ ਨੂੰ ਚਲਾ ਰਿਹਾ ਹੈ, ਉਹੀ ਪਾਵਰ ਇੱਕ ਬਲਬ ਨੂੰ ਲਾਈਟ ਕਰ ਰਿਹਾ ਹੈ। ਉਹੀ ਜਿਹੜਾ ਹੈ ਜਿਹੜਾ ਪਾਵਰ ਹੈ ਇੱਕ ਜਿਹੜਾ ਹੈ ਐਕੋਨ ਜਾਂ ਹੀਟਰ ਤੋਂ ਹੀਟ ਕੱਢ ਰਿਹਾ, ਜਾਂ 에ਅਰ ਕੰਡੀਸ਼ਨ ਤੋਂ ਜਿਹੜੀ ਠੰਡੀ ਹਵਾ ਕੂਲ ਐ ਕੱਢ ਰਿਹਾ ਹੈ। ਇੱਕ ਇਲੈਕਟ੍ਰਿਸਿਟੀ ਕਿੰਨੇ ਕੰਮ ਕਰ ਰਹੀ ਹੈ, ਪਰ ਉਹੀ ਕੰਮ ਕਰੇਗੀ ਜਿਹੜੇ ਥਾਂ ਤੇ ਉਹ ਜਾਏਗੀ। ਇਸੇ ਪ੍ਰਕਾਰ ਆਪਾਂ ਸਾਰੇ ਜਿਹੜੇ ਹਾਂ ਪੈਰੀਫਿਰਲਸ ਹਾਂ, ਆਪਾਂ ਡਿਵਾਈਸਸ ਹਾਂ। ਆਪਣੇ ਅੰਦਰ ਇੱਕ ਪਾਵਰ ਹੈ ਜਿਹੜਾ ਕਿ ਆਤਮਾ ਹੈ। ਉਹ ਆਤਮਾ ਆਪਣੇ ਅੰਦਰ ਪਾਵਰ ਹੈ। ਹੁਣ ਇਨਸਾਨ ਦੇ ਅੰਦਰ ਜੇ ਉਹ ਪਾਵਰ ਜਾਂਦਾ ਹੈ ਉਹ ਇਨਸਾਨ ਹੈ।
ਜੇ ਉਹ ਕੋਈ ਕੁੱਤੇ ਬਿੱਲੇ ਵਿੱਚ ਜਾਂਦਾ ਤਾਂ ਉਹ ਕੁੱਤਾ ਬਿੱਲਾ ਵੀ ਹੈ, ਉਹ ਕੁੱਤੇ ਬਿੱਲੇ ਦਾ ਕੰਮ ਕਰੇਗਾ। ਜੇ ਕੋਈ ਇਨਸੈਕਟ ਵਿੱਚ ਜਾਂਦਾ ਤਾਂ ਉਹ ਇਨਸੈਕਟ ਦਾ ਕੰਮ ਕਰੇਗਾ। ਸੋ ਇਸੇ ਪ੍ਰਕਾਰ ਜੇ ਪਹਾੜ ਵਿੱਚ ਜਾਂਦਾ ਤਾਂ ਉਹ ਪਹਾੜ ਦਾ ਕੰਮ ਕਰੇਗਾ, ਜੇ ਇੱਕ ਦਰਖਤ ਵਿੱਚ ਜਾਂਦਾ ਉਹ ਦਰਖਤ ਦਾ ਕੰਮ ਕਰੇਗਾ। ਸੋ ਇਸੇ ਪ੍ਰਕਾਰ ਉਹੀ ਇੱਕ ਆਤਮਾ ਰੂਪ ਕਰਕੇ ਪਰਮਾਤਮਾ ਸਾਰਿਆਂ ਦੇ ਅੰਦਰ ਹੈ। ਐਸੋ ਆਪਣੋ ਰੂਪ ਨਿਹਾਰੋ। ਦੇਖੋ ਉਹ ਰੂਪ ਜਿਹੜਾ ਹੈ, ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਲੈਣੇ, ਉਹ ਰੂਪ ਨੂੰ ਆਪਣਾ ਜਾਣ। ਇਹ ਰੂਪ ਜਿਹੜਾ ਬਾਹਰਲਾ ਹੈ ਨਾ, ਇਹਨੂੰ ਆਪਣਾ ਨਾ ਜਾਣ। ਇਹ ਫਿਜ਼ੀਕਲ ਬੋਡੀ ਤੂੰ ਨਹੀਂ ਹੈ, ਤੇਰੇ ਅੰਦਰ ਜਿਹੜੀ ਆਤਮਾ ਪਾਵਰ ਹੈ ਨਾ, ਉਹਨੂੰ ਤੂੰ ਜਾਣਨਾ ਕਰ, ਜਿਹੜੀ ਐਨਰਜੀ ਹੈ। ਦੋਹਰਾ ਕਲਪਤ ਸੰਗ ਉਪਾਦ ਸੋ ਭਇਓ ਸੋ ਅਸਵਿਦ ਜਾਨ। ਦੇਖੋ ਕਲਪਤ ਸੰਗ ਉਪਾਦ ਸੋ ਕਹਿਣਗੇ, ਦੇਖੋ ਨਾ ਜਿਸ ਦੇ ਜਿਹੜਾ ਹੈ ਇਹ ਸਾਰਾ ਪ੍ਰੋਬਲਮ ਕਿੱਥੋਂ ਸ਼ੁਰੂ ਹੁੰਦਾ ਹੈ, ਜਦੋਂ ਇਹ ਕਲਪਨਾ ਵਿੱਚ ਆਪਾਂ ਪੈ ਜਾਂਦੇ ਹਾਂ। ਇਹ ਕਲਪਿਆ ਹੋਇਆ ਸੰਸਾਰ ਜਿਹੜਾ ਹੈ, ਇਹ ਇਮੇਜਿਨਰੀ ਜਿਹੜਾ ਸੰਸਾਰ ਨੂੰ ਆਪਾਂ ਦੇਖ ਰਹੇ ਹਾਂ, ਜਦੋਂ ਇਹਨੂੰ ਆਪਾਂ ਸੱਚ ਮੰਨਦੇ ਹਾਂ, ਭਇਓ ਸੋ ਅਸਵਿਦ ਜਾਣ। ਕਹਿਣਗੇ ਇਸੇ ਤਰ੍ਹਾਂ ਹੀ ਹੁੰਦਾ ਹੈ ਕਿ ਇਹ ਸੰਸਾਰ ਨੂੰ ਆਪਾਂ ਸੱਚ ਮੰਨ ਲੈਂਦੇ ਹਾਂ, ਪਰ ਕਹਿੰਦੇ ਇਹ ਸਾਰੀ ਜਿਹੜੀ ਹਨ ਸ੍ਰਿਸ਼ਟੀ ਹੈ, ਇਹ ਇੱਕ ਕਲਪਨਾ ਦੇ ਅਧੀਨ ਹੈ। ਦੇਖੋ ਹਰ ਇੱਕ ਚੀਜ਼ ਨੂੰ ਲੋਕ ਡਿਫਰੈਂਟ ਪਰਸਪੈਕਟਿਵ ਨਾਲ ਸਮਝਦੇ ਹਨ, ਡਿਫਰੈਂਟ ਪਰਸਪੈਕਟਿਵ ਨਾਲ ਅੰਡਰਸਟੈਂਡ ਕਰਦੇ ਹਨ, ਡਿਫਰੈਂਟ ਪਰਸਪੈਕਟਿਵ ਨਾਲ ਉਹਨਾਂ ਨੂੰ ਐਕਸੈਪਟ ਕਰਦੇ ਨੇ। ਚੀਜ਼ ਉਹੀ ਹੁੰਦੀ ਹੈ, ਖਿਆਲ ਬੰਦਿਆਂ ਦੇ ਅੱਡ ਅੱਡ ਹੁੰਦੇ। ਕਿਉਂ ਹੁੰਦੇ? ਕਿਉਂਕਿ ਕਲਪਨਾ ਨਾ, ਸੱਚ ਦੇ ਦੋ ਜਿਹੜੇ ਹਨ, ਉਹਨਾਂ ਦੇ ਦੋ ਜਿਹੜੇ ਹਨ ਓਪੀਨੀਅਨਸ ਨਹੀਂ ਹੋ ਸਕਦੇ। ਸੱਚ ਤਾਂ ਸੱਚ ਹੀ ਹੈ। ਇਹ ਓਪੀਨੀਅਨਸ ਕਿਉਂ ਬਣਦੇ ਨੇ? ਇਹ ਕਲਪਨਾ ਤੋਂ ਬਣਦੇ ਨੇ, ਇਹ ਭਰਮ ਤੋਂ ਬਣਦੇ ਨੇ। ਇਸ ਪ੍ਰਕਾਰ ਕਰਕੇ ਕਹਿੰਦੇ ਉਪਾਦੀ ਜਿਹੜੀ ਸਾਰੀ ਇਹ ਜਿਹੜੀ ਬਣਾਈ ਹੋਈ ਸ੍ਰਿਸ਼ਟੀ ਹੈ, ਇਹ ਕਲਪਨਾ ਮਾਤਰ ਹੈ। ਪਰ ਕਹਿੰਦੇ ਜਿਸ ਨਾਲ ਜਿਹੜੀ ਹੈ ਕੋਈ ਸ਼ੈ ਜਿਹੜੀ ਲੱਗ ਜਾਂਦੀ ਆ ਨਾਲ, ਮਤਲਬ ਉਹਦੇ ਨਾਲ ਜਿਹੜੀ ਚੀਜ਼ ਜੁੜ ਜਾਂਦੀ ਹੈ, ਭਇਓ ਸੋ ਅਸਵਿਦ ਜਾਣ। ਕਹਿੰਦੇ ਉਹਦੇ ਨਾਲ ਜਿਹੜੀ ਚੀਜ਼ ਜੁੜ ਜਾਂਦੀ ਆ, ਜਿਵੇਂ ਹੁਣ ਆਪਾਂ ਮਨ ਦੀ ਅੰਡਰਸਟੈਂਡਿੰਗ ਐਸੀ ਜੁੜ ਗਈ ਉਹ ਚੀਜ਼ ਦੇ ਨਾਲ, ਆਪਾਂ ਵੈਸਾ ਹੀ ਉਹਨੂੰ ਸਮਝ ਲਵਾਂਗੇ, ਐਸਾ ਹੀ ਉਹਦੀ ਕਲਪਨਾ ਕਰਾਂਗੇ, ਐਸਾ ਹੀ ਉਹਨੂੰ ਮੰਨਾਂਗੇ। ਸੋ ਇਹ ਸਾਰਾ ਉਹੀ ਚੀਜ਼ ਹੈ। ਜਪਾ ਪ੍ਰਸੂਨ ਸੋ ਫਟਕ ਕੋ ਅਰੁਣ ਹੋਤ ਤਿਉ ਮਾਨ। ਹੁਣ ਇੱਥੇ ਇੱਕ ਐਗਜ਼ਾਮਪਲ ਦੇ ਕੇ ਸਮਝਾਉਂਦੇ ਨੇ। ਕਹਿੰਦੇ ਦੇਖੋ ਇੱਕ ਜਪਾ ਫੁੱਲ ਹੈ, ਇਹਨੂੰ ਆਪਾਂ ਲੈ ਲਈਏ ਜੀ ਜਿਵੇਂ ਰੋਜ਼ ਫਲਾਵਰ ਹੈ। ਹੁਣ ਰੋਜ਼ ਫਲਾਵਰ ਜਿਹੜਾ ਉਹ ਲਾਲ ਰੰਗ ਦਾ ਹੁੰਦਾ ਹੈ। ਹੁਣ ਉਹ ਲਾਲ ਰੰਗ ਨੂੰ ਤੁਸੀਂ ਕੀ ਕਰੋ, ਉਹਨੂੰ ਲੈ ਕੇ ਇੱਕ ਸ਼ੀਸ਼ਾ, ਇੱਕ ਮਿਰਰ ਦੇ ਵਿੱਚ ਉਸ ਦਾ ਰਿਫਲੈਕਸ਼ਨ ਦੇਖੋ। ਹੁਣ ਉਹ ਮਿਰਰ ਜਿਹੜਾ ਸੀਗਾ, ਜਿਹੜਾ ਹੈ ਉਹਦਾ ਕੋਈ ਕਲਰ ਨਹੀਂ ਹੁੰਦਾ। ਹੁਣ ਇਹ ਲਾਲ ਫੁੱਲ ਦਾ ਜਦੋਂ ਰਿਫਲੈਕਸ਼ਨ ਇਹ ਮਿਰਰ ਤੇ ਪਿਆ, ਇਹ ਮਿਰਰ ਲਾਲ ਹੋ ਗਿਆ। ਪਰ ਇਹ ਮਿਰਰ ਲਾਲ ਉਦੋਂ ਤੱਕ ਹੈ ਜਦੋਂ ਤੱਕ ਇਹਦੇ ਵਿੱਚ ਉਹ ਰੈੱਡ ਰੋਜ਼ ਦਾ ਰਿਫਲੈਕਸ਼ਨ ਪੈ ਰਿਹਾ ਹੈ। ਜਦੋਂ ਇਹ ਰੈੱਡ ਰੋਜ਼ ਨੂੰ ਤੁਸੀਂ ਹਟਾ ਦਿੱਤਾ, ਉਹ ਸ਼ੀਸ਼ਾ ਹੀ ਹੈ, ਐਂਡ ਹੀ ਇਜ਼ ਰੈਡੀ ਟੂ ਰਿਫਲੈਕਟ ਯੂ ਸਮਥਿੰਗ ਐਲਸ ਵਿਚ ਯੂ ਆਰ ਗੋਇੰ ਟੂ ਸ਼ੋ ਇਟ ਟੂ ਹਿਮ। ਇਸੇ ਪ੍ਰਕਾਰ ਕਰਕੇ ਕਹਿੰਦੇ ਇਹ ਸ਼ੀਸ਼ਾ ਉਦੋਂ ਤੱਕ ਲਾਲ ਨਹੀਂ ਜਦੋਂ ਤੱਕ ਰੋਜ਼ ਹੈ। ਸੋ ਇਸੇ ਪ੍ਰਕਾਰ ਇਹ ਸਾਰੀ ਸ੍ਰਿਸ਼ਟੀ ਦੀ ਰਚਨਾ ਹੈ। ਪਰਮਾਤਮਾ ਉਹ ਸ਼ੀਸ਼ੇ ਦੀ ਤਰ੍ਹਾਂ ਹੈ, ਜੋ ਵੀ ਚੀਜ਼ ਤੁਸੀਂ ਉਹਦੇ ਅੱਗੇ ਲਿਆ ਕੇ ਦਿਖਾਓਗੇ ਉਹੀ ਤੁਹਾਨੂੰ ਦਿਖਾਉਣੀ ਹੈ। ਪਰ ਇਹ ਸ਼ੀਸ਼ਾ ਲਾਲ ਰੰਗ ਉਦੋਂ ਤੱਕ ਹੈ ਜਦੋਂ ਤੱਕ ਰੈੱਡ ਫਲਾਵਰ ਦਾ ਰਿਫਲੈਕਸ਼ਨ ਇਹਦੇ 'ਚ ਪੈ ਰਿਹਾ। ਹੁਣ ਰੈੱਡ ਫਲਾਵਰ ਤੁਸੀਂ ਪਾਸੇ ਕਰਤਾ, ਉਹ ਸ਼ੀਸ਼ੇ ਦਾ ਸ਼ੀਸ਼ਾ ਰਹਿ ਗਿਆ, ਉਹਨੂੰ ਕੋਈ ਫਰਕ ਨਹੀਂ ਪਿਆ। ਇਟਸ ਨੋ ਮੋਰ ਰੈੱਡ ਨਾਓ, ਇਹ ਪਰਮਨੈਂਟਲੀ ਰੈੱਡ ਨਹੀਂ ਹੋਇਆ। ਇਸੇ ਤਰ੍ਹਾਂ ਹੀ ਇਹ ਦੁਨੀਆ ਹੈ। ਪਰਮਾਤਮਾ ਇਸੇ ਤਰ੍ਹਾਂ ਹੀ ਆਪਣੇ ਅੰਦਰ ਹੈ। ਆਪਣੇ ਅੰਦਰ ਸਭ ਕੁਝ ਆਪਾਂ ਭਾਵੇਂ ਕਿਸੇ ਨਾਲ ਵੈਰ ਕਰਦੇ, ਕਾਮ ਕ੍ਰੋਧ ਲੋਭ ਮੋਹ ਹੰਕਾਰ 'ਚ ਗਲਤਾਨ ਹਨ, ਪਰ ਪਰਮਾਤਮਾ ਨਿਰਲੇਪ ਹੈ। ਉਹ ਜਦੋਂ ਤੱਕ ਆਪਣੇ ਅੰਦਰ ਹੈ, ਆਪਾਂ ਨੂੰ ਆਪਣਾ ਰਿਫਲੈਕਸ਼ਨ ਦਿਖਾਉਂਦਾ ਹੈ ਵੀ ਤੂੰ ਇਹ ਹੈ। ਸੋ ਦੈਟ ਇਜ਼ ਵਾਈ ਇੱਕ ਗੱਲ ਹੈ, ਲੋਕ ਕਹਿੰਦੇ ਹੁੰਦੇ ਲਿਸਨ ਟੂ ਯੋਰ ਹਾਰਟ। ਕਹਿੰਦੇ ਜੋ ਵੀ ਕੰਮ ਕਰਨ ਲਿਸਨ ਟੂ ਯੋਰ, ਉਹਦਾ ਮੀਨਿੰਗ ਜਿਹੜਾ ਹੈ ਇਹ ਸਿੰਪਲ ਮੀਨਿੰਗ ਕਰ ਦਿੱਤਾ। ਉਹਦਾ ਡੂੰਘਾਈ ਦਾ ਮੀਨਿੰਗ ਇਹ ਹੈ ਕਿਉਂਕਿ ਅੰਦਰ ਪਰਮਾਤਮਾ ਵਸਦਾ ਹੈ। ਦੈਟ ਸਮਬੋਡੀ ਸਪੀਕਿੰਗ ਟੂ ਯੂ ਵਿਦਿਨ ਯੂ। ਸੋ ਉਹ ਤੁਹਾਨੂੰ ਦੱਸਦਾ ਹੈ, ਜੋ ਗਲਤ ਕੰਮ ਕਰਿਓ ਕਹਿੰਦਾ ਨਹੀਂ ਕਰਨਾ, ਉਹ ਪਰਮਾਤਮਾ ਦੀ ਆਵਾਜ਼ ਹੈ, ਉਹ ਅੰਦਰ ਕਰਦਾ ਹੈ। ਪਰ ਵੈਨ ਯੋਰ ਮਾਈਂਡ ਗੈਟਸ ਵੈਰੀ ਨੋਇਜ਼ੀ, ਫਿਰ ਉਹ ਤੁਹਾਨੂੰ ਆਵਾਜ਼ ਸੁਣਨੀ ਬੰਦ ਹੋ ਜਾਂਦੀ ਹੈ। ਸੋ ਇਸ ਪ੍ਰਕਾਰ ਕਰਕੇ ਇੱਥੇ ਐਗਜ਼ਾਮਪਲ ਦੇ ਕੇ ਇਹ ਗੱਲ ਸਮਝਾਈ ਹੈ। ਚੌਪੇ ਪੰਚੀਕਰਨ ਪੰਜ ਤਤ ਜੋਏ। ਹੁਣ ਦੇਖੋ ਬਹੁਤ ਇੰਟਰਸਟਿੰਗ ਇੱਕ ਇੱਥੇ ਜਿਹੜਾ ਹਨ ਕਵੀ ਸੰਤੋਖ ਸਿੰਘ ਜੀ ਨੇ ਜੋ ਲਿਖਿਆ ਹੈ, ਇੱਥੇ ਜਿਹੜਾ ਉਪਦੇਸ਼ ਗੁਰੂ ਨਾਨਕ ਨੇ ਭਾਈ ਲਹਿਣੇ ਨੂੰ ਦਿੱਤਾ। ਦੇਖੋ ਇੱਥੇ ਕਹਿੰਦੇ ਇੱਕ ਹੁੰਦੇ ਆ ਪੰਜ ਜਿਹੜੇ ਹਨ ਤੱਤ ਹੁੰਦੇ ਨੇ। ਹੁਣ ਪੰਜ ਤੱਤ ਕਿਹੜੇ ਨੇ? ਇੱਕ ਹੁੰਦਾ ਆਕਾਸ਼, ਜਿਹਨੂੰ ਆਪਾਂ ਸਪੇਸ ਕਹਿੰਦੇ ਹਾਂ। ਫਿਰ ਹੁੰਦਾ ਹੈ ਦੂਜਾ ਵਾਯੂ ਜਾਂ ਐ ਹਵਾ। ਸੋ ਤੀਜਾ ਹੁੰਦਾ ਹੈ ਅੱਗ ਜਾਂ ਫਾਇਰ ਕਹਿ ਲਈਏ। ਚੌਥਾ ਜਿਹੜਾ ਹੈ ਉਸ ਨੂੰ ਆਪਾਂ ਕਹੋਗੇ ਪਾਣੀ, ਵਾਟਰ। ਸੋ ਪੰਜਵਾਂ ਜਿਹੜਾ ਹੈ ਅਰਥ, ਧਰਤੀ। ਇਹ ਪੰਜ ਤੱਤ ਨੇ। ਹੁਣ ਇਹ ਪੰਜ ਤੱਤ ਜਿਹੜੇ ਨੇ ਇਹਨਾਂ ਦੇ ਵਿੱਚ 25 ਪ੍ਰਕਿਰਤੀਆਂ ਬਣਦੀਆਂ ਨੇ। ਹੁਣ ਇਹਦੇ ਵਿੱਚੋਂ ਅੱਗੇ 25 ਜਿਹੜੀਆਂ ਹਨ ਪ੍ਰਕਿਰਤੀਆਂ ਬਣੀਆਂ ਨੇ, ਜਿਹਦੇ ਵਿੱਚ
ਇਹ ਸੰਸਾਰ ਦਾ ਸਭ ਕੁਝ ਆ ਜਾਣਾ ਹੈ। ਇਟਸ ਗੋਇੰਗ ਟੂ ਐਨਕੰਪਸ ਦ ਐਂਟਾਇਰ ਕ੍ਰੀਏਸ਼ਨ, ਜਿਹੜੀ ਆਪਾਂ ਪੰਜ ਤੱਤਾਂ ਦੀ ਕਹਿੰਦੇ ਹਾਂ। ਹੁਣ ਪੰਜ ਤੱਤ ਜਿਹੜੇ ਹੁੰਦੇ ਨੇ, ਹੁਣ ਦੇਖੋ ਅੱਗ ਤੇ ਪਾਣੀ ਦਾ ਹਿਸਾਬ ਕਰ ਲਓ। ਜੇ ਅੱਗ ਪਰਬਲ ਹੈ, ਪਾਣੀ ਵਿੱਚ ਉਹ ਪਾਣੀ ਦੇ ਨਾਲ ਨਹੀਂ ਹੋ ਸਕਦੀ, ਕਿਉਂਕਿ ਅੱਗ ਪਰਬਲ ਹੈ। ਪਾਣੀ ਨੇ ਅੱਗ ਬੁਝਾ ਦੇਣੀ ਹੈ ਜਾਂ ਅੱਗ ਨੇ ਪਾਣੀ ਨੂੰ ਸੁਕਾ ਦੇਣਾ ਹੈ। ਉੱਥੇ ਗੱਲ ਆਊਗੀ ਵੀ ਪਾਣੀ ਦੀ ਕੁਆਂਟੀਟੀ ਕਿੰਨੀ ਸੀ, ਅੱਗ ਦੀ ਕਿੰਨੀ ਸੀ। ਹੁਣ ਇਹਦੀਆਂ ਫਿਜ਼ਿਕਸ ਤੁਸੀਂ ਜਿਹੜਾ ਹਨ ਜੇ ਕਰ ਲਓ, ਫਿਜ਼ਿਕਸ ਤੌਰ ਤੇ ਦੇਖੋ, ਉਹਦੇ ਮੋਲੀਕੂਲਸ ਦੇਖੋ, ਆਹ ਦੇਖੋ, ਉਹ ਦੇਖੋ, ਉੱਥੇ ਤੱਕ ਕੰਮ ਜਾਂਦਾ ਹੈ। ਇਸੇ ਪ੍ਰਕਾਰ ਕਰਕੇ ਇਹ ਪੰਜੀ ਪ੍ਰਕਿਰਤੀਆਂ ਬਣਦੀਆਂ ਨੇ। ਹੁਣ ਦੇਖੋ ਇਹ ਸਾਇੰਸ ਜਿਹੜੀ ਆਪਾਂ ਅੱਜ ਜਿਹੜੇ ਹਨ ਸਿੱਖ ਰਹੇ ਹਾਂ ਨਾ, ਗੁਰੂ ਨਾਨਕ ਦੇ ਬਚਨਾਂ ਤੋਂ, ਇਹ ਸਾਇੰਸ ਦਾ ਜਿਹੜਾ ਸਿੱਟਾ ਹੈ। ਹੁਣ 25 ਪ੍ਰਕਿਰਤੀਆਂ ਕੀ ਹੈ, ਇੱਕ ਇੱਕ ਤੱਤ ਜਿਹੜਾ ਹੈ, ਜੇ ਇੱਕ ਤੱਤ ਲੈ ਲਓ, ਸੇ ਤੁਸੀਂ ਸਪੇਸ ਲੈ ਲਿਆ, ਸਪੇਸ ਜਿਹੜਾ ਹੈ ਉਹਦਾ ਜਿਹੜਾ ਹੈ ਇੱਕ ਤੁਸੀਂ ਉਹਦਾ ਜਿਹੜਾ ਬਣਾ ਲਓ ਪਾਈ ਚਾਰਟ। ਹੁਣ ਪਾਈ ਚਾਰਟ ਹੁੰਦਾ ਹੈ ਗੋਲ, ਸੋ ਉਹ ਗੋਲ ਪਾਈ ਚਾਰਟ ਬਣਾ ਕੇ ਉਹਦੇ 8 ਹਿੱਸੇ ਕਰ ਦਿਓ, 8 ਹਿੱਸੇ। ਉਹਨੂੰ 8 ਹਿੱਸਿਆਂ ਵਿੱਚ ਡਿਵਾਈਡ ਕਰਕੇ ਉਹਦਾ 50% ਹਿੱਸਾ, ਹੁਣ ਆਪਾਂ ਸਪੇਸ ਦੀ ਗੱਲ ਕਰ ਰਹੇ ਹਾਂ ਨਾ, ਉਹਦਾ 50% ਹਿੱਸਾ ਸਪੇਸ ਹੋਵੇਗਾ ਤੇ ਬਾਕੀ ਜਿਹੜਾ ਅੱਧਾ ਹੋਵੇਗਾ ਨਾ, ਉਹਨੂੰ ਉਹ ਜਿਹੜਾ ਰਹਿ ਗਿਆ 4 ਹਿੱਸੇ। ਸੋ 4/8 ਜਿਹੜਾ ਹੈ ਉਹ ਸਪੇਸ ਹੈ। The other balance 4/8 will be the 4 other principal elements. ਹੁਣ ਇੱਥੇ ਕੀ ਹੋਇਆ, 12.5% ਹੋਗਾ ਉਹਦੇ ਚ ਪਾਣੀ, 12.5% ਉਹਦੇ ਵਿੱਚ ਹੋਗੀ ਅੱਗ, 12.5% ਉਹਦੇ ਵਿੱਚ ਹੋਗੀ ਜਿਹੜਾ ਹਵਾ, ਤੇ 12.5% ਉਹਦੇ ਚ ਹੋਗੀ ਧਰਤੀ। ਹੁਣ ਦੇਖੋ ਇਹ ਤੱਤ ਜਿਹੜਾ ਹੈ, ਹੁਣ ਇਹਦੇ ਵਿੱਚ ਇਹ ਹੋ ਗਿਆ। ਹੁਣ ਇਹ ਇੱਕ ਜਿਹੜਾ ਹੈ ਨਾ ਪਾਈ ਚਾਰਟ ਬਣ ਗਿਆ, ਅੱਧਾ ਸਪੇਸ ਹੈ ਤੇ ਬਾਕੀ ਅੱਧਾ ਡਿਵਾਈਡ ਇਕੁਅਲੀ ਟੂ ਦ ਅਦਰ 4 ਪ੍ਰਿੰਸੀਪਲ ਐਲੀਮੈਂਟਸ, 4 ਹੋਰ ਤੱਤ। ਇਸੇ ਤਰ੍ਹਾਂ ਹੀ ਪਾਣੀ ਜਿਹੜਾ ਇਹ ਦਾ ਹੋਵੇਗਾ, ਇਸੇ ਤਰ੍ਹਾਂ ਹੀ ਅੱਗ ਦਾ ਹੋਵੇਗਾ, ਇਸੇ ਤਰ੍ਹਾਂ ਹੀ ਜਿਹੜਾ ਪਾਣੀ ਦਾ ਹੋਵੇਗਾ ਤੇ ਧਰਤੀ ਦਾ ਹੋਵੇਗਾ। ਹੁਣ ਪੰਜੀ ਪ੍ਰਕਿਰਤੀਆਂ ਜਿਹੜੀਆਂ ਹਨ, ਸਪੇਸ ਤੇ ਜਿਹੜਾ ਸਪੇਸ ਹੈ, ਹੁਣ ਆਪਾਂ ਸਪੇਸ ਤੇ ਵਾਪਸ ਆ ਜਾਈਏ, ਉਹੀ ਪਾਈ ਚਾਰਟ ਨੂੰ ਤੁਸੀਂ ਆਪਣਾ ਇਮੇਜਿਨ ਕਰੋ। ਉਹ ਪਾਈ ਚਾਰਟ ਜਿਹੜਾ ਹੈ ਉਹਦੇ ਵਿੱਚ ਹੁਣ ਸਪੇਸ ਆ ਗਿਆ। ਸਪੇਸ ਜਿਹੜਾ ਉਹਦਾ ਪੂਰਾ ਹਿੱਸਾ ਜਿਹੜਾ 4/8 ਵਾਲਾ ਸੀ, ਉਹ ਗ੍ਰਿਡ ਹੈ, ਉਹ ਗ੍ਰਿਡ ਬਣ ਜਾਂਦੀ ਹੈ, ਲੋਬ ਬਣ ਜਾਂਦਾ ਹੈ, ਉਹ ਗ੍ਰਿਡ ਹੈ। ਉਹਦੇ ਵਿੱਚ ਹੁਣ ਇਹ ਕੁਆਲਿਟੀ ਗ੍ਰਿਡ ਦੀ ਆ ਗਈ। ਹੁਣ ਬਾਕੀ ਦਾ ਜਿਹੜਾ ਉਹਦੇ ਵਿੱਚ ਜਿਹੜਾ ਹੈ ਇਹ ਦਾ ਆਇਆ, ਉਹਦਾ ਹੈਗਾ ਪ੍ਰੋਗਰੈਸ਼ਨ, ਉਹ ਪ੍ਰੋਗਰੈਸ਼ਨ ਹੋ ਗਿਆ। ਫਿਰ ਜਿਹੜਾ ਹਨ ਪ੍ਰੋਗਰੈਸ਼ਨ ਕੀ ਹੁੰਦਾ ਹੈ ਵੀ ਜਿਹੜਾ ਵਧਣਾ, ਅੱਗੇ ਜਿਹੜਾ ਹਨ ਅੱਗ ਦਾ ਆ ਗਿਆ, ਅੱਗ ਦਾ ਉੱਥੇ ਹੈਗਾ ਜਿਹੜਾ ਹੈ ਸੌਣਾ, ਆਲਸੀਪਣਾ, ਸੌਣ ਦਾ। ਫਿਰ ਉਹਦੇ ਵਿੱਚ ਪਾਣੀ ਦਾ ਕਿਹੜਾ ਹਿੱਸਾ ਆ ਗਿਆ, ਸਲਾਈਵਾ। ਅੱਗੇ ਆ ਗਿਆ ਜੀ ਜਿਹੜਾ ਅਰਥ ਹੈ, ਉਹ ਆਪਣੇ ਰੋਮ ਆ ਗਏ, ਜਿਹੜੇ ਕੇਸ ਹੁੰਦੇ ਨੇ ਜਾਂ ਰੋਮ ਜਾਂ ਵਾਲ ਕਹਿ ਲਈਏ, ਉਹ ਨੇ। ਇਸੇ ਤਰ੍ਹਾਂ ਹੀ ਜਿਹੜਾ ਇਹ ਹੈ ਹਵਾ ਹੈ। ਹੁਣ ਹਵਾ ਜਿਹੜੀ ਹੈ ਉਹਦਾ ਜਿਹੜਾ ਹੈ ਪਾਈ ਚਾਰਟ, ਅੱਧਾ ਹਵਾ ਹੋਵੇਗਾ 4/8, ਬਾਕੀ ਉਹਦੇ ਵਿੱਚ ਜਿਹੜਾ ਸਪੇਸ ਐਲੀਮੈਂਟ ਹੈ ਉਹ ਲਸਟ ਹੈ, ਉਹ ਕਾਮ ਹੈ। ਉਹਦੇ ਵਿੱਚ ਦੂਜਾ ਜਿਹੜਾ ਪਾਣੀ ਦਾ ਜਿਹੜਾ 4/8 ਵਾਲਾ ਹਿੱਸਾ ਹੈ, ਉਹ ਹੈ ਜੀ ਜਿਹੜਾ ਚੱਲਣਾ, ਰਫਤਾਰ ਜਿਹੜੀ ਹੈ, ਜਿਹੜਾ ਚੱਲਣਾ ਜਾਂ ਆਪਾਂ ਕਹਿੰਦੇ ਰੇਸਿੰਗ, ਸਪੀਡ, ਉਹਦੇ ਵਿੱਚ ਇਹ ਚੀਜ਼ ਆ ਗਈ। ਕਿਉਂਕਿ ਇਹ ਕੀ ਆ, ਇਹ ਚੱਲਦੀ ਆ ਨਾ, ਉਹਦੇ ਵਿੱਚ ਇਹ ਗੁਣ ਹੈ 4/8 ਵਾਲਾ। ਹੁਣ ਉਹਦੇ ਵਿੱਚ ਇਹਦੇ ਵਿੱਚ ਜਿਹੜਾ ਕਿ 12.5% ਜਿਹੜਾ ਅਗਲਾ ਜਿਹੜਾ ਅੱਗ ਦਾ ਹੈ, ਉਹ ਹੈ ਤਰਸਟ, ਪਿਆਸ। ਫਿਰ ਉਹਦੇ ਵਿੱਚ ਆ ਗਿਆ ਪਾਣੀ ਦਾ, ਪਾਣੀ ਦਾ ਹਿੱਸਾ ਜਿਹੜਾ ਕਾਮਨੈਸ, ਪੀਸ ਜਿਹੜੀ ਹੁੰਦੀ ਹੈ, ਕਾਮਨੈਸ, ਬਹੁਤ ਜਿਹੜਾ ਸ਼ਾਂਤਪੂਰਵ ਹੋਣਾ। ਉਹਦੇ ਵਿੱਚ ਅਰਥ ਦਾ ਹਿੱਸਾ ਆ ਗਿਆ ਚਮੜੀ, ਸਕਿਨ। ਹੁਣ ਅੱਗੇ ਦੇਖੋ ਅੱਗ ਦਾ ਆ ਗਿਆ। ਹੁਣ ਅੱਗ ਦਾ ਪਾਈ ਚਾਰਟ ਕੀ ਕਹਿੰਦਾ ਹੈ, ਅੱਧਾ 4/8 ਅੱਗ ਹੈ। ਉਹਦੇ ਵਿੱਚ ਜਿਹੜਾ ਸਪੇਸ ਦਾ ਹਿੱਸਾ ਹੈ ਉਹ ਹੋ ਗਿਆ ਕ੍ਰੋਧ। ਉਹਦੇ ਵਿੱਚ ਜਿਹੜਾ ਹਵਾ ਦਾ ਹਿੱਸਾ ਹੋ ਗਿਆ ਉਹ ਜਿਹੜਾ ਹੈ ਐਕਸਾਈਟਮੈਂਟ, ਜਿਵੇਂ ਜਿਹੜਾ ਹਨ ਪ੍ਰਭਾਵਕ ਹੋਣਾ, ਜ਼ਿਆਦਾ ਐਕਟਿਵ ਜੇ ਹੋਣਾ, ਸੋ ਉਹ ਹੋ ਗਿਆ ਐਕਸਾਈਟਮੈਂਟ ਆ ਜਾਣਾ, ਬਹੁਤ ਖੁਸ਼ ਹੋਣਾ ਜਾਂ ਖੁਸ਼ੀ ਕਹਿ ਲਈਏ। ਸੋ ਉਹਦੇ ਵਿੱਚ ਜਿਹੜਾ ਹਨ ਜੇ ਅੱਗ ਦਾ ਤੇ ਅੱਗ ਦਾ 4/8 ਵਾਲਾ ਹਿੱਸਾ ਜਿਹੜਾ ਹੈ ਉਹ ਹੈ ਭੁੱਖ ਲੱਗਣੀ, ਕਿਉਂਕਿ ਅੱਗ ਜਿਹੜੀ ਹੈ ਉਹ ਹਾਜਮ ਸ਼ਕਤੀ, ਡਾਈਜੈਸ਼ਨ ਸ਼ਕਤੀ ਹੈ। ਫਿਰ ਜਿਹੜਾ ਉਹਦੇ ਵਿੱਚ ਵਾਟਰ ਹੈ, ਪਾਣੀ ਦਾ ਜਿਹੜਾ ਹਿੱਸਾ ਹੈ ਉਹ ਬਾਇਲ ਹੈ, ਉਹ ਬਾਇਲ ਦਾ ਆ ਗਿਆ। ਸੋ ਅੱਗੇ ਆ ਗਿਆ ਜੀ ਜਿਹੜਾ ਧਰਤੀ ਦਾ, ਉਹ ਆ ਗਿਆ ਨਰਵ ਜਿਹੜੀਆਂ ਆਪਣੀਆਂ ਨਰਵਸ ਹਨ। ਹੁਣ ਆ ਗਿਆ ਜੀ ਵਾਟਰ ਦਾ। ਹੁਣ ਵਾਟਰ ਦਾ ਵੀ ਪਾਈ ਚਾਰਟ ਲੈ ਲਓ, ਅੱਧਾ ਹਿੱਸਾ 4/8 ਪਾਣੀ ਦਾ ਕੀ ਹੋਇਆ, ਸਿਮਨਸ, ਜਿਹੜਾ ਬਿਰਜ ਹੈ, ਜਿਹੜਾ ਆਪਣਾ ਬਿਰਜ ਹੁੰਦਾ ਹੈ, ਜਿਹੜਾ ਸਪਰਮਸ ਕਹਿ ਲਈਏ, ਉਹ ਹੁੰਦਾ ਹੈ। ਉਹਦੇ ਵਿੱਚ ਹੁਣ ਉਹੀ ਪਾਣੀ ਦਾ ਜਾਂ ਓਮ ਕਹਿ ਲਈਏ,
ਓਵਮ ਜਿਹੜੇ ਹੁੰਦੇ ਆ ਜਿਹੜੇ ਫੀਮੇਲ ਦੇ ਜਾਂ ਸਪਰਮਸ ਮੇਲ ਦੇ, ਉਹ ਹੋ ਗਿਆ ਜੀ। ਜਿੱਥੇ ਪਾਣੀ ਤੇ ਪਾਣੀ ਹੈ 4/8 ਵਾਲਾ ਹਿੱਸਾ, ਹੁਣ ਉਹਦੇ ਵਿੱਚ ਜਿਹੜਾ 12.5% ਜਿਹੜਾ ਸਪੇਸ ਦਾ ਜਿਹੜਾ ਹੈ ਉਹ ਜਿਹੜਾ ਆਪਣਾ ਕੰਟੈਂਟ ਹੈ ਉਹਦੇ ਵਿੱਚ ਕੀ ਆ, ਮੋਹ। ਫਿਰ ਉਹਦੇ ਵਿੱਚ ਹਵਾ ਦਾ ਕੀ ਆ ਗਿਆ ਜੀ, ਜਿਹੜਾ ਕਿ ਫਲਿਕਲਨੈਸ ਹੋਣਾ ਹੈ, ਬੰਦੇ ਨੇ ਟਿਕਣਾ ਨਹੀਂ, ਮਨ ਜਿਵੇਂ ਫਲਿਕਰ ਕਰਦਾ ਹੈ ਨਾ, ਇੱਧਰ ਹੋ ਗਿਆ, ਆਹ ਸੋਚ ਲਿਆ, ਉਹ ਸੋਚ ਲਿਆ, ਸੋ ਭੜਕਣਾ ਜਿਹੜੀ ਹੁੰਦੀ ਹੈ। ਫਿਰ ਕ੍ਰਾਂਤ, ਇਹਦਾ ਜਿਹੜਾ ਫਾਇਰ ਦਾ ਹਿੱਸਾ ਜਿਹੜਾ ਪਾਣੀ ਵਿੱਚ ਹੁੰਦਾ ਹੈ ਉਹ ਸਟਰੈਂਥ ਹੁੰਦਾ ਹੈ, ਉਹ ਤਾਕਤ ਹੈ। ਫਿਰ ਆ ਗਿਆ ਜੀ ਅਰਥ ਦਾ, ਹੁਣ ਅਰਥ ਦਾ ਹਿੱਸਾ ਕੀ ਹੈ, ਟਿਸ਼ੂਸ, ਜਿਹੜੇ ਆਪਣੇ ਟਿਸ਼ੂਸ ਹੁੰਦੇ ਨੇ। ਸੋ ਹੁਣ ਅਗਲਾ ਆ ਗਿਆ ਜੀ ਅਰਥ, ਅਖੀਰਲਾ। ਹੁਣ ਅਖੀਰਲਾ ਜਿਹੜਾ 4/8 ਵਾਲਾ ਹਿੱਸਾ ਹੈ ਉਹ ਹੈ ਜਿਹੜਾ ਆਪਣਾ ਸਕੈਲੀਟਨ ਹੈ, ਜਿਹੜਾ ਆਪਣਾ ਜਿਹੜਾ ਹਨ ਇਹ ਸਾਰੀਆਂ ਜਿਹੜੀਆਂ ਹੱਡੀਆਂ ਦਾ ਢਾਂਚਾ ਹੈ ਉਹ ਹੋ ਗਿਆ। ਹੁਣ ਉਹਦੇ ਵਿੱਚ ਸਪੇਸ ਦਾ ਹਿੱਸਾ ਜਿਹੜਾ ਹੈ ਉਹ ਹੋ ਗਿਆ ਜੀ ਹੰਕਾਰ, ਤੇ ਉਹਦੇ ਵਿੱਚ ਜਿਹੜਾ ਹਵਾ ਦਾ ਹੈ ਉਹ ਹੋ ਗਿਆ ਜੀ ਰੈਟਰੋਗ੍ਰੇਸ਼ਨਸ। ਸੋ ਰੈਟਰੋਗ੍ਰੇਸ਼ਨਸ ਜਿਹੜੇ ਹਨ ਦੇਖੋ ਉਹਦੇ ਵਿੱਚ ਐਸਾ ਹੈ ਕਿ ਉਹ ਪਾਣੀ ਦਾ ਹਿੱਸਾ ਜਿਹੜਾ ਇਹ ਆਪਣੇ ਅਰਥ ਦੇ ਵਿੱਚ ਆ ਗਿਆ। ਹੁਣ ਦੇਖੋ ਅਰਥ ਦਾ ਅੱਡ ਹਿਸਾਬ ਆ, ਤੁਸੀਂ ਜੇ ਇਹਨੂੰ ਡਿਟੇਲ ਨਾ ਕਰੋ ਤਾਂ ਬਹੁਤ ਦੂਰ ਤੱਕ ਇਹਦੀ ਵਿਚਾਰ ਜਾਂਦੀ ਹੈ। ਹੁਣ ਉਹਦੇ ਵਿੱਚ ਜਿਹੜਾ ਹੈ ਅਗਲਾ ਆ ਗਿਆ ਅੱਗ। ਹੁਣ ਅੱਗ ਜਿਹੜਾ ਹੈ ਫਾਇਰ ਜਿਹੜੀ ਹੈ ਇਹ ਹੈਗੀ ਆ ਤਾਮਸੀ ਸੁਭਾਅ, ਮਤਲਬ ਲੇਜ਼ੀਨੈਸ ਹੋਣਾ, ਉਹਦੇ ਵਿੱਚ ਲੇਜ਼ੀਪਣਾ ਆ ਜਾਂਦਾ ਹੈ। ਫਿਰ ਉਹਦੇ ਵਿੱਚ ਜਿਹੜਾ ਪਾਣੀ ਦਾ ਹਿੱਸਾ ਉਹ ਹੋ ਗਿਆ ਖੂਨ, ਬਲੱਡ। ਸੋ ਇਹ ਜਿਹੜੀਆਂ ਹਨ ਪੰਜੀ ਪ੍ਰਕਿਰਤੀਆਂ ਬਣ ਗਈਆਂ। ਹੁਣ 5 ਤੱਤਾਂ ਤੋਂ 5 ਪ੍ਰਕਿਰਤੀਆਂ ਹੋ ਗਈਆਂ, ਤੇ 5 ਪ੍ਰਕਿਰਤੀਆਂ ਜਿਹੜੀਆਂ ਇਕੱਠੀਆਂ ਹਨ, ਪਰ ਇਹ ਇਕੱਠੀਆਂ ਤਾਂ ਹਨ ਇਹਦੇ ਵਿੱਚ ਆਤਮਾ ਇਹਨਾਂ ਨੂੰ ਇਕੱਠੀ ਰੱਖਦੀ ਹੈ। ਦ ਡੇ ਤੁਸੀਂ ਇਹਨੂੰ ਆਤਮਾ ਨੂੰ ਇਹਨਾਂ ਵਿੱਚੋਂ ਕੱਢ ਦਿਓ, ਇਹ ਸਾਰੀਆਂ ਚੀਜ਼ਾਂ ਇੱਕ ਦੂਜੇ ਦੇ ਅਗੇਂਸਟ ਹੋ ਜਾਂਦੀਆਂ ਨੇ। ਸੋ ਅਗੇਂਸਟ ਜਿਹੜੀਆਂ ਹੁੰਦੀਆਂ ਨੇ ਇੱਕ ਦੂਜੇ ਨੂੰ ਖਾਣਾ ਸ਼ੁਰੂ ਕਰ ਦਿੰਦੀਆਂ। ਹੁਣ ਦੇਖੋ ਇੱਕ ਦੂਜੇ ਨੂੰ ਕੰਪਲੀਮੈਂਟ ਕਰਦੀਆਂ ਨੇ, ਇੱਕ ਦੂਜੇ ਨੂੰ ਪਾਲਦੀਆਂ ਨੇ, ਭਾਵੇਂ ਇਹਨਾਂ ਦਾ ਜਿਹੜਾ ਕੈਰੈਕਟਰ ਹੈ, ਇਹਨਾਂ ਦਾ ਜਿਹੜਾ ਮੋਲੀਕੂਲਰ ਸਟਰਕਚਰ ਹੈ ਇੱਕ ਦੂਜੇ ਤੋਂ ਅਗੇਂਸਟ ਹੈ, ਪਰ ਫਿਰ ਵੀ ਇੱਕ ਦੂਜੇ ਨੂੰ ਕੰਪਲੀਮੈਂਟ ਕਰਦੇ ਆ ਕਿਉਂਕਿ ਆਤਮਾ ਹੈ। ਜਿੱਦਣ ਬੰਦਾ ਮਰਦਾ ਹੈ ਜਾਂ ਕੋਈ ਵੀ ਚੀਜ਼ ਦੁਨੀਆ ਦੀ ਮਰਦੀ ਹੈ, ਮਰਦੀ ਕਿਉਂ, ਕਿਉਂਕਿ ਆਤਮਾ ਉਹਦੇ ਵਿੱਚੋਂ ਨਹੀਂ ਹੈਗੀ। ਹੁਣ ਆਤਮਾ ਜਿਹੜੀ ਲਾਈਫ ਫਾਰਮ ਉਹ ਨਿਕਲ ਗਈ, ਫਿਰ ਕੀ ਹੋਵੇਗਾ, ਇਹ ਸਾਰੇ ਤੱਤ ਇੱਕ ਦੂਜੇ ਨੂੰ ਖਾਣਾ ਸ਼ੁਰੂ ਕਰ ਦਿੰਦੇ ਨੇ। ਇਸੇ ਕਰਕੇ ਆਪਣਾ ਸਰੀਰ ਰੋਟ ਹੋਣਾ ਸ਼ੁਰੂ ਹੋ ਜਾਂਦਾ ਹੈ। ਇੱਕ ਦਰਖਤ ਡਿੱਗ ਪਵੇ ਧਰਤੀ ਤੇ, ਜੜਾਂ ਟੁੱਟ ਜਾਣ, ਉਹ ਵੀ ਰੋਟ ਹੋਣਾ ਸ਼ੁਰੂ ਕਰ ਦਿੰਦਾ ਹੈ। ਪੱਤੇ ਡਿੱਗਦੇ ਨੇ, ਪੱਤੇ ਲੱਗੇ ਹਰੇ ਹੁੰਦੇ ਨੇ, ਟਾਹਣੇ ਤੋਂ ਡਿੱਗਦੇ ਨੇ, ਉਹ ਸੁੱਕ ਜਾਂਦੇ ਨੇ। ਹਰ ਇੱਕ ਚੀਜ਼ ਜਿਹੜੀ ਕਿ ਲਾਈਫ ਤੋਂ ਟੁੱਟਦੀ ਹੈ ਉਹ ਸੁੱਕ ਜਾਂਦੀ ਹੈ, ਉਹ ਰੋਟ ਹੋਣੀ ਸ਼ੁਰੂ ਹੋ ਜਾਂਦੀ ਹੈ। ਇਸੇ ਪ੍ਰਕਾਰ ਕਰਕੇ ਇਹ ਆਤਮਾ ਹੀ ਹੈ ਜਿਹੜੀ ਇਹਨੂੰ ਜੋੜ ਕੇ ਰੱਖਦੀ ਹੈ। ਜਦੋਂ ਆਤਮਾ ਨਹੀਂ ਹੁੰਦੀ ਇਹ ਅਗੇਂਸਟ ਹੋ ਕੇ ਬੰਦੇ ਨੂੰ ਖਾ ਜਾਂਦੀਆਂ ਨੇ, ਇਹੀ ਚੀਜ਼ਾਂ ਬੰਦੇ ਦਾ ਵਿਨਾਸ਼ ਕਰ ਦਿੰਦੀਆਂ ਨੇ। ਸੋ ਇਹ 5 ਪ੍ਰਕਿਰਤੀਆਂ ਹਨ। ਅੰਤఃਕਰਨ ਉਪਾਏ ਸੋਈ। ਹੁਣ ਦੇਖੋ ਇਹਨਾਂ ਜਿਹੜਾ ਹੈ ਮਾਇਆ ਦਾ ਜਿਹੜਾ ਇਹ ਸਾਰਾ ਪਸਾਰਾ ਹੈ। ਹੁਣ ਇਹਦੇ ਵਿੱਚ ਇੱਕ ਗੱਲ ਯਾਦ ਰੱਖਣ ਵਾਲੀ ਇਹ ਹੈ ਤੇ ਇਹਦੇ ਵਿੱਚ ਰਜੋ ਗੁਣ, ਸਤੋ ਗੁਣ, ਤਮੋ ਗੁਣ ਹੈ। ਮਾਇਆ ਦੇ ਇਹ 3 ਗੁਣ ਨੇ। ਮਾਇਆ ਦੇ ਸਤੋ ਗੁਣ ਤੋਂ ਜਿਹੜੇ ਹਨ ਕੀ ਪੈਦਾ ਹੁੰਦਾ ਹੈ, ਅੰਤਸ਼ਕਰਨ। ਅੰਤःਕਰਨ ਵੀ ਕਹਿੰਦੇ ਆ, ਅੰਤਸ਼ਕਰਨ ਵੀ ਕਹਿੰਦੇ ਹਨ। ਅੰਤਹ ਮੀਨਸ ਅੰਦਰਲਾ, ਇੰਟਰਨਲ, ਕਰਨ ਮੀਨਸ ਇੰਸਟਰੂਮੈਂਟ। ਜੋ ਅੰਦਰਲਾ ਇੰਸਟਰੂਮੈਂਟ ਹੈ ਉਹਨੂੰ ਅੰਤःਕਰਨ ਕਹਿੰਦੇ ਹਾਂ। ਸੋ ਜੋ ਮਾਇਆ ਦਾ ਸਤੋ ਗੁਣ ਤੋਂ ਆਈ ਹੋਈ ਚੀਜ਼ ਹੈ ਉਹ ਅੰਤःਕਰਨ ਹੈ। ਹੁਣ ਅੰਤःਕਰਨ ਜਿਹੜਾ ਹੈ ਚਤੁਰ ਬ੍ਰਿਤ ਹੋਇਆ ਤਾਹੇ ਮਝਾਰਾ, ਉਹਦੇ ਵਿੱਚ 4 ਪ੍ਰਕਾਰ ਦੀਆਂ ਬ੍ਰਿਤੀਆਂ ਨੇ। 4 ਪ੍ਰਕਾਰ ਦੇ ਉਹਦੇ ਵਿੱਚ ਤੁਸੀਂ ਕਹਿ ਲਓ ਵੀ 4 ਤਰ੍ਹਾਂ ਦੇ ਫੰਕਸ਼ਨਸ ਹਨ ਅੰਤःਕਰਨ ਦੇ। ਹੁਣ ਉੱਥੇ 4 ਉਹਦੇ ਫੰਕਸ਼ਨਸ ਹਨ ਕਿਉਂਕਿ ਇੰਸਟਰੂਮੈਂਟ ਹੈ ਨਾ, ਅੰਤःਕਰਨ ਅੰਦਰਲਾ ਇੰਸਟਰੂਮੈਂਟ ਹੈ। ਹੁਣ ਇਹ ਅੰਦਰਲਾ ਇੰਸਟਰੂਮੈਂਟ 4 ਫੰਕਸ਼ਨ ਦਿੰਦਾ ਹੈ। ਤਾਤੇ ਹੋਏ ਸੋ 4 ਪ੍ਰਕਾਰ। ਇਸ ਕਰਕੇ ਉਹ 4 ਪ੍ਰਕਾਰ ਦੇ ਕਿਹੜੇ ਫੰਕਸ਼ਨ ਹਨ ਉਹ ਸੁਣੋ। ਮਨ, ਬੁੱਧ, ਚਿੱਤ, ਹੰਕਾਰ ਤੇ ਨਾਮਾ। ਅੰਤਸ਼ਕਰਨ ਜਿਹੜਾ ਹੈ ਇਹਦੇ ਵਿੱਚ 4 ਫੰਕਸ਼ਨ ਕਿਹੜੇ ਆ, ਮਨ ਇਹਦੇ ਕਰਕੇ ਹੀ ਹੈ। ਮਨ ਜਿਹੜਾ ਹੈ ਸੰਕਲਪੋ ਵਿਕਲਪੋ ਹੀ ਮਨ। ਸੋ ਸੰਕਲਪ ਤੇ ਵਿਕਲਪ ਨੂੰ ਕਰਨਾ ਜਿਹੜਾ ਹਨ ਥਾਟਸ ਤੇ ਕਾਊਂਟਰ ਥਾਟਸ ਕਰਨੇ, ਇਹ ਮਨ ਦਾ ਸੁਭਾਅ ਹੈ। ਮਨ ਇਹਨਾਂ ਨੂੰ ਠਾਉਂਦਾ ਤੇ ਮਾਰਦਾ ਰਹਿੰਦਾ ਹੈ। ਸੋ ਇਸੇ ਪ੍ਰਕਾਰ ਮਨ ਚੱਲਦਾ, ਇਹ ਮਾਈਂਡ ਜਿਹਨੂੰ ਮਾਈਂਡ ਕਹਿੰਦੇ ਹਾਂ। ਬੁੱਧੀ ਜਿਹੜੀ ਕਿ ਡਿਸਕ੍ਰਿਮੀਨੇਸ਼ਨ ਕਰਦੀ ਹੈ, ਹਰ ਇੱਕ ਚੀਜ਼ ਨੂੰ ਵੱਖਰਾ ਵੱਖਰਾ ਕਰਕੇ ਦੇਖਣਾ, ਹਰ ਇੱਕ ਚੀਜ਼ ਦਾ ਫੈਸਲਾ ਲੈਣਾ, ਡਿਸੀਸ਼ਨਸ ਬਣਾਉਣੇ ਤੇ ਉਹਨੂੰ ਸੋਚਣਾ, ਇਹ ਬੁੱਧੀ ਦਾ ਕੰਮ ਆ ਜਿਹਨੂੰ ਇੰਟੈਲੈਕਟ ਕਹਿੰਦੇ ਹਾਂ। ਤੀਜਾ ਹੋ ਗਿਆ ਚਿੱਤ। ਚਿੱਤ ਜਿਹੜਾ ਹੈ ਉਹ ਚੇਤੇ ਕਰਨਾ, ਉਹ ਜਿਹੜਾ ਯਾਦਾਸ਼ ਸ਼ਕਤੀ, ਜਿਹੜੀ ਯਾਦ ਕਰਨ ਵਾਲੀ ਸ਼ਕਤੀ ਹੈ, ਜੋ ਇੱਕ ਚੀਜ਼ ਦਾ ਰਟਨ ਕਰਨ ਵਾਲੀ ਸ਼ਕਤੀ ਹੈ, ਜਿਹੜਾ ਰਿਪੀਟੀਟਿਵ ਕਰਨਾ, ਉਹੀ ਚੀਜ਼ ਨੂੰ ਜਿਹਨੂੰ ਰਿਪੀਟੀਟਿਵ ਕਰਨਾ, ਉਸਦੀ ਮੈਮਰੀ ਰੱਖਣੀ, ਉਹਨੂੰ ਚਿੱਤ ਕਹਿੰਦੇ ਹਾਂ। ਸੋ ਇਹਨੂੰ ਜਿਹੜਾ ਮੈਮਰੀ ਵੀ ਕਹਿ ਲਈਏ ਜਿਹੜਾ ਹਨ। ਸੋ ਚੌਥਾ ਜਿਹੜਾ ਅਹੰਕਾਰ ਹੈ।
ਹੰਕਾਰ ਜਿਹੜਾ ਅਹੰਕਾਰ ਕੀ ਆ, ਆਪਣੇ ਆਪ ਦੇ ਵਿੱਚ ਉਹਨੇ ਕਹਿਣਾ ਵੀ ਮੈਂ ਕੁਝ ਹਾਂ, ਆਪਣੀ ਸੈਲਫ ਐਗਜ਼ਿਸਟੈਂਸ ਨੂੰ ਉਹਨੇ ਐਕਸੈਪਟ ਕਰਨਾ ਵੀ ਮੈਂ ਕੁਝ ਹਾਂ। ਜਿਵੇਂ ਆਪਾਂ ਕਹੀਏ ਮੈਂ ਇੱਕ ਜੀਵ ਹਾਂ, ਮੈਂ ਸੋ ਐਂਡ ਸੋ ਨੇਮ ਕਰਕੇ ਮੈਂ ਇਹ ਹਾਂ, ਇਹ ਚੀਜ਼ ਅਹੰਕਾਰ ਹੈ। ਇਹ ਅਹੰਗ ਦੇ ਕਰਕੇ ਇਹ ਅੰਤਸ਼ਕਰਨ ਜਿਹੜਾ ਹੈ ਇਹਦਾ ਇਹ ਫੰਕਸ਼ਨ ਵੀ ਹੈ। ਸੋ ਇਸ ਪ੍ਰਕਾਰ ਕਰਕੇ ਮਨ, ਬੁੱਧ, ਚਿੱਤ, ਅਹੰਗ, ਇਹ ਚਾਰ ਫੰਕਸ਼ਨਸ ਅੰਤਕਰਨ ਦੇ ਹਨ। ਤਿੰਨ ਤੇ ਪਰ ਲਖ ਆਤਮ ਰਾਮਾ। ਹੁਣ ਇਹ ਤੋਂ ਪਰੇ ਕੀ ਹੈ? what is beyond ਅੰਤःਕਰਨ, beyond the 5 principal elements, 25 ਪ੍ਰਕਿਰਤੀਆਂ ਤੋਂ ਪਰੇ ਕੌਣ ਹੈ? ਆਤਮਾ। ਉਹ ਆਤਮਾ ਇਹਨਾਂ ਸਾਰਿਆਂ ਤੋਂ ਪਰੇ ਹੈ। ਸਤ ਗੁਣ ਅੰਤఃਕਰਨ ਜੋ ਮਾਹੀ। ਦੇਖੋ ਹੁਣ ਸਤੋ ਗੁਣੀ, ਸਤ ਗੁਣ ਜਿਹੜਾ ਹੈ ਸਤੋ ਗੁਣੀ ਹੈ ਮਾਇਆ ਦਾ, ਉਤੋਂ ਤਾਂ ਪੈਦਾ ਹੋਗੀ ਅੰਤਸ਼ਕਰਨ। ਚੇਤਨ ਕੋ ਪ੍ਰਤਿਬਿੰਬ ਤਹਾਹੀ। ਹਾਂ ਦੇਖੋ ਹੁਣ ਇਹ ਸਤੋ ਗੁਣ ਹੋਣ ਕਰਕੇ ਇਹਦੇ ਵਿੱਚ ਅੰਤਸ਼ਕਰਨ ਦੇ ਵਿੱਚ ਇੱਕ ਸ਼ਕਤੀ ਹੈ। ਇਹਦੇ ਵਿੱਚ ਚੇਤਨ ਕੋ ਪ੍ਰਤਿਬੰਬ ਕਹਿਣ ਲੱਗੇ, ਇਹਦੇ ਵਿੱਚ ਪ੍ਰਤਿਬਿੰਬ ਹੁੰਦਾ ਹੈ ਰਿਫਲੈਕਸ਼ਨ। ਇਹ ਅੰਤਸ਼ਕਰਨ ਦੇ ਉੱਤੇ ਰਿਫਲੈਕਸ਼ਨ ਪੈਂਦਾ ਹੈ ਆਤਮਾ ਦਾ। ਦੈਟ ਮੀਨਸ ਆਤਮਾ ਦਾ ਰੀਅਲਾਈਜੇਸ਼ਨ ਕਰਨ ਵਾਲਾ ਇੰਸਟਰੂਮੈਂਟ ਕੀ ਹੈ? ਅੰਤःਕਰਨ। ਅੰਤःਕਰਨ ਹੀ ਜਿਹੜਾ ਹੈ ਪਰਮਾਤਮਾ ਦਾ ਆਤਮਾ ਰੂਪ ਜਿਹੜਾ ਹੈ ਉਸ ਦਾ ਜਿਹੜਾ ਹੈ ਨੌਲੇਜ ਲੈਣ ਵਾਸਤੇ ਇਹਦੇ ਵਿੱਚ ਕੈਪੇਬਿਲਿਟੀ ਹੈ, ਕਿਉਂਕਿ ਇਹਦੇ ਵਿੱਚ ਉਸ ਦਾ ਰਿਫਲੈਕਸ਼ਨ ਪੈਂਦਾ ਹੈ। ਸੋ ਜਿਹਦੇ ਵਿੱਚ ਰਿਫਲੈਕਸ਼ਨ ਪੈਂਦਾ ਹੈ ਉਸ ਚੀਜ਼ ਨੂੰ ਡਿਸਕ੍ਰਾਈਬ ਕਰਨਾ, ਉਸ ਚੀਜ਼ ਨੂੰ ਅੰਡਰਸਟੈਂਡ ਕਰਨਾ, ਇਹ ਅੰਤःਕਰਨ ਦਾ ਕੰਮ ਹੈ, ਕਿਉਂਕਿ ਇਹਦੇ ਵਿੱਚ ਆਭਾਸ ਆਤਮਾ ਦਾ ਪੈਂਦਾ ਹੈ। ਸੋ ਇਹਦੇ ਵਿੱਚ ਪਰਮਾਤਮਾ ਨੇ ਆਪਣੀ ਸ਼ਕਤੀ ਪਾਈ ਹੈ ਆਪਣੇ ਸਰੂਪ ਨੂੰ ਜਨਾਉਣ ਵਾਸਤੇ ਅੰਤःਕਰਨ ਦੇ ਵਿੱਚ। ਜਿਨ ਕੇ ਸੁਧ ਹੋਤ ਸੋ ਦੇਖੈ। ਪਰ ਇਹ ਅੰਤਸ਼ਕਰਨ ਕਿਉਂ ਨਹੀਂ ਦੇਖ ਰਿਹਾ? ਅੱਜ ਆਪਾਂ ਨੂੰ ਰੱਬ ਕਿਉਂ ਨਹੀਂ ਦਿਸ ਰਿਹਾ? ਆਪਣੇ ਮਨ ਕਰਕੇ ਨਹੀਂ ਦਿਸ ਰਿਹਾ, ਬੁੱਧੀ ਕਰਕੇ ਨਹੀਂ ਦਿਸ ਰਿਹਾ, ਚਿੱਤ ਕਰਕੇ ਨਹੀਂ ਦਿਸ ਰਿਹਾ। ਅਹੰਗ ਜੋ ਆਪਾਂ ਕਹਿੰਦੇ ਆਪਾਂ ਆਪਣੇ ਬੋਡੀ ਨਾਲ ਜੁੜਦੇ ਹਾਂ, ਨਾ ਕਿ ਆਪਾਂ ਆਤਮਾ ਨਾਲ ਜੁੜਦੇ ਹਾਂ। ਉਹ ਅਹੰਗ ਅਸਲ ਵਿੱਚ ਪਰਮਾਤਮਾ ਨਾਲ ਜੁੜਨਾ ਸੀ, ਆਪਣੇ ਸਰੀਰ ਨਾਲ ਨਹੀਂ ਜੁੜਨਾ ਸੀ। ਪਰ ਹੁਣ ਆਪਾਂ ਨੂੰ ਐਸਾ ਕਿਉਂ ਨਹੀਂ ਹੁੰਦਾ? ਕਹਿੰਦੇ ਜਿਨ ਕੇ ਸੁਧ ਹੋਤ, ਕਹਿਣਗੇ ਇਹ ਜਿਹੜਾ ਅੰਤਸ਼ਕਰਨ ਹੈ ਇਹਦਾ ਸੁੱਧ ਹੋਣਾ ਜ਼ਰੂਰੀ ਹੈ। ਮਨ ਦੇ ਵਿੱਚੋਂ ਪਾਪਾਂ ਦੀ ਮੈਲ ਕੱਢਣੀ ਪੈਣੀ ਹੈ। ਬੁੱਧੀ ਦੇ ਵਿੱਚ ਜਿਹੜੀ ਡਿਸਕ੍ਰਿਮੀਨੇਟਿਵ ਜਿਹੜੀ ਸੋਚਣੀ ਹੈ ਉਹਦੇ ਵਿੱਚ ਇੱਕ ਪਰਮਾਤਮਾ ਨੂੰ ਦੇਖਣ ਦੀ, ਸਮਝਣ ਦੀ, ਉਸ ਦੇ ਅਧੀਨ ਹੋ ਕੇ ਹੀ ਸਭ ਕੁਝ ਦੇਖਣ ਦੀ ਜਿਹੜੀ ਸਮਝ ਹੈ ਉਹ ਹੋਣੀ ਚਾਹੀਦੀ ਹੈ। ਚਿੱਤ ਜਿਹੜਾ ਚਿੱਤ ਹੈ, ਮਾਰ ਕਹਿੰਦੇ ਚੇਤੇ ਕਰ, ਉਹ ਪਰਮਾਤਮਾ ਦੇ ਨਾਮ ਨੂੰ ਤੂੰ ਚੇਤੇ ਕਰ। ਤੂੰ ਆਪਣੀਆਂ ਗੱਲਾਂ ਕਿਉਂ ਚੇਤੇ ਕਰੀ ਬੈਠਾ? ਤੂੰ ਆਪਣੀਆਂ ਹੀ ਜਿਹੜੇ ਕਰਤੂਤਾਂ ਨੂੰ ਤੂੰ ਚੇਤੇ ਕਰੀ ਬੈਠਾ ਹੈ, ਆਪਣੀਆਂ ਹੀ ਤੂੰ ਹੋਰ ਗੱਲਾਂ ਨੂੰ ਤੂੰ ਚੇਤੇ ਕਰੀ, ਤੂੰ ਪਰਮਾਤਮਾ ਨੂੰ ਕਿਉਂ ਨਹੀਂ ਚੇਤੇ ਕਰਦਾ? ਸੋ ਅਹੰਗ ਜਿਹੜਾ ਉਹ ਆਤਮਾ ਹੈ। ਸੋ ਉਹਦੇ ਸ਼ੁੱਧ ਹੋਣ ਤੇ ਹੀ ਇਹ ਗੱਲ ਹੁੰਦੀ ਹੈ। ਪਿਖਤ ਨਸੇ ਜਿਨ ਮਲਿਨ ਵਿਸੇਖੈ। ਦੇਖੋ ਪਿਖਤ ਨਾ ਜਿਹੜਾ ਪਿਖਤ ਕਹਿੰਦੇ ਦੇਖਣ ਦੇ ਨਾਲ ਨਾ ਸੇ ਨਹੀਂ ਹੁੰਦਾ ਜਿਨ ਮਲਨ ਵਿਸੇਖੇ, ਜਿਹਦੇ ਅੰਦਰ ਬਹੁਤ ਸਾਰੀ ਮੈਲ ਹੋਵੇ ਪਾਪਾਂ ਦੀ, ਬਹੁਤ ਸਾਰੀਆਂ ਭੈੜੀਆਂ ਸੋਚਾਂ ਹੋਣ, ਕਹਿੰਦੇ ਉਹਨਾਂ ਨੂੰ ਨਹੀਂ ਦਿਸਦਾ। ਸੋ ਨਿਜ ਰੂਪ ਭੂਲ ਨਰ ਸਾਰੇ। ਇਸ ਕਰਕੇ ਲੋਕ ਆਪਣੇ ਨਿਜ ਸਰੂਪ ਨੂੰ ਭੁੱਲ ਗਏ, ਆਪਣੀ ਆਤਮਾ ਨੂੰ ਭੁੱਲ ਗਏ, ਕਿਉਂਕਿ ਅੰਤਸ਼ਕਰਨ ਮੈਲਾ ਹੋ ਗਿਆ ਸਾਰਾ। ਜੀਵ ਅਲਪੱਗ ਆਪ ਨਿਰਧਾਰੇ। ਦੇਖੋ ਜੀਵ ਅਲਪੱਗ ਹੋ ਕੇ, ਕਿਉਂ ਅਲਪੱਗ ਹੁੰਦਾ ਹੈ? ਜਿਹੜਾ ਨਾਟ ਕੇਪੇਬਲ। ਸਰਬੱਗ ਹੁੰਦਾ ਹੈ ਆਲ ਕੇਪੇਬਲ। ਸੋ ਅਲਪੱਗ ਜਿਹੜਾ ਜੀਵ ਹੈ ਇਹ ਕੁਝ ਨਹੀਂ ਕਰ ਸਕਦਾ। ਸੋ ਅਲਪੱਗ ਜੀਵ ਜਿਹੜਾ ਹੈ ਇਹ ਆਪਣੇ ਆਪ ਨੂੰ ਹੀ ਮੰਨਣ ਲੱਗ ਗਿਆ ਵੀ ਮੈਂ ਇੱਕ ਸਰੀਰ ਹਾਂ, ਆਈ ਐਮ ਦਿਸ ਬੋਡੀ, ਮੈਂ ਇਹ ਸਰੀਰ ਹਾਂ, ਇਹ ਮੇਰਾ ਮਨ ਹੈ, ਮੇਰੀ ਬੁੱਧੀ ਹੈ, ਮੈਂ ਹੀ ਸਭ ਕੁਝ ਹਾਂ। ਇਹਨੇ ਆਪਣਾ ਜਿਹੜਾ ਹੈ ਐਗਜ਼ਿਸਟੈਂਸ ਜਿਹੜਾ ਹੈ ਇਹਨੇ ਪੱਕਾ ਕਰ ਲਿਆ। ਇਹ ਬਣ ਗਿਆ ਸ਼ਰੀਕ ਪਰਮਾਤਮਾ ਦਾ। ਜੋ ਐਗਜ਼ਿਸਟੈਂਸ ਤਾਂ ਪਰਮਾਤਮਾ ਦੀ ਸੀ, ਇਹਨੇ ਆਪਣੇ ਆਪ ਨੂੰ ਆਪਣਾ ਆਪ ਦਾ ਸਰੂਪ ਬਣਾ ਕੇ ਬਰਾਬਰ ਖੜਾ ਕਰਤਾ ਪਰਮਾਤਮਾ ਦੇ। ਜਾਂ ਤੇ ਤੀਨ ਤਨਹਿ ਕੋ ਪਾਏ। ਦੇਖੋ ਇਸ ਕਰਕੇ ਇਹ ਸਰੀਰ ਜਿਹੜਾ ਹੈ ਤੀਨ ਤਨਹਿ, ਤਿੰਨ ਸਰੀਰਾਂ ਨੂੰ ਪਾਉਂਦਾ ਹੈ। ਹੁਣ ਇੱਕ ਸਰੀਰ ਜਿਹੜਾ ਆਪਣਾ ਨੂੰ ਦਿਸਦਾ ਨਾ ਵੀ ਆ ਮੇਰੀ ਬਾਡੀ ਹੈ, ਇੱਥੇ ਕਹਿੰਦੇ ਤਿੰਨ ਸਰੀਰ ਹਨ, ਤਿੰਨ ਬਾਡੀਜ਼ ਹਨ ਆਪਣੇ। ਵਾਰ-ਵਾਰ ਜਗ ਆਵਹਿ ਜਾਏ। ਜਿਸ ਕਰਕੇ ਬੰਦਾ ਜਿਹੜਾ ਹੈ ਜਾਂ ਇਹ ਜੀਵ ਜਿਹੜਾ ਹੈ ਵਾਰ-ਵਾਰ ਮੁੜ-ਮੁੜ ਕੇ ਜਨਮ ਲੈਂਦਾ ਹੈ ਸੰਸਾਰ ਤੇ। ਇੱਕ ਸਥੂਲ ਜੋ ਵਹਿਰ ਸਰੀਰਾ। ਹੁਣ ਤਿੰਨ ਬਾਡੀਜ਼ ਹਨ, ਦੇ ਆ 3 ਬਾਡੀਜ਼। ਸੋ ਤਿੰਨ ਬਾਡੀਆਂ ਹਨ। ਸੋ ਪਹਿਲੀ ਬਾਡੀ ਕੀ ਹੈ ਜਿਹਨੂੰ ਆਪਾਂ ਸਥੂਲ ਸਰੀਰ ਕਹਿੰਦੇ ਹਾਂ, ਜਿਹਨੂੰ ਆਪਾਂ ਫਿਜ਼ੀਕਲ ਬਾਡੀ ਕਹਿੰਦੇ ਹਾਂ, ਜਿਹਦੇ ਬਾਰੇ ਆਪਾਂ ਹੁਣੇ ਵਿਚਾਰ ਕੀਤੇ 5 ਤੱਤ। ਸੋ ਇਹ ਫਿਜ਼ੀਕਲ ਬਾਡੀ ਹੈ। ਜਿਸ ਮਹਿ ਹੰਗ ਧਰ ਪਾਵ ਹੈ ਪੀਰਾ। ਹਾਂ ਦੇਖੋ ਜੇ ਮੈਂ ਜਿਹੜਾ ਕੋਈ ਇਸ ਫਿਜ਼ੀਕਲ ਬਾਡੀ ਵਿੱਚ ਆਪਣੀ ਹੰਗਤਾ ਰੱਖਦਾ ਹੈ, ਆਪਣੇ ਆਪ ਦੀ ਐਗਜ਼ਿਸਟੈਂਸ ਨੂੰ ਸਮਝਦਾ ਹੈ ਕਿ ਵੀ ਮੈਂ ਇਹ ਬਾਡੀ ਹਾਂ, ਤਾਂ ਫੇਰ ਕਹਿੰਦੇ ਪਾਵੈ ਪੀੜਾ। ਉਹ ਪੀੜਾਂ ਪਾਉਂਦੇ ਨੇ, ਉਹਨੂੰ ਦੁੱਖ ਸੁੱਖ ਦੀਆਂ ਪੀੜਾਂ ਹੁੰਦੀਆਂ ਨੇ, ਰਾਗ ਦੁਆਖ ਦੀਆਂ ਪੀੜਾਂ ਹੁੰਦੀਆਂ ਨੇ, ਉਹ ਦੁਖੀ ਸੁਖੀ ਹੁੰਦੇ ਰਹਿੰਦੇ ਹਨ। ਲਿੰਗ ਸਰੀਰ ਦੂਸਰਾ ਜੋਈ। ਹੁਣ ਪਹਿਲੀ ਤਾਂ ਜਿਹੜਾ ਪਹਿਲਾ ਸਰੀਰ ਸੀਗਾ ਜਿਹਨੂੰ ਸਥੂਲ ਸਰੀਰ ਫਿਜ਼ੀਕਲ ਬਾਡੀ ਕਿਹਾ ਹੈ,
ਦੂਸਰੀ ਬਾਡੀ ਜਿਹੜੀ ਹੈ ਉਸ ਨੂੰ ਕਹਿੰਦੇ ਹਨ ਲਿੰਗ ਸਰੀਰ ਜਾਂ ਸੂਖਸ਼ਮ ਸਰੀਰ, ਜਾਂ ਜਿਹਨੂੰ ਸੋਲ ਜਾਂ ਰੋ ਕਹਿੰਦੇ ਹਾਂ, ਜਿਹੜਾ ਆਪਣੇ ਅੰਦਰਲਾ ਸਰੀਰ ਹੈ। ਸੋ ਅੰਦਰਲਾ ਸਰੀਰ ਜਿਹੜਾ ਹੈ ਇਹ ਵੀ ਜਿਹੜਾ ਹੈ, ਜਿਵੇਂ ਹੁਣ ਸਥੂਲ ਸਰੀਰ ਜਿਹੜਾ ਹੈ ਉਹ 5 ਤੱਤਾਂ ਤੋਂ ਬਣਿਆ, ਇਹ ਜਿਹੜਾ ਲਿੰਗ ਸਰੀਰ ਹੈ ਇਹ ਜਿਹੜਾ ਵੀ ਜਿਹੜਾ ਹਨ 17 ਤੱਤਾਂ ਤੋਂ ਬਣਿਆ। ਹੁਣ ਇਹ ਰੋ ਅੰਦਰ ਜਿਹੜਾ ਆਪਣਾ ਸੋਲ ਹੈ ਇਹ ਵੀ ਇੱਕ ਬਾਡੀ ਹੈ, ਇਹ ਆਤਮਾ ਨਹੀਂ ਹੈ। ਇਹਨੂੰ ਕਿਤੇ ਵੀ ਕਨਫਿਊਜ਼ ਨਾ ਕਰੋ ਆਤਮਾ ਦੇ ਨਾਲ। ਆਤਮਾ ਬਿਲਕੁਲ ਇਹ ਤਿੰਨਾਂ ਤੋਂ ਵੱਖਰੀ ਹੈ। ਸੋ ਇਹ ਜਿਹੜਾ ਹਨ, ਇਹ ਜਿਹੜਾ ਸੂਖਸ਼ਮ ਸਰੀਰ ਰੋ ਹੈ ਇਹ ਵੀ ਇੱਕ ਸਰੀਰ ਹੈ। ਤਿਹ ਸਰੂਪ ਬਰਨੋ ਸੁਨ ਸੋਏ। ਦੇਖੋ ਇਹ ਸਰੂਪ ਨੂੰ ਅਸੀਂ ਤੁਹਾਨੂੰ ਦੱਸਣ ਲੱਗੇ ਹਾਂ ਵੀ ਇਹ ਸਰੀਰ ਜਿਹੜਾ ਲਿੰਗ ਸਰੀਰ ਹੈ ਨਾ, ਜਿਹੜਾ ਸੂਖਸ਼ਮ ਸਰੀਰ ਹੈ, ਜਿਹੜੀ ਰੋ ਹੈ, ਜਿਹੜਾ ਸੋਲ ਹੈ, ਇਹਦੇ ਬਾਰੇ ਤੁਹਾਨੂੰ ਦੱਸਦੇ ਹਾਂ। 10 ਇੰਦਰਾ ਹੈ ਕਰਮ ਜੈ ਗਿਆਨਾ। ਦੇਖੋ ਹੁਣ ਇਹ ਸੋਲ ਜਿਹੜਾ ਹੈ ਇਹਦੇ ਵਿੱਚ ਜਿਵੇਂ ਆਪਾਂ ਕਹਿੰਦੇ 17 ਤੱਤ ਆ ਨਾ, ਹੁਣ ਇਹਦੇ ਵਿੱਚ 17 ਤੱਤ ਜਿਹੜੇ ਹਨ ਸੂਖਸ਼ਮ ਤੱਤ ਨੇ, ਬਿਕੋਜ਼ ਸੂਖਸ਼ਮ ਸਰੀਰ ਹੈ। ਸੂਖਸ਼ਮ ਸਰੀਰ ਦੇ ਵਿੱਚ ਸੂਖਸ਼ਮ ਹੀ ਤੱਤ ਹੋਣੇ ਹਨ। ਇਹ ਸੂਖਸ਼ਮ ਤੱਤ ਜਿਹੜੇ ਨੇ ਇਹਦੇ ਵਿੱਚ ਪਹਿਲੇ ਆਉਂਦੇ ਨੇ 5 ਗਿਆਨ ਇੰਦਰੇ ਤੇ 5 ਕਰਮ ਇੰਦਰੇ। 5 ਗਿਆਨ ਇੰਦਰੇ ਜਿਹੜੇ ਹਨ ਉਹ ਕਿਹੜੇ ਹਨ? ਸੋ ਉਹ 5 ਗਿਆਨ ਇੰਦਰੇ ਇਹ ਹਨ ਕਿ ਅੱਖਾਂ ਹੋ ਗਈਆਂ, ਕੰਨ ਹੋ ਗਏ, ਨੱਕ ਹੋ ਗਿਆ, ਜੀਭ ਹੋ ਗਈ ਤੇ ਫਿਰ ਚਮੜੀ ਹੋ ਗਈ। ਇਹ ਹੋ ਗਏ ਜੀ ਗਿਆਨ ਇੰਦਰੇ। ਕਰਮ ਇੰਦਰੇ ਜਿਹੜੇ ਹਨ ਉਹ ਕਿਹੜੇ ਹਨ? ਜਿਹੜੇ ਹਨ ਮੂੰਹ ਹੋ ਗਿਆ, ਜਿਹਦੇ ਨਾਲ ਆਪਾਂ ਖਾਂਦੇ ਹਾਂ, ਇਹ ਹੋ ਗਿਆ। ਦੂਸਰਾ ਜਿਹੜਾ ਹੈ ਆਪਣੇ ਹੱਥ ਹੋਏ, ਜਿਹਦੇ ਨਾਲ ਕੰਮ ਕਰਦੇ ਹਾਂ। ਇਹ ਲੱਤਾਂ ਤੇ ਪੈਰ ਹੋ ਗਏ, ਜਿਹਦੇ ਨਾਲ ਤੁਰਦੇ ਹਾਂ। ਫਿਰ ਜਿਹਦੇ ਨਾਲ ਯੂਰੀਨ ਕਰਦੇ ਹਾਂ, ਜਿਨ੍ਹਾਂ ਦੇ ਨਾਲ ਪਾਸ ਮੋਸ਼ਨ ਕਰਦੇ ਹਾਂ, ਉਹ 2 ਅੰਗ ਉਹ ਹੋ ਗਏ। ਸੋ ਇਹ ਹੋ ਗਏ ਜੀ 10। ਹੁਣ ਇਹ 10 ਬਾਰੇ ਵੀ ਇੱਕ ਵਿਚਾਰ ਹੈ। ਹੁਣ ਇਹ ਜਿਹੜੇ ਗਿਆਨ ਇੰਦਰੇ ਤੇ ਕਰਮ ਇੰਦਰੇ ਹੁੰਦੇ ਨੇ, ਫਿਜ਼ੀਕਲੀ ਜਦੋਂ ਆਪਾਂ ਜਿਉਂਦੇ ਹਾਂ ਆਪਾਂ ਨੂੰ ਇਹ ਫਿਜ਼ੀਕਲੀ ਆਪਾਂ ਨੂੰ ਦਿਸਦੇ ਨੇ ਵੀ ਮੇਰੇ ਹੱਥ ਨੇ, ਮੇਰੇ ਪੈਰ ਨੇ, ਮੇਰਾ ਮੂੰਹ ਹੈ, ਮੇਰੀ ਲਿੰਗ ਹੈ ਜਾਂ ਮੇਰਾ ਗੁਦਾ ਹੈ, ਪਤਾ ਲੱਗਦਾ। ਅੱਖਾਂ ਫਿਜ਼ੀਕਲ ਅੱਖਾਂ ਨੇ। ਪਰ ਜਦੋਂ ਬੰਦਾ ਮਰਦਾ ਹੈ ਨਾ, ਜਦੋਂ ਸੋਲ ਅੰਦਰੋਂ ਨਿਕਲਦੀ ਹੈ ਜਾਂ ਸੋਲ ਜਿਉਂਦੇ ਜੀ ਵੀ ਅੰਦਰ ਹੁੰਦੀ ਹੈ, ਉਹ ਸੋਲ ਜਿਹੜੀ ਹੁੰਦੀ ਹੈ ਉਹਦੇ ਵਿੱਚ ਇਹਦਾ ਰਿਫਲੈਕਸ਼ਨ ਪੈ ਜਾਂਦਾ ਹੈ। ਅ ਪਰਮਨੈਂਟ ਜਿਹੜਾ ਹਨ ਉਹ ਇੰਪ੍ਰਿੰਟ ਹੋ ਜਾਂਦਾ ਇਹਦੇ ਉੱਤੇ। ਸੋ ਸੋਲ ਦੇ ਵਿੱਚ ਵੀ ਇਹ ਚੀਜ਼ਾਂ ਦੀ ਕੈਪੇਬਿਲਿਟੀ ਆ ਜਾਂਦੀ ਹੈ। ਹੁਣ ਜਿਵੇਂ ਸੁਪਨੇ ਵਿੱਚ ਆਪਾਂ ਸੁਪਨਾ ਦੇਖਦੇ ਹਾਂ ਬਿਨਾਂ ਅੱਖਾਂ ਤੋਂ, ਉਹ ਕਿਵੇਂ ਹੋ ਗਿਆ? ਆਪਾਂ ਸੁਣਦੇ ਹਾਂ ਸੁਪਨੇ ਵਿੱਚ ਤੇ ਬਿਨਾਂ ਕੰਨਾਂ ਤੋਂ ਸੁਣਦੇ ਹਾਂ। ਸੋ ਇਹੀ ਚੀਜ਼ ਹੈ, ਉਹ ਆਪਣੀ ਸੋਲ ਵਿੱਚ ਉਹ ਕੈਪੇਬਿਲਿਟੀ ਹੈਗੀ ਹੈ। ਸੋ ਹੁਣ ਇਹ ਜਿਹੜੀ ਹੈ ਇਹਦੇ ਬਾਰੇ, ਇਹ ਜਿਹੜੇ ਕਰਮ ਇੰਦਰੇ ਤੇ ਜਿਹੜੇ ਗਿਆਨ ਇੰਦਰੇ, ਇਹਦੇ ਬਾਰੇ ਜਿਹੜਾ ਹੈ ਦੇਖੋ 3 ਕੈਟੇਗਰੀਜ਼ ਇਹਦੀਆਂ ਬਣਦੀਆਂ ਹਨ। ਪਹਿਲੀ ਹੁੰਦੀ ਹੈ ਅਧਿਆਤਮਕ। ਅਧਿਆਤਮਕ ਹੁੰਦੀ ਹੈ ਰਜੋਗੁਣ, ਜਿਹੜਾ ਮਾਇਆ ਦਾ ਪਹਿਲਾ ਗੁਣ ਹੈ ਨਾ ਰਜੋਗੁਣ, ਉਹ ਗੁਣ ਹੈ ਰਜੋਗੁਣ। ਤੇ ਇਹਦਾ ਜਿਹੜਾ ਹੈ, ਇਹ ਜਿਹੜਾ ਇੰਦਰੀਆਂ ਹੁੰਦੀਆਂ ਨੇ, ਇਹਦਾ ਜਿਵੇਂ ਇਹ ਮੰਨ ਲਓ ਇਹਦਾ ਫਿਜ਼ੀਕਲ ਰੂਪ ਜਾਂ ਇਹਦਾ ਜਿਹੜਾ ਹੈ ਇਨਸਟਰੂਮੈਂਟ ਜਿਹੜਾ ਹੈ ਉਹ ਕੀ ਹੈ? ਦੇਖੋ ਹੁਣ ਜਿਹੜੇ ਕੰਨ ਨੇ, ਫਿਰ ਜਿਹੜੀ ਤੂਚਾ ਆਪਣੀ ਸਕਿਨ ਹੈ, ਤੀਜਾ ਹੋ ਗਿਆ ਆਪਣੀਆਂ ਅੱਖਾਂ, ਜਿਹੜੀ ਟੰਗ, ਰਸਨਾ, ਤੇ ਹੋ ਗਿਆ ਨਾਸਕਾਂ, ਨੱਕ। ਹੁਣ ਇਹਦਾ ਦੂਜਾ ਰੂਪ ਹੈ ਅਦਭੂਤਕ। ਅਦਭੂਤਕ ਜਿਹੜਾ ਹੈ ਇਹਦਾ ਵਿਸ਼ਾ, ਇਹਦਾ ਡਿਜ਼ਾਇਰ ਜਾਂ ਇਹਦਾ ਜਿਹੜਾ ਕੰਮ ਹੈ, ਇਹ ਕਰਦਾ ਕੀ ਹੈ? ਇਹਨੂੰ ਆਪਾਂ ਤਮੋ ਗੁਣ ਕਹਿੰਦੇ। ਇਹ ਤਮੋ ਗੁਣ ਵਿੱਚ ਆ ਜਾਂਦਾ ਹੈ। ਹੁਣ ਦੇਖੋ ਜਿਹੜੇ ਕੰਨ ਨੇ ਇਹ ਸੁਣਦੇ ਨੇ, ਜਿਹੜੀ ਸਕਿਨ ਹੈ ਇਹ ਟੱਚ ਕਰਦੀ ਹੈ। ਸੋ ਤੀਜਾ ਜਿਹੜਾ ਨੇਤਰ ਹੈ ਇਹਦਾ ਵਿਸ਼ਾ ਕੀ ਹੈ? ਰੂਪ, ਇਹ ਦੇਖਦਾ ਹੈ। ਸੋ ਜਿਹੜਾ ਰਸਨਾ ਹੈ ਇਹਦਾ ਰਸ ਕੀ? ਇਹ ਰਸ ਲੈਂਦੀ ਹੈ ਖਾਣੇ ਦਾ। ਤੇ ਫਿਰ ਜਿਹੜਾ ਹਨ ਜਿਹੜੀ ਨਾਸਕਾ ਹੈ ਇਹ ਗੰਧ ਹੈ, ਇਹ ਜਿਹੜਾ ਹਨ ਵਾਸ਼ਨਾ, ਦੁਰਗੰਧੀ, ਸੁਗੰਧੀ ਸੁੰਘਦਾ ਹੈ। ਇਹਦਾ ਤੀਜਾ ਕੈਟੇਗਰੀ ਕੀ ਹੈ? ਅਦਵੈਤਕ। ਅਦਵੈਤਕ ਕੀ ਹੈ? ਜਿਹੜਾ ਐਕਸਟਰਨਲ ਆਪਰੇਟਿੰਗ ਜਿਹੜਾ ਸਪੋਰਟ ਹੈ ਇਸ ਦਾ। ਸੋ ਜਿਵੇਂ ਹੁਣ ਇਹ ਸਰੀਰ ਦੇ ਵਿੱਚ ਇਹ 2 ਤਾਂ ਜਿਹੜੇ ਸੀ ਨਾ, ਰਜੋ ਗੁਣ ਸੀ ਜਾਂ ਤਮੋ ਗੁਣ ਸੀ, ਇਹ ਤਾਂ ਸਰੀਰ ਦੇ ਵਿੱਚ ਹੈ। ਇਹਦਾ ਅੰਦਰੋਂ ਅਹਿਸਾਸ, ਇਹਦੀ ਅੰਦਰੋਂ ਅੰਡਰਸਟੈਂਡਿੰਗ ਹੈ। ਹੁਣ ਬਾਹਰਲਾ ਜਿਹੜੀ ਚੀਜ਼ ਐਕਸਟਰਨਲੀ ਇਹਨੂੰ ਸਪੋਰਟ ਕਰਦੀ ਹੈ, ਜੋ ਇਹਦੀਆਂ ਜਿਹੜੀਆਂ ਸੈਂਸਸ ਨੂੰ ਕੰਮ ਕਰਨ ਵਾਸਤੇ। ਹੁਣ ਜਿਹੜੇ ਸਰੋਤ ਨੇ ਜਾਂ ਦੇਖਣ ਦੀ ਜਿਹੜੀ ਜਿਹੜਾ ਹਨ, ਜਿਹੜੇ ਕੰਨ ਨੇ ਜਿਹਦੇ ਨਾਲ ਆਪਾਂ ਸੁਣਦੇ ਹਾਂ, ਉਹਦਾ ਕੀ ਹੈ? ਦਿਸ਼ਾ, ਤੁਹਾਨੂੰ ਡਾਇਰੈਕਸ਼ਨ ਚਾਹੀਦਾ ਹੈ। ਹੁਣ ਦੇਖੋ ਜੇ ਆਪਾਂ ਸੁਣਦੇ ਹਾਂ, ਆਪਾਂ ਨੂੰ ਡਾਇਰੈਕਸ਼ਨ ਦਾ ਨਾ ਪਤਾ ਹੋਵੇ ਤਾਂ ਪਤਾ ਕਿਵੇਂ ਲੱਗੇ ਕਿਹੜੀ ਆਵਾਜ਼ ਆ ਰਹੀ ਹੈ, ਕਿਹੜੇ ਪਾਸੇ ਦੀ ਆਪਾਂ ਸੁਣਨੀ ਹੈ, ਕਿਹੜੇ ਪਾਸੇ ਦੀ ਆਪਾਂ ਨਹੀਂ ਸੁਣਨੀ। ਸੋ ਇਹ ਡਾਇਰੈਕਸ਼ਨ। ਦੂਜਾ ਹੋ ਗਿਆ ਜਿਹੜਾ ਹੈ ਤੁਚਾ ਦਾ, ਸਕਿਨ ਦਾ, ਉਹ ਹੋ ਗਿਆ ਪਵਨ, ਹਵਾ। ਹਵਾ ਦੇ ਕਰਕੇ ਹੀ ਆਪਾਂ ਫੀਲ ਕਰ ਸਕਦੇ ਹਾਂ ਤੱਤਾ, ਠੰਡਾ, ਗਰਮੀ, ਸਰਦੀ। ਸੋ ਉਹ ਹੋ ਗਿਆ ਨੇਤਰ। ਜਿਹੜੇ ਅੱਖਾਂ ਨੇ ਉਹ ਦੇਖਦੇ ਆ ਐਕਸਟਰਨਲੀ ਕੀ ਆ? ਸੂਰਜ, ਚਾਨਣ, ਤੁਹਾਨੂੰ ਚਾਨਣ ਚਾਹੀਦਾ, ਹਨੇਰੇ 'ਚ ਤਾਂ ਨਹੀਂ ਦਿਸਦਾ ਕੁਝ, ਚਾਨਣ 'ਚ ਦਿਸੇਗਾ।
ਫਿਰ ਅੱਗੇ ਹੋ ਗਿਆ ਜਿਹੜਾ ਰਸਨਾ ਹੈ। ਰਸਨਾ ਹੈਗਾ ਜਿਹੜਾ ਟੇਸਟ ਬਡਸ ਨੇ, ਜਿਹੜੇ ਅੰਦਰ ਪਾਣੀ ਹੈ, ਪਾਣੀ ਰੂਪ ਵਿੱਚ ਟੇਸਟ ਬਡਸ ਨੇ, ਉਹਦੇ ਕਰਕੇ ਸਵਾਦ ਦਾ ਪਤਾ ਲੱਗਦਾ। ਜੇ ਉਹ ਨਾ ਹੋਵੇ ਤਾਂ ਸਵਾਦ ਦਾ ਕਿਵੇਂ ਪਤਾ ਲੱਗੇਗਾ। ਫਿਰ ਹੋ ਗਿਆ ਜੀ ਨੱਕ। ਹੁਣ ਨੱਕ ਜਿਹੜਾ ਹੈ ਇਹ ਕਿਵੇਂ ਚੱਲਦਾ ਹੈ, ਇਹ ਧਰਤੀ ਕਰਕੇ, ਇਹ ਧਰਤੀ ਦਾ ਇਹਦਾ ਜਿਹੜਾ ਸਪੋਰਟ ਹੈ, ਤਾਂ ਹੀ ਇਹਨੂੰ ਜਿਹੜਾ ਹਨ ਇਹਦੇ ਕਰਕੇ ਹੀ ਇਹ ਸੁਗੰਧੀ ਤੇ ਦੁਰਗੰਧੀ ਦਾ ਡਿਫਰੈਂਸ ਕਰ ਸਕਦਾ ਹੈ। ਸੋ ਇਹ ਹੋ ਗਏ ਜੀ 3। ਸੋ ਇਸੇ ਤਰ੍ਹਾਂ ਹੀ ਗਿਆਨ ਇੰਦਰੀ ਨੇ। ਹੁਣ ਗਿਆਨ ਇੰਦਰੀ ਜਿਹਦੇ ਅਧਿਆਤਮਕ ਜਿਹੜਾ ਰਜੋ ਗੁਣ ਹੈ, ਜਿਹੜੀ ਇੰਦਰੀ ਹੈ, ਸੋ ਚਲੋ ਜਿਹੜਾ ਹਨ ਵਾਕ, ਮੂੰਹ ਜਿਹੜਾ ਬੋਲਣਾ ਹੈ, ਖਾਣਾ ਖਾਣਾ ਹੈ, ਹਾਂਜੀ। ਫਿਰ ਦੂਜਾ ਹੋ ਗਿਆ ਹੱਥਾਂ ਨਾਲ ਕੰਮ ਕਰਨਾ ਹੈ, ਪੈਰਾਂ ਨਾਲ ਤੁਰਨਾ ਹੈ, ਲਿੰਗ ਜਿਹੜੀ ਹੁੰਦੀ ਹੈ ਉਹਦੇ ਨਾਲ ਪਿਸ਼ਾਬ ਕਰਨਾ, ਸੋ ਜਿਹੜਾ ਗੁਦਾ ਹੁੰਦਾ ਉਹਦੇ ਨਾਲ ਪਾਸ ਮੋਸ਼ਨ ਕਰਨਾ। ਸੋ ਇਹ ਹੋ ਗਿਆ ਇਹਦਾ ਅਦਭੁਤਕ ਜਿਹੜਾ ਦੂਜਾ ਰੂਪ ਹੈ ਤਮੋ ਗੁਣ, ਜਿਹਦਾ ਵਿਸ਼ਾ ਹੈ। ਹੁਣ ਵਿਸ਼ਾ ਜਿਹੜਾ ਹੈ ਉਹ ਕੀ ਹੈ, ਦੇਖੋ ਮੂੰਹ ਨੇ ਬਚਨ ਬੋਲਣੇ ਨੇ, ਮੂੰਹ ਨੇ ਖਾਣਾ ਹੈ, ਹੋ ਗਿਆ। ਸੋ ਹੱਥਾਂ ਨੇ ਫੜਨਾ ਹੈ, ਕੁਝ ਚੀਜ਼ ਨੂੰ ਜਿਹੜਾ ਹੋਲਡ ਕਰਨਾ ਹੈ, ਪੈਰਾਂ ਨਾਲ ਲੱਤਾਂ ਨਾਲ ਆਪਾਂ ਚੱਲਣਾ ਹੈ। ਆਪਣੀ ਐਕਟੀਵਿਟੀ ਕੀ ਹੈ, ਯੂ ਆਰ ਵਾਕਿੰਗ, ਤੁਸੀਂ ਤੁਰ ਸਕਦੇ ਹੋ। ਫੇਰ ਹੋ ਗਿਆ ਜੀ ਲਿੰਗ ਆਨੰਦ ਹੋ ਗਿਆ। ਤੇ ਗੁਦਾ ਕੀ ਹੈ, ਮਲ, ਜੋ ਮੈਲ ਅੰਦਰੋਂ ਕੱਢਣੀ ਹੈ। ਹੁਣ ਇਹਦਾ ਤੀਜਾ ਕੀ ਹੈ, ਅਦਵੈਦਿਕ ਰੂਪ ਕੀ ਹੈ, ਜੋ ਕਿ ਸਤੋ ਗੁਣ ਹੈ। ਸੋ ਇਹਨੂੰ ਬਾਹਰਲੀ ਐਕਸਟਰਨਲ ਸਪੋਰਟਿੰਗ ਜਿਹੜਾ ਨੇਚਰ ਹੈ ਉਹ ਕੀ ਹੈ, ਕਹਿੰਦੇ ਉਹ ਇਹ ਹੈ ਕਿ ਜਿਹੜਾ ਕਿ ਆਪਾਂ ਮੂੰਹ ਹੈ ਇਹ ਅੱਗ ਹੈ। ਅੱਗ ਦਾ ਜਿਹੜਾ ਹਨ ਕੈਰੈਕਟਰਿਸਟਿਕ ਕਰਕੇ ਹੀ ਆਪਾਂ ਖਾਂਦੇ ਹਾਂ, ਅੱਗ ਕਰਕੇ ਹੀ ਉਸਦੇ ਪਾਣੀ ਜਿਹੜਾ ਹਨ ਟੇਸਟ ਬਡਸ ਜਿਹੜੇ ਹਨ ਉਹ ਕੰਮ ਕਰਦੇ ਨੇ। ਦੂਸਰਾ ਇਹ ਹੈ ਕਿ ਜਿਹੜਾ ਹਨ ਹੱਥ ਕੀ ਹੈ, ਇੰਦਰ। ਸੋ ਇੰਦਰ ਜਿਹੜਾ ਹੈ ਇਸਦਾ ਜਿਹੜਾ ਹੈ ਉਹ ਜਿਹੜੀ ਪਕੜ ਹੈ, ਕਿਉਂਕਿ ਸ਼ਕਤੀ ਹੈ ਨਾ, ਆਪਾਂ ਆਪਣੇ ਹੱਥ ਨੂੰ ਲਾਉਣਾ ਤੇ ਪਕੜ ਕਰਨੀ, ਹੋਲਡ ਕਰਨਾ ਹੈ। ਫਿਰ ਇਹਦੇ ਵਿੱਚ ਆ ਗਿਆ ਜੀ ਜਿਹੜਾ ਚੱਲਣਾ, ਉਹਦੇ ਵਿੱਚ ਵਿਸ਼ਨ ਹੈ। ਵਿਸ਼ਨ ਜਿਹੜਾ ਹੈ ਕਿਉਂਕਿ ਉਹ ਪ੍ਰਤਿਪਾਲਨਾ ਕਰਨ ਵਾਲਾ ਦੇਵਤਾ ਹੈ। ਹੁਣ ਉਹ ਵਿਸ਼ਨ ਜਿਹੜਾ ਹੈ ਉਹਦੇ ਕਰਕੇ ਹੀ ਸੰਸਾਰ ਦੀ ਜੀ ਪਾਲਣਾ ਹੁੰਦੀ ਹੈ। ਸੋ ਜਿੰਨੀ ਐਕਟੀਵਿਟੀ ਇਹ ਸਾਰੇ ਕਾਸਮੋਸ ਦੀ ਹੁੰਦੀ ਹੈ ਉਹਦੇ ਕਰਕੇ ਹੁੰਦੀ ਆ ਨਾ, ਉਹ ਕਰਕੇ ਪਾਲਣਾ ਕਰ ਰਿਹਾ ਨਾ, ਆਪਣੇ ਆਪ ਸੈਲਫ ਸਸਟੇਨ ਹੋ ਰਿਹਾ ਹੈ। ਸੋ ਇਸ ਪ੍ਰਕਾਰ ਕਰਕੇ ਜਿਹੜਾ ਕਿ ਆਪਣਾ ਲਿੰਗ ਹੈ ਉਹ ਪ੍ਰਜਾਪਤ ਹੈ, ਤੇ ਜਿਹੜਾ ਗੁਦਾ ਹੈ ਜਿੱਥੋਂ ਆਪਣਾ ਜਿਹੜਾ ਪਾਸ ਮੋਸ਼ਨ ਹੁੰਦਾ ਹੈ ਉਹ ਹੋ ਗਿਆ ਜੀ ਮਿਰਤ, ਉਹ ਹੈਗੀ ਮੌਤ। ਸੋ ਇਹ ਸਾਰੇ ਜਿਹੜੇ ਵਿਸ਼ੇ ਹਨ। ਸੁਣ ਇਹ ਹੋ ਗਏ ਜੀ, ਵਾਪਸ ਆਪਾਂ ਆਈਏ ਲਿੰਗ ਸਰੀਰ ਤੇ। ਸੂਖਸ਼ਮ ਸਰੀਰ ਦੇ ਵਿੱਚ ਇਹਨਾਂ ਦਾ ਆਭਾਸ ਪੈਂਦਾ ਹੈ। ਦੈਟ ਮੀਨਸ ਇਹ ਚੀਜ਼ਾਂ ਦਾ ਹਜੇ ਫੀਲ ਹੁੰਦਾ ਹੈ। ਇਸੇ ਕਰਕੇ ਲੋਕ ਕਹਿੰਦੇ ਨੇ ਵੀ ਜਦੋਂ ਆਪਾਂ ਹੈਵਨ ਨੂੰ ਜਾਂਦੇ ਹਾਂ ਜਾਂ ਆਪਾਂ ਹੈਲ ਨੂੰ ਜਾਂਦੇ ਹਾਂ, ਸਰੀਰ ਤਾਂ ਧਰਤੀ ਤੇ ਇੱਥੇ ਹੀ ਰਹਿ ਗਿਆ। ਲੋਕਾਂ ਨੇ ਇੱਥੇ ਕਈਆਂ ਨੇ ਬਰੀ ਕਰਤਾ, ਕਿੰਨਾਂ ਨੇ ਸਾੜ ਦਿੱਤਾ, ਪਰ ਅਸਲ ਜਿਹੜਾ ਹੈ ਉੱਥੇ ਜਾ ਕੇ ਪੇਨ ਕੌਣ ਸਹਾਰਦਾ ਹੈ, ਕੌਣ ਹੈਲ ਦੀਆਂ ਪਨਿਸ਼ਮੈਂਟਸ ਲੈਂਦਾ ਹੈ, ਕੌਣ ਹੈਵਨ ਦੀਆਂ ਪਲੇਜਰਸ ਜਿਹੜਾ ਫੀਲ ਕਰਦਾ ਹੈ। ਇਸੇ ਕਰਕੇ ਤਾਂ ਹੁੰਦਾ ਹੈ ਨਾ, ਕਿਉਂਕਿ ਇਹ ਸੋਲ ਸਭ ਕੁਝ ਦੇਖ ਸਕਦੀ ਹੈ, ਸੁਣ ਸਕਦੀ ਹੈ, ਫੀਲ ਕਰ ਸਕਦੀ ਹੈ। ਪੰਜ ਭੂਤ ਤਨ ਮਾਤਰਾ ਜਾਨਾ। ਹਾਂ, ਇਸ ਕਰਕੇ ਜਿਹੜੀਆਂ ਹਨ ਫਿਰ ਇਹਦੇ ਵਿੱਚ ਪੰਜ ਭੂਤ ਕਹਿਣਗੇ। ਫਿਰ ਜਿਹੜੇ ਸ਼ਬਦ ਸਪਰਸ਼ ਰਸ ਤੇ ਰੂਪ ਤੇ ਗੰਧ ਤੁਸੀਂ ਸੁਣ ਲਿਆ। ਹੁਣ ਇਹਦੇ ਵਿੱਚ ਇਹਦਾ ਜਿਹੜਾ ਉਲਟ ਇਹਦਾ ਜਿਹੜਾ ਇੱਕ ਹੋਰ ਵੀ ਹੈ, ਜਿਹਦੇ ਵਿੱਚ ਪੰਜ ਪ੍ਰਾਣ ਮੰਨੇ ਹਨ। ਪੰਜ ਪ੍ਰਾਣ ਜਿਹੜੇ ਹਨ, ਪ੍ਰਾਣ, ਅਪਾਨ, ਬਿਆਨ, ਉਦਿਆਨ ਤੇ ਸਮਾਨ। ਹੁਣ ਦੇਖੋ ਪੰਜ ਜਿਹੜੇ ਪ੍ਰਾਣ ਕੀ ਹੁੰਦੇ ਨੇ, ਲਾਈਫ ਫੋਰਸਸ ਹੁੰਦੇ ਤਾਂ 10 ਨੇ, ਪਰ ਇੱਥੇ ਜਿਹੜਾ ਹਨ ਲਿੰਗ, ਜਿਹੜਾ ਆਪਣੇ ਲਿੰਗ ਸਰੀਰ ਦੇ ਵਿੱਚ, ਸੂਖਸ਼ਮ ਸਰੀਰ ਦੇ ਵਿੱਚ ਪੰਜੇ ਆਉਂਦੇ ਨੇ। ਪਹਿਲਾ ਹੈ ਪ੍ਰਾਣ, ਉਹ ਹੱਡ ਦੇ ਵਿੱਚ ਹੈ, ਜਿਹਦੇ ਕਰਕੇ ਹੱਡ ਆਪਣੇ ਆਪ ਪੰਪ ਕਰ ਰਿਹਾ ਹੈ, ਉਹ ਲਾਈਫ ਹੈ। ਉਹ ਲਾਈਫ ਨੂੰ ਹੁਣ ਤੁਸੀਂ ਡਿਟੇਲ ਵਿੱਚ ਦੇਖ ਰਹੇ ਹੋ, ਆਤਮਾ ਕਿਵੇਂ ਆਪਣੇ ਸਰੀਰ ਨੂੰ ਚਲਾ ਰਹੀ ਹੈ, ਉਹਦੇ ਵਿੱਚ ਪ੍ਰਾਣ ਹੈ, ਹੱਡ ਦੇ ਵਿੱਚ ਰਹਿੰਦਾ ਹੈ। ਦੂਸਰਾ ਹੈ ਅਪਾਨ, ਜਿਹੜਾ ਕਿ ਐਨਸ ਦੇ ਵਿੱਚ ਹੁੰਦਾ ਹੈ, ਆਪਣੇ ਗੁਦਾ ਵਿੱਚ ਹੁੰਦਾ ਹੈ। ਤੀਜਾ ਜਿਹੜਾ ਹੈ ਜਿਹਨੂੰ ਬਿਆਨ ਕਹਿੰਦੇ ਹਾਂ, ਜਿਹੜਾ ਕਿ ਸਾਰੀ ਬੋਡੀ ਵਿੱਚ ਰਹਿੰਦਾ ਹੈ, ਜਿਹੜਾ ਸਾਰੀ ਬੋਡੀ ਦੀ ਹਲਕਤ ਕਰਾਉਂਦਾ ਹੈ। ਉਦਿਆਨ ਕੀ ਹੈ, ਜਿਹੜਾ ਇੱਥੇ ਥ੍ਰੋਟ ਵਿੱਚ ਹੈ, ਆਪਣੇ ਗਲੇ ਦੇ ਵਿੱਚ ਹੈ। ਤੇ ਪੰਜਵਾਂ ਜਿਹੜਾ ਸਮਾਨ ਹੈ, ਜੋ ਆਪਣਾ ਜਿਹੜਾ ਨੈਵਲ ਬਟਨ ਹੈ, ਜਿਹੜਾ ਹੈ ਧੁੰਨੀ ਕਹਿ ਲਈਏ। ਸੋ ਇਸ ਤੋਂ ਇਲਾਵਾ ਦੇਖੋ ਇਹ ਤਾਂ ਪੰਜ ਜਿਹੜੇ ਆਪਣੇ ਲਿੰਗ ਸਰੀਰ ਦੇ ਵਿੱਚ ਨੇ, ਪਰ ਜਦੋਂ ਆਪਾਂ ਫਿਜ਼ੀਕਲ ਰੂਪ ਦੇ ਵਿੱਚ ਹਾਂ, ਇਹ ਜਿਹੜੇ ਹਨ 10 ਹੁੰਦੇ ਨੇ। ਤੇ ਛੇਵਾਂ ਜਿਹੜਾ ਨਾਗ ਹੈ, ਜਿਹਦੇ ਕਰਕੇ ਬਰਪ ਆਉਂਦੇ ਨੇ, ਜਿਹੜਾ ਢਕਾਰ ਜਿਹਨੂੰ ਆਪਾਂ ਕਹਿ ਦਿੰਦੇ ਹਾਂ। ਫਿਰ ਅੱਗੇ ਆਉਂਦਾ ਕੁਰਮ ਜਿਹੜਾ ਹੈ ਉਹਦੇ ਨਾਲ ਅੱਖਾਂ ਖੁੱਲਦੀਆਂ ਤੇ ਬੰਦ ਹੁੰਦੀਆਂ, ਫਲਿੱਕਰ ਹੁੰਦੀਆਂ ਹਨ। ਤੋ ਜਿਹੜਾ ਅੱਗੇ ਜਿਹੜਾ ਹੈ 8ਵਾਂ ਕਿਰਕਲ, ਜਿਹਦੇ ਕਰਕੇ ਭੁੱਖ ਤੇ ਤ੍ਰੇਹ ਲੱਗਦੀ ਹੈ। 9ਵਾਂ ਜਿਹੜਾ ਦੇਵਦੱਤ ਹੈ, ਜਿਹਦੇ ਕਰਕੇ ਉਬਾਸੀ ਯੋਨਿੰਗ ਹੁੰਦੀ ਹੈ, ਜਿਹਦੇ ਕਰਕੇ ਆਪਾਂ ਉਬਾਸੀਆਂ ਲੈਂਦੇ ਹਾਂ। ਤੇ ਧਨਿਜੈ ਜਿਹੜਾ ਪ੍ਰਾਣ ਹੈ, ਇਹ ਕੀ ਕਰਦਾ ਹੈ, ਜਦੋਂ ਵਿੱਚੋਂ ਆਤਮਾ ਨਿਕਲ ਜਾਂਦੀ ਹੈ ਨਾ, ਇਹ ਧਨਿਜੈ ਜਿਹੜਾ ਹੈ ਇਹ ਬੋਡੀ ਨੂੰ ਫੈਲਾ ਦਿੰਦਾ ਹੈ, ਫਲੋਟ ਕਰ ਦਿੰਦਾ ਹੈ, ਬਲੋਟਿੰਗ ਹੋ ਜਾਂਦੀ ਹੈ ਬੋਡੀ।
ਸੋ ਇਸ ਪ੍ਰਕਾਰ ਕਰਕੇ 10 ਨੇ, ਪਰ ਲਿੰਗ ਸਰੀਰ ਵਿੱਚ ਹੁਣ 5 ਲੈਣੇ ਆਪਾਂ, ਪਹਿਲੇ ਜਿਹੜੇ 5 ਲਏ ਸਨ। ਮਨ ਬੁੱਧ 17 ਤਤ ਜੋ ਇਹ ਫਿਰ ਇੱਕ ਮਨ ਹੋ ਗਿਆ, ਇੱਕ ਬੁੱਧੀ ਹੋ ਗਈ। ਹੁਣ ਦੇਖੋ 5 ਗਿਆਨ ਇੰਦਰੀ, 5 ਕਰਮ ਇੰਦਰੀ, 5 ਪ੍ਰਾਣ ਤੇ ਮਨ ਤੇ ਬੁੱਧ, 17 ਹੋ ਗਏ, 17 ਹਨ ਸਾਰੇ। ਇਨ ਕੀ ਹੋਤ ਭਈ ਲਿੰਗ ਦੇਹੀ। ਹਾਂ, ਇਹ 17 ਦੀ ਇੱਕ ਲਿੰਗ ਸਰੀਰ ਬਣਦਾ ਹੈ, ਸੂਖਸ਼ਮ ਸਰੀਰ ਹੁੰਦਾ ਹੈ। ਕਰਮ ਸੁਭਾ ਸੁਭ ਫਲ ਕੋ ਪਾਏ। ਇਸ ਕਰਕੇ ਕਰਮ ਜਿਹੜੇ ਚੰਗੇ ਤੇ ਮਾੜੇ ਇੱਥੇ ਭੁਗਤੇ ਜਾਂਦੇ ਨੇ, ਇਸੇ ਕਰਕੇ ਅੱਗੇ ਵੀ ਹੈਵਨ ਐਂਡ ਹੈਲ ਵਿੱਚ ਭੁਗਤੇ ਜਾਂਦੇ ਨੇ ਇਹ ਕਰਮ, ਇਹ ਲਿੰਗ ਸਰੀਰ ਕਰਕੇ। ਲੋਕ ਪਰਲੋਕ ਹੈ ਆਵਹਿ ਜਾਏ। ਹਾਂ, ਹੁਣ ਦੇਖੋ ਕੌਣ ਆਉਂਦਾ ਤੇ ਕੌਣ ਜਾਂਦਾ ਹੈ। 1 ਜੂਨ ਤੋਂ 84 ਲੱਖ ਜੂਨਾਂ ਵਿੱਚ ਕੌਣ ਟਰੈਵਲ ਕਰਦਾ? ਇਹ ਸੂਖਸ਼ਮ ਸਰੀਰ। ਦੀ ਸਬਟਲ ਬੋਡੀ ਜਿਹੜੀ ਹੈ, ਇਹ ਸੋਲ ਜਿਹੜੀ ਹੈ, ਇਹ ਰੋਹ ਜਿਹੜੀ ਇਹ ਹੀ ਜਾਂਦੀ ਹੈ ਸਾਰੇ ਜਨਮਾਂ ਦੇ ਵਿੱਚ। ਇਨਕੋ ਕਰਤਾ ਔਰ ਪਰਮਾਨ ਹੋ। ਪਰ ਦੇਖੋ ਇਹਨੂੰ ਬਣਾਉਣ ਵਾਲਾ ਪਰਮਾਤਮਾ ਤਾਂ ਹੋਰ ਹੈ। ਕਾਰਨ ਤਨ ਤੇ ਨਾਮ ਪਛਾਨ ਹੋ। ਓਕੇ, ਹੁਣ ਇਹਨੂੰ ਬਣਾਉਣ ਵਾਲਾ ਕੌਣ ਹੈ? ਇੱਕ ਹੋਰ ਸਰੀਰ, ਤੀਜਾ ਸਰੀਰ ਹੈ ਜਿਹਨੂੰ ਕਾਰਨ ਸਰੀਰ ਕਹਿੰਦੇ ਆ, ਜਿਹਨੂੰ ਕਹਿੰਦੇ ਆ ਕੌਸਲ ਬੋਡੀ। ਹੁਣ ਕੌਸਲ ਬੋਡੀ ਜਿਹੜੀ ਹੈ, ਇਹ ਜਿਹੜੀ ਬੋਡੀ ਹੈ, ਇਹ ਸੂਖਸ਼ਮ ਸਰੀਰ ਸਬਟਲ ਬੋਡੀ ਨਾਲੋਂ ਵੀ ਛੋਟੀ ਬੋਡੀ ਹੈ। ਇਹਦਾ ਸਿਰਫ ਇੰਨਾ ਹੀ ਹੈ, ਇਹ ਜਿਹੜੀ ਕਾਰਨ ਬੋਡੀ ਹੈ, ਇਹਦੇ ਵਿੱਚ ਨਾ ਇੰਦਰੀ ਨੇ, ਨਾ ਕਰਮ ਇੰਦਰੀ, ਨਾ ਗਿਆਨ ਇੰਦਰੀ, ਆਲ ਮੀਨਿੰਗਲੈਸ। ਇਹਦੇ ਵਿੱਚ ਅਭਾਵ ਹੋ ਜਾਂਦਾ, ਇਹਦੇ ਵਿੱਚ ਹੰਕਾਰ ਵੀ ਨਹੀਂ ਹੈਗਾ। ਤੇਰਾ ਹੰਕਾਰ ਇਹਦੇ ਵਿੱਚ ਸਿਰਫ ਇੱਕ ਰਹਿ ਜਾਂਦਾ ਹੈ ਕਿ ਮੈਂ ਹਾਂ, ਆਈ ਐਮ, ਮੈਂ ਕੁਝ ਪਰਮਾਤਮਾ ਨਾਲੋਂ ਵੱਖਰਾ ਹਾਂ, ਆਈ ਐਮ ਡਿਫਰੈਂਟ ਫਰੋਮ ਦ ਕ੍ਰੀਏਟਰ। ਉਹ ਚੀਜ਼ ਆ, ਇੱਕੋ ਇੱਕ ਚੀਜ਼ ਇਹਦੇ ਅੰਦਰ, ਜਿਹਦੇ ਕਰਕੇ ਇਹ ਕਾਰਨ ਬਣਦਾ ਹੈ ਫॉर द सोल टू टेक अनदर बर्थ। ਇਹ ਇੱਕ ਕਾਰਨ ਬਣਦਾ ਹੈ। ਸੋ ਇਸ ਪ੍ਰਕਾਰ ਕਰਕੇ ਇਹ 3 ਸਰੀਰ ਜਿਹੜੇ ਹਨ, ਹੁਣ ਆਪਾਂ ਦੇਖ ਲਈਏ ਜਿਹੜਾ ਸਥੂਲ ਸਰੀਰ ਫਿਜ਼ੀਕਲ ਬੋਡੀ, ਜਿਹੜਾ ਹਨ ਸਬਟਲ ਬੋਡੀ ਜਿਹਨੂੰ ਸੂਖਸ਼ਮ ਸਰੀਰ ਕਹਿੰਦੇ ਆ, ਲਿੰਗ ਸਰੀਰ ਕਹਿੰਦੇ ਹਾਂ, ਜਾਂ ਕਾਰਨ ਸਰੀਰ ਕੌਸਲ ਬੋਡੀ। ਹੁਣ ਇਹ ਸਾਰੇ ਸਰੀਰਾਂ ਨੂੰ ਸਮਝਣ ਵਾਸਤੇ ਜਿਹੜਾ ਹਨ ਇੱਕ ਐਗਜ਼ਾਮਪਲ ਹੈ। ਹੁਣ ਇੱਕ ਔਰੇਂਜ ਲੈ ਲਓ, ਜਿਹਨੂੰ ਮੈਂਡਰੀਨ ਔਰੇਂਜ ਲੈ ਲਓ ਜਾਂ ਕੋਈ ਔਰੇਂਜ ਲੈ ਲਓ, ਚਲੋ ਆਪਾਂ ਮੈਂਡਰੀਨ ਔਰੇਂਜ ਲੈ ਲਈਏ। ਉਹਦੀ ਬਾਹਰਲੀ ਸਕਿਨ ਜਿਹੜੀ ਹੁੰਦੀ ਹੈ ਉਹ ਹੈਗਾ ਸੂਖਸ਼ਮ ਸਰੀਰ, ਜਾਂ ਆਪਣੇ ਸਥੂਲ ਸਰੀਰ, ਦ ਫਿਜ਼ੀਕਲ ਬੋਡੀ ਉਹਦੀ ਆਊਟਸਾਈਡ ਬੋਡੀ ਹੈ, ਉਹਦੀ ਛਿੱਲ ਜਿਹੜੀ ਹੁੰਦੀ ਹੈ, ਹਾਂਜੀ, ਉਹ ਜਿਹੜੀ ਉਹ ਸਾਰੀ ਹੈ ਸਥੂਲ ਸਰੀਰ। ਹੁਣ ਉਹਨੂੰ ਤੁਸੀਂ ਖੋਲ ਦਿਓ, ਅੰਦਰ ਤੁਹਾਨੂੰ ਸਲਾਈਸਸ ਦਿਸਦੀਆਂ ਹਨ, ਉਹਨੂੰ ਮੰਨ ਲਓ ਉਹ ਸੂਖਸ਼ਮ ਸਰੀਰ ਹੈ, ਉਹ ਜਿਹੜਾ ਸੋਲ ਹੈ ਉਹ ਰੋਹ ਹੈ। ਹੁਣ ਉਹਨੂੰ ਇੱਕ ਸਲਾਈਸ ਨੂੰ ਕੱਢ ਕੇ ਤੁਸੀਂ ਉਹਦਾ ਕਵਰ ਜਿਹੜਾ ਹਨ ਉੱਤੋਂ ਕੱਢ ਕੇ ਤੁਹਾਨੂੰ ਪਲਪ ਦਿਸਣਗੇ, ਬਹੁਤ ਸਾਰੇ ਪਲਪਸ ਹੁੰਦੇ ਨੇ, ਉਹ ਹੈਗਾ ਹੈ ਕਾਰਨ ਸਰੀਰ। ਕਾਰਨ ਸਰੀਰ ਇਜ਼ ਦ ਪਲਪ, ਤੇ ਅੰਦਰ ਜਿਹੜਾ ਜੂਸ ਹੈ ਨਾ, ਪਲਪ ਦੇ ਅੰਦਰ ਜੂਸ ਆ ਜਿਹੜਾ, ਉਹ ਆਤਮਾ ਹੈ। ਸੋ ਇਸ ਤਰ੍ਹਾਂ ਇਹਨੂੰ ਸਮਝਣਾ ਕਰੋ, ਜਿਸ ਤਰ੍ਹਾਂ ਕਿ ਇਹ ਔਰੇਂਜ, ਦ ਸਕਿਨ ਇਜ਼ ਦ ਫਿਜ਼ੀਕਲ ਬੋਡੀ, ਦ ਸਲਾਈਸਸ ਆਰ ਦ ਸਬਟਲ ਬੋਡੀ, ਤੇ ਜਿਹੜੀਆਂ ਪਲਪ ਹਨ ਇਹ ਕਾਰਨ ਕੌਸਲ ਬੋਡੀ, ਐਂਡ ਦ ਜੂਸ ਇਜ਼ ਆਤਮਾ ਇਟਸੈਲਫ। ਸੋ ਇਸ ਪ੍ਰਕਾਰ ਕਰਕੇ ਅਤ ਸੂਖਮ ਤੇ ਲਖੋ ਸਰੂਪਾ, ਇਸ ਕਰਕੇ ਬਹੁਤ ਹੀ ਸੂਖਸ਼ਮ ਸਰੂਪ ਇਸ ਦਾ ਹੈ ਕਾਰਨ ਸਰੀਰ ਦਾ, ਜਿਹ ਧਰ ਭਰਿਓ ਅੰਧ ਭਵ ਕੂਪਾ, ਜਿਹਦੇ ਕਰਕੇ ਇਹ ਜਿਹੜਾ ਸੋਲ ਹੈ ਇਹ ਮੁੜ ਮੁੜ ਕੇ ਅੰਨੇ ਖੂਹ ਜਨਮਾਂ ਵਿੱਚ ਭੜਕਦਾ ਹੈ, ਆਉਂਦਾ ਤੇ ਜਾਂਦਾ, ਮਰਦਾ ਤੇ ਜੰਮਦਾ ਹੈ। ਆਤਮ ਰਾਮ ਸਭਨ ਤੇ ਨਿਆਰੋ, ਦੇਖੋ ਆਤਮ ਰਾਮ ਪਰਮਾਤਮਾ ਜਿਹੜਾ ਹੈ ਆਤਮਾ ਸਰੂਪ ਕਰਕੇ ਇਹਨਾਂ ਤੋਂ ਵੱਖਰਾ ਹੈ, ਅਲੱਗ ਹੈ, ਪਰੇ ਹੈ ਕਾਰਨ ਸਰੀਰ ਤੋਂ ਵੀ। ਹਰਖ ਸੋਗ ਤੇ ਰਹਿਤ ਵਿਚਾਰੋ, ਇਸ ਕਰਕੇ ਉਹ ਖੁਸ਼ੀ ਤੇ ਗਮੀ ਤੋਂ ਪਰੇ ਹੈ ਉਹ ਆਤਮਾ ਸਰੂਪ। ਨੇਤ ਨੇਤ ਕਰ ਹੋਇਆ ਸਖਿਆਤਾ, ਦੇਖੋ ਜਿਹੜਾ ਕੋਈ ਉਹ ਪਰਮਾਤਮਾ ਨੂੰ ਪ੍ਰਗਟ ਕਿਵੇਂ ਕਰਨਾ, ਕਹਿੰਦੇ ਬੇਅੰਤ ਬੇਅੰਤ ਕਹੋ ਪਰਮਾਤਮਾ ਨੂੰ, ਤਾਂ ਹੀ ਪਾਇਆ ਜਾਏਗਾ, ਕਿਉਂਕਿ ਪਰਮਾਤਮਾ ਦਾ ਅੰਤ ਕੋਈ ਨਹੀਂ ਹੈਗਾ। ਨਿਜਾਨੰਦ ਮੈਂ ਜਾਏ ਸਮਾਤਾ, ਫਿਰ ਜਿਹੜਾ ਹਨ ਆਤਮਾ ਆਨੰਦ ਦੇ ਵਿੱਚ ਜਾ ਸਮਾਵਾਂਗੇ, ਫਿਰ ਉੱਥੇ ਨਾ ਪੀੜਾ ਨਾ ਦੁੱਖ ਹੈ। ਜੇ ਇਸ ਦਾ ਰੀਅਲਾਈਜੇਸ਼ਨ ਹੋ ਜਾਵੇ, ਐਨਲਾਈਟਮੈਂਟ ਹੋ ਜਾਵੇ, ਤਾਂ ਉਹ ਆਤਮਾ ਸਰੂਪ ਨੂੰ ਜਾਣ ਕੇ ਉਹਦੇ ਵਿੱਚ ਸਮਾ ਜਾਈਦਾ ਹੈ। ਦੋਹਰਾ ਇਉ ਸੁਨ ਲਹਿਣੇ ਬੰਦ ਕਰ, ਬਹੁਰੋ ਬੂਝਨ ਕੀਨ। ਜੋ ਇਹ ਗਿਆਨ ਭਾਈ ਲਹਿਣੇ ਜੀ ਨੇ ਸੁਣਿਆ ਤਾਂ ਦੋਨੋਂ ਹੱਥ ਬੰਨ ਕੇ ਹੋਰ ਪੁੱਛਣਾ ਕੀਤਾ, ਨੇਤ ਨੇਤ ਕਰ ਪ੍ਰਾਪਤੀ ਕਹੋ ਪ੍ਰਭੂ ਪਰਬੀ। ਮਹਾਰਾਜ ਤੁਸੀਂ ਕਿਹਾ ਨੇਤ ਨੇਤ ਕਰਕੇ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ, ਮਹਾਰਾਜ ਉਹ ਮੈਨੂੰ ਦੱਸੋ ਕਿਵੇਂ ਹੁੰਦੀ ਹੈ, ਕਿਵੇਂ ਆਪਾਂ ਜਿਹੜਾ ਹਨ ਪਰਮਾਤਮਾ ਬੇਅੰਤ ਬੇਅੰਤ ਕਹਿ ਕੇ ਤੇ ਉਹਦੇ ਵਿੱਚ ਸਮਾ ਜਾਂਦੇ ਹਾਂ। ਚੌਪੇ ਪਰਮ ਕਿਰਪਾਲ ਗਿਆਨ ਘਨ ਪੂਰੇ, ਦੇਖੋ ਤੁਸੀਂ ਪਰਮ ਗਿਆ ਕਿਰਪਾਲ, ਤੁਸੀਂ ਪਰਮ ਸ੍ਰਿਸ਼ਟ ਕਰਕੇ ਕਿਰਪਾ ਦੇ ਘਰ ਹੋ। ਬੋਲੇ ਬਚਨ ਮధుਰ ਮ੍ਰਿਦ ਰੂਰੇ, ਉਸ ਵੇਲੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਜੋ ਗਿਆਨ ਦੇ ਜਿਹੜੇ ਹਨ ਘਰ ਹਨ, ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਹੁਣ ਅਗਲਾ ਗਿਆਨ ਦੇਣ ਵਾਸਤੇ ਸਤਿਗੁਰਾਂ ਨੇ ਬਚਨ ਕੀਤੇ। ਮਹਾਭਾਗ ਸੁਣੀਏ ਮਨ ਲਾਏ, ਦੇਖੋ ਮਹਾ ਵੱਡੇ ਭਾਗਾਂ ਵਾਲਿਆ ਲੈਣਿਆ ਤੂੰ ਸੁਣ ਹੁਣ ਅੱਗੇ ਮਨ ਲਾ ਕੇ, ਜਿਸ ਬਿਦ ਨਿਜਾਨੰਦ ਕੋ ਪਾਈ, ਜਿਸ ਕਰਕੇ ਨਿਜਾਨੰਦ ਆਤਮਾ ਆਨੰਦ ਨੂੰ ਪਾਇਆ ਜਾਂਦਾ ਹੈ। ਪੰਜ ਕੋਸ ਪ੍ਰਥਮੇ ਨਿਰਧਾਰ ਹੋ, ਦੇਖੋ ਪਹਿਲੀ ਗੱਲ ਹੈ 5 ਕੋਸ਼ ਤੂੰ ਸਮਝਣਾ ਕਰ,
ਪੰਜ ਕੋਸ਼ ਕਿਹੜੇ ਹੁੰਦੇ ਹਨ? ਤਿੰਨ ਤੇ ਹੰਤਾ ਬੁੱਧ ਉਠਾਰ ਹੋ। ਹੁਣ ਕੋਸ਼ ਕੀ ਹੁੰਦੇ ਨੇ? ਬੈਰੀਅਰਸ। ਕੋਸ਼ ਕੀ ਹੁੰਦੇ ਨੇ? ਜਿਹੜਾ ਕਿ ਕੋਈ ਪੜਦਾ। ਸੋ ਕੋਸ਼, ਪੜਦਾ ਜਾਂ ਬੈਰੀਅਰ ਕਹਿ ਲਈਏ, ਇਹ ਪੰਜ ਬੈਰੀਅਰਸ ਹਨ ਫॉर ਅਸ ਟੂ ਰੀਚ ਆਤਮਾ। ਇਹ ਪੰਜ ਬੈਰੀਅਰਸ ਯੂ ਹੈਵ ਟੂ ਗੋ ਥਰੂ, ਯੂ ਹੈਵ ਟੂ ਪੈਨੀਟ੍ਰੇਟ ਥਰੂ ਦ 5 ਬੈਰੀਅਰਸ ਟੂ ਰੀਚ ਟੂ ਦੀ ਆਤਮਾ। ਸੋ ਇਹ ਪੰਜ ਬੈਰੀਅਰਸ ਨੇ ਜਿਹੜਾ ਆਪਾਂ ਨੂੰ ਰੋਕਦੇ ਨੇ, ਆਪਾਂ ਨੂੰ ਨਹੀਂ ਮਿਲਣ ਦਿੰਦੇ ਆਤਮਾ ਨਾਲ। ਸੋ ਇਹ ਪੰਜ ਬੈਰੀਅਰਸ ਦੇ ਬਾਰੇ ਸੁਣੋ ਹੁਣ। ਕਹਿੰਦੇ ਤਿੰਨ ਤੇ ਹੰਤਾ ਬੁੱਧ ਉਠਾਵੋ। ਕਹਿੰਦੇ ਇੱਕ ਪਹਿਲਾ ਜਿਹੜਾ ਬੈਰੀਅਰ ਹੈ ਉਸ ਦਾ ਨਾਮ ਹੈ ਕੋਸ ਅੰਨਮੈ ਵਹਿ ਰਸੋ ਦੇਹਾ। ਦੇਖੋ ਪਹਿਲਾ ਕੋਸ਼ ਹੈ ਉਸਦਾ ਨਾਮ ਹੈ ਅਨਮੈ ਕੋਸ਼। ਹੁਣ ਇੱਥੇ ਇੱਕ ਗੱਲ ਹੋਰ ਜਿਹੜੀ ਹਨ ਆਪਾਂ ਜਿਵੇਂ ਪਹਿਲਾਂ ਸਮਝੀ ਹੈ, ਜਾਗਰਤ, ਸੁਪਨ ਤੇ ਸੁਕੋਪਤ ਅਵਸਥਾ, ਤਿੰਨ ਸਟੇਟਸ ਹਨ। ਹੁਣ ਪਹਿਲੀ ਸਟੇਟ ਜਿਹੜੀ ਹੈ ਨਾ ਜਾਗਰਤ ਅਵਸਥਾ, ਦੇਖੋ ਇਹ ਜਿਹੜੀ ਹੈ ਤਿੰਨ ਹੰਤਾ ਬੁੱਧ ਉਠਾਵੋ। ਅਨਮੈ ਖੋਸ਼ ਆਪਣੀ ਬਾਡੀ ਹੈ ਜਿਹਦੇ ਕਰਕੇ ਆਪਾਂ ਇਹਨੂੰ ਅਨਮੈ ਖੋਸ਼ ਕਿਉਂ ਕਹਿੰਦੇ? ਅੰਨ ਦੇ ਮੀਨਸ ਫੂਡ, ਜਿਹੜੀ ਖਾਣਾ ਖਾਣ ਵਾਲੀ ਐਕਸਟਰਨਲ ਚੀਜ਼ਾਂ ਨੂੰ ਖਾਣ ਵਾਸਤੇ ਆਪਾਂ ਨੂੰ ਆਪਣੀ ਜਿਹੜੀ ਬਾਡੀ ਪਾਲਣ ਵਾਸਤੇ ਆਪਾਂ ਨੂੰ ਪਾਣੀ ਦੇ ਖਾਣੇ ਦੀ ਲੋੜ ਹੈ। ਆਪਾਂ ਖਾਂਦੇ ਹਾਂ, ਬਾਡੀ ਪਲਦੀ ਹੈ, ਨਹੀਂ ਖਾਂਦੇ ਬਾਡੀ ਖਤਮ ਹੋ ਜਾਂਦੀ ਹੈ। ਇਹ ਅਨਮੈ ਖੋਸ਼ ਹੈ, ਅੰਨ ਕਰਕੇ ਬਣਨ ਵਾਲਾ, ਅੰਨ ਕਰਕੇ ਚੱਲਣ ਵਾਲਾ। ਹੁਣ ਅਨਮੈ ਖੋਸ਼ ਜਿਹੜਾ ਹੈ ਇਸ ਦਾ ਜਿਹੜਾ ਮਾਇਆ ਦਾ ਗੁਣ ਹੈ ਇਹ ਤਮੋ ਗੁਣ ਹੈ। ਇਹ ਤਮੋ ਗੁਣ ਤੋਂ ਬਣਿਆ ਤੇ ਇਹ ਰਹਿੰਦਾ ਕਿਹੜੀ ਅਵਸਥਾ 'ਚ? ਜਾਗਰਤ ਅਵਸਥਾ। ਹੁਣ ਜਾਗਰਤ ਜਿਹੜੀ ਆਪਾਂ ਪਹਿਲਾਂ ਕੀਤੀ, ਇਫ ਯੂ ਲੁੱਕ ਐਟ ਦ ਬਾਡੀ, ਸੋ ਬਾਡੀ ਜਿਹੜੀ ਜਾਗਰਤ ਅਵਸਥਾ, ਇਹ ਜਾਗਰਤ ਅਵਸਥਾ ਦੀ ਗੱਲ ਹੈ ਜੋ ਅਨਮੈ ਖੋਸ਼ ਹੈ। ਇਹ ਪਹਿਲਾ ਬੈਰੀਅਰ ਹੈ। ਜੇ ਤੁਸੀਂ ਖਾਣੇ ਪੀਣੋਂ ਤੇ ਇਹਨੂੰ ਛੁੱਟੋਗੇ ਤੁਹਾਨੂੰ ਰੱਬ ਕਿੱਥੇ ਚੇਤੇ ਆਏਗਾ? ਹੁਣ ਖਾ ਲਿਆ, ਰੱਜ ਗਏ, ਸੌਂ ਗਏ, ਉੱਠ ਕੜੇ ਭੁੱਖ ਲੱਗ ਗਈ, ਫੇਰ ਖਾ ਲਿਆ, ਬਸ ਇਹੀ ਖਿਆਲਾਂ ਚਲੋਗੇ ਤਾਂ ਰੱਬ ਕਿੱਥੇ ਹੈ? ਇਹ ਪਹਿਲਾ ਜਿਹੜਾ ਹੈ ਬੈਰੀਅਰ ਹੈ। ਜਾਗਰਤ ਮਹਿ ਵਰਤਤ ਹੈ ਇਹਾ। ਦੇਖੋ ਇਹ ਜਾਗਰਤ ਅਵਸਥਾ ਵਿੱਚ ਵਰਤਦਾ ਹੈ। ਜੋ ਬੰਦਾ ਸੌਂ ਜਾਂਦਾ ਫਿਰ ਤਾਂ ਨਹੀਂ ਉਹਨੂੰ ਪਤਾ ਲੱਗਦਾ ਮੈਨੂੰ ਭੁੱਖ ਲੱਗੀ ਆ ਜਾਂ ਮੈਨੂੰ ਕੀ ਹੋਇਆ, ਉਹਨੂੰ ਫਿਰ ਬਾਡੀ ਭੁੱਲ ਜਾਂਦੀ ਹੈ। ਸੋ ਇਹ ਜਾਗਰਤ ਅਵਸਥਾ ਵਿੱਚ ਰਹਿਣ ਵਾਲਾ ਕੌਨਸ਼ੀਅਸ ਹੈ। ਲਖੋ ਅਨਾਤਮ ਜਾਂ ਕੋ ਰੂਪਾ। ਪਰ ਇਹ ਵੀ ਅਨਾਤਮ ਹੈ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਇਹਦੇ ਵਿੱਚ ਰੱਬ ਹੈ ਨਹੀਂ, ਇਹਨੂੰ ਤੂੰ ਰੱਬ ਨਾ ਮੰਨ। ਇਹ ਤਾਂ ਸਿਰਫ ਇੱਕ ਸਰੀਰ ਹੈ ਖਾਣ ਪੀਣ ਵਾਸਤੇ, ਤੇ ਇਹਨੂੰ ਚਲਾਉਣ ਵਾਲਾ ਅੰਦਰੋਂ ਤਾਂ ਭਾਵੇਂ ਆਤਮਾ ਹੀ ਦਾ ਲਾਈਫ ਹੈ, ਪਰ ਫਿਰ ਵੀ ਕਹਿੰਦੇ ਇਹਨੂੰ ਨਾ ਤੂੰ ਮੰਨ। ਇਹ ਜਿਹੜੀ ਸਿਰਫ ਇੱਕ ਬਾਡੀ ਹੈ ਜਿਹੜੀ ਚੇਂਜ ਹੁੰਦੀ ਆ, ਬੇਬੀ ਤੋਂ ਲੈ ਕੇ ਆਪਾਂ ਬੁੱਢੇ ਹੋ ਜਾਂਦੇ ਹਾਂ। ਨਿਰਾਵੈਵ ਆਤਮ ਅਨੂਪਾ। ਇਸ ਕਰਕੇ ਨਿਰਾਵੈਵ ਕਹਿ ਲਈਏ ਜਨ। ਹੁਣ ਇਹਦੇ ਵਿੱਚ ਨਿਰਾਵੈਵ ਕੀ ਹੈ? ਜੋ ਆਤਮਾ ਜਿਹੜੀ ਅਨੂਪਣ ਹੈ। ਅਨੂਪਣ ਦਾ ਮਤਲਬ ਜਿਹੜਾ ਸਥੂਲ ਸਰੀਰ ਵਰਗੀ ਹੋਈ ਹੈ ਪਰ ਉਹਨਾਂ ਦੇ ਚ ਅੰਗ ਹੈ ਨਹੀਂ। ਉਹ ਜਿਹੜੀ ਹਨ ਦੇਖੋ ਆਤਮਾ ਵਿੱਚ ਅੰਗ ਹੈ ਨਹੀਂ, ਇਹਦੇ ਚ ਅੰਗ ਹੈਗੇ, ਹੱਥ ਨੇ, ਪੈਰ ਨੇ। ਸੋ ਆਪਾਂ ਜੋ ਬਾਡੀ ਨੂੰ ਡਿਸਕ੍ਰਾਈਬ ਕਰੀਏ ਆਪਾਂ ਕਹਿੰਦੇ ਦਿਸ ਇਜ਼ ਮਾਈ ਹੈਡ, ਦਿਸ ਇਜ਼ ਮਾਈ ਹੈਂਡਸ, ਦਿਸ ਮਾਈ, ਪਰ ਆਤਮਾ ਵਿੱਚ ਇਹ ਚੀਜ਼ਾਂ ਹੈ ਨਹੀਂ। ਪਰਮਾਤਮਾ ਜਿਹੜਾ ਹਨ, ਇਸ ਕਰਕੇ ਆਤਮਾ ਇਹ ਆਤਮਾ ਨਹੀਂ। ਸੋ ਨਾ ਇੱਥੇ ਕਥਾ ਵਿੱਚ ਪ੍ਰੂਫ ਕੀਤਾ ਹੈ ਵੀ ਇਹ ਸਰੀਰ ਆਤਮਾ ਨਹੀਂ, ਕਿਉਂਕਿ ਜਿਹੜਾ ਹਨ ਅੱਖਾਂ ਦਾ ਹੋਰ ਵਿਸ਼ਾ ਹੈ। ਅੱਖਾਂ ਦੇਖਣ ਵਿੱਚ ਖੁਸ਼ ਨੇ, ਕੰਨ ਸੁਣਨ ਵਿੱਚ ਖੁਸ਼ ਨੇ, ਪਰ ਪਰਮਾਤਮਾ ਜਿਹੜਾ ਆਤਮਾ ਉਹ ਤਾਂ ਇੱਕ ਰਸ ਹੈ, ਉਹਦੇ ਵਿੱਚ ਡਿਫਰੈਂਟ ਰਸ ਹੈ ਨਹੀਂ। ਇਹ ਡਿਫਰੈਂਟ ਰਸ ਹੋਣ ਕਰਕੇ ਇਹ ਰੱਬ ਨਹੀਂ ਹੈ। ਕੋਸ ਪ੍ਰਾਣ ਮੈਂ ਤਿਸ ਤੇ ਅੰਤਰ। ਹੁਣ ਦੂਜਾ ਬੈਰੀਅਰ ਆ ਗਿਆ ਜਿਹਨੂੰ ਪ੍ਰਾਣਮੈ ਖੋਸ਼ ਕਹਿੰਦੇ ਹਾਂ। ਜਿਵੇਂ ਆਪਾਂ ਪਹਿਲਾਂ ਵਿਚਾਰ ਕੀਤੀ ਹੈ ਪ੍ਰਾਣਾ ਦੀ, ਪ੍ਰਾਣ ਜਿਹੜੇ ਲਾਈਫ ਫੋਰਸਸ ਹਨ 10 ਹਨ। ਕਹਿੰਦੇ ਇਹ ਦੂਜਾ ਕੋਸ਼ ਹੈ ਤੇ ਇਹ ਕੋਸ਼ ਕਿੱਥੇ ਚੱਲਦਾ ਹੈ? ਇਹ ਸੁਪਨ ਅਵਸਥਾ ਹੈ ਤੇ ਇਹਦਾ ਜਿਹੜਾ ਹੈ ਗੁਣ ਕੀ ਹੈ? ਰਜੋ ਗੁਣ। ਮਾਇਆ ਦਾ ਰਜੋ ਗੁਣ ਇਹ ਹੈ। ਸੋ ਕਹਿੰਦੇ ਇਹ ਜਿਹੜਾ ਪ੍ਰਾਣਮੈ ਖੋਸ਼ ਹੈ ਇਹ ਅਨਮੈ ਖੋਸ਼ ਦੇ ਹੋਰ ਅੰਦਰ ਹੈ। ਨਾਹਿ ਨਾ ਆਤਮ ਜਾਨ ਨਿਰੰਤਰ। ਪਰ ਇਹਨੂੰ ਵੀ ਆਤਮਾ ਨਾ ਜਾਣੋ, ਕਿਉਂਕਿ ਇਹ ਪ੍ਰਾਣ ਵੀ ਜਿਹੜੇ ਹਨ ਇਹ ਵੀ 5 ਅੱਡ-ਅੱਡ ਥਾਵਾਂ ਤੇ ਵਰਤਦੇ ਨੇ ਤੇ ਇਹਨਾਂ ਦੇ ਹੋਰ ਜਿਹੜੇ 5 ਨੇ ਉਹ ਆਪਣੇ ਐਕਟੀਵਿਟੀਜ਼ ਬਣਾਉਂਦੇ ਨੇ। ਸੋ ਇਹਨਾਂ ਦੇ ਵੀ ਅੱਡ-ਅੱਡ ਸਵਾਦ ਨੇ। ਸੋ ਨਾਓ ਫਰੋਮ ਜਿਹੜਾ ਹਨ ਅਨਮੈ ਖੋਸ਼ ਆਪਾਂ ਪ੍ਰਾਣਮੈ ਖੋਸ਼ ਵਿੱਚ ਆ ਗਏ। ਡੀਪਰ, ਵੀ ਆਰ ਗੋਇੰਗ ਡੀਪਰ। ਸੋ ਦੂਜਾ ਜਿਹੜਾ ਪ੍ਰਾਣਮੈ ਖੋਸ਼ ਹੈ ਕਹਿੰਦੇ ਇਹਦਾ ਵੀ ਜਿਹੜਾ ਹੈ ਇਹ ਵੀ ਰੱਬ ਨਹੀਂ, ਕਿਉਂਕਿ ਸੁਪਨ ਅਵਸਥਾ 'ਚ ਵਸਣ ਵਾਲੀਆਂ ਗੱਲਾਂ ਨੇ। ਵੈਨ ਯੂ ਆਰ ਇਨ ਜਾਗਰਤ ਯੂ ਡੋਂਟ ਫੀਲ ਯੋਰ ਲਾਈਫ ਫੋਰਸਸ, ਤੁਹਾਨੂੰ ਪਤਾ ਨਹੀਂ ਲੱਗਦਾ ਇਹਨਾਂ ਦਾ। ਬਹੁਰ ਮਨੋਮੈ ਕੋਸ਼ ਸੁਣੀ ਜੈ। ਹੁਣ ਤੀਜਾ ਕੋਸ਼ ਆ ਗਿਆ, ਉਹਨੂੰ ਕਹਿੰਦੇ ਮਨੋਮੈ ਖੋਸ਼। ਮਨੋਮੈ ਖੋਸ਼ ਜਿਹੜਾ ਮਨ ਦਾ ਹੈ। ਸੋ ਇਹ ਮਨ ਦਾ ਖੋਜ ਜਿਹੜਾ ਇਹ ਹੋਰ ਅੰਦਰ ਆ ਗਿਆ, ਇਹ ਵੀ ਸੁਪਨ ਅਵਸਥਾ ਹੈ ਤੇ ਇਹ ਵੀ ਰਜੋਗੁਣੀ ਹੈ। ਸੋਪੇ ਅਨਾਤਮ ਹਿਰਦੇ ਲਖੀ ਹਾਂ, ਇਹਨੂੰ ਵੀ ਤੁਸੀਂ ਅਨਾਤਮ ਜਾਣੋ। ਇਹਦੇ ਵਿੱਚ ਵੀ ਆਤਮਾ ਹੈ ਨਹੀਂ, ਇਹ ਆਪਣੇ ਆਪ ਵਿੱਚ ਨਹੀਂ। ਇਟਸ ਡਿਪੈਂਡੈਂਟ ਔਨ ਦ ਆਤਮਾ ਟੂ ਗੈਟ ਇਟਸ ਲਾਈਫ। ਸੋ ਇਹ ਆਪਣੇ ਆਪ 'ਚ ਸਰਵਾਈਵ ਨਹੀਂ ਹੋ ਸਕਦਾ। ਕੋਸ ਵਿਗਿਆਨ ਮਈ ਤਹਿ ਪਰ। ਹੁਣ ਮਨੋਮੈ ਖੋਸ਼ ਜਿਹੜਾ ਹੈ ਇਹਦੇ ਵਿੱਚ ਕੀ ਹੈ? ਜਿਹੜਾ ਹਨ ਇਹ ਮਨੋਮੈ ਖੋਸ਼ ਵਿੱਚ ਕੀ ਹੁੰਦਾ ਹੈ? ਇਹਦੇ ਵਿੱਚ ਗਿਆਨ ਇੰਦਰੀਆਂ ਤੇ ਮਨ ਹੁੰਦਾ ਹੈ।
ਗਿਆਨ ਇੰਦਰੀਆਂ ਤੇ ਮਨ ਇਹਦੇ ਵਿੱਚ ਵਸਦਾ ਹੈ ਮਨੋਮੈ ਕੋਸ਼ ਦੇ ਵਿੱਚ। ਹੁਣ ਜੇ ਅਗਰ ਦੇਖੋ ਪਹਿਲਾਂ ਅਨਮੈ ਕੋਸ਼ ਸੀਗਾ, ਜੇ ਖਾਣੇ ਤੋਂ ਆਪਾਂ ਨਹੀਂ ਛੁੱਟਾਂਗੇ ਆਪਾਂ ਗਾਹ ਨਹੀਂ ਜਾਵਾਂਗੇ। ਹੁਣ ਜਿਹੜਾ ਬੰਦਾ ਜਿਹੜਾ ਅੰਨ ਨੂੰ ਪਾਸੇ ਕਰ ਦੇਵੇ ਉਹ ਪ੍ਰਾਣਾ ਨੂੰ ਫੀਲ ਕਰ ਸਕੇਗਾ, ਆਪਣੀ ਹਾਰਟ ਬੀਟ ਸੁਣ ਸਕੇਗਾ, ਉਹਨੂੰ ਫੀਲ ਹੋਏਗਾ ਮੇਰਾ ਲਹੂ ਚੱਲਦਾ ਹੈ, ਮੇਰੇ ਸਰੀਰ 'ਚ ਇਹ ਹਰਕਤ ਹੋ ਰਹੀ ਆ, ਹੀ ਕੈਨ ਸਟਾਰਟ ਫੀਲਿੰਗ ਇਟ। ਫਿਰ ਤੀਜਾ ਜਿਹੜਾ ਹੈ ਮਨੋਮੈ ਕੋਸ਼, ਹੁਣ ਮਨ ਦਾ ਪਤਾ ਲੱਗਿਆ ਮਨ ਕਿੱਥੇ ਭੜਕਦਾ ਹੈ। ਦੈਟਸ ਦ ਮੇਨ ਰੀਜ਼ਨ ਜਦੋਂ ਆਪਾਂ ਕਹਿੰਦੇ ਹਾਂ ਕੋਈ ਪਾਠ ਕਰਦਾ ਮੇਰਾ ਮਨ ਨਹੀਂ ਲੱਗਦਾ, ਉਹ ਪਾਠ ਕਰਕੇ ਹੀ ਪਤਾ ਲੱਗਿਆ ਵੀ ਮਨ ਨਹੀਂ ਟਿਕਦਾ। ਉਹ ਗਿਆਨ ਆਪਾਂ ਨੂੰ ਉਦੋਂ ਹੋਇਆ ਜਦੋਂ ਆਪਾਂ ਪਾਠ ਜਾਂ ਗੁਰਬਾਣੀ ਪੜ੍ਹਨ ਲੱਗੇ ਜਾਂ ਸਿਮਰਨ ਕਰਨ ਲੱਗੇ, ਉਦੋਂ ਆਪਾਂ ਨੂੰ ਅਹਿਸਾਸ ਹੋਇਆ ਮਨ ਦਾ। ਸੋ ਹੁਣ ਮਨ ਦਾ ਪਤਾ ਲੱਗਦਾ, ਹੁਣ ਉਹ ਅਵਸਥਾ ਤੱਕ ਆ ਗਏ ਮਨ ਤੱਕ। ਸੋ ਕਹਿੰਦੇ ਇਹ ਮਨ ਐਸਾ ਹੈ ਜਿਹਦੇ ਵਿੱਚ 5 ਗਿਆਨ ਇੰਦਰੀਆਂ ਦਾ ਇਹਦੇ ਵਿੱਚ ਜਿਹੜਾ ਹਨ ਉਹ ਇੱਛਾ ਰਹਿੰਦੀ, ਡਿਜ਼ਾਇਰਸ ਰਹਿੰਦੇ ਨੇ। ਫਿਰ ਇਹਦੇ ਚ ਮਨ ਹੈ ਫਿਰ ਕੋਸ਼ ਵਿਗਿਆਨਮਈ ਤਹਿ ਪਰੈ। ਹੁਣ ਚੌਥਾ ਕੋਸ਼ ਕੀ ਹੈ, ਇਹ ਵੀ ਸੁਪਨ ਅਵਸਥਾ ਵਾਲਾ ਹੈ, ਇਹ ਵੀ ਰਜੋਗੁਣੀ ਹੈ, ਇਹਨੂੰ ਆਪਾਂ ਕਹਿੰਦੇ ਵਿਗਿਆਨਮੈ ਕੋਸ਼। ਹੁਣ ਵਿਗਿਆਨਮੈ ਕੋਸ਼ ਵਿੱਚ ਬੁੱਧੀ ਹੁੰਦੀ ਹੈ ਤੇ ਜਿਹੜੇ ਇਹਦੇ ਵਿੱਚ ਕਰਮ ਇੰਦਰੀ ਹੁੰਦੇ ਨੇ। ਕਰਮ ਇੰਦਰੀ ਮੀਨਸ ਐਕਸ਼ਨ, ਕਿਉਂਕਿ ਇਹਨੇ ਡਿਸਕ੍ਰਿਮੀਨੇਟਿਵ ਆ ਨਾ, ਇਹਨੇ ਬੁੱਧੀ ਨੇ ਜੋ ਆਪਾਂ ਤੱਤੇ ਨੂੰ ਹੱਥ ਲਾ ਲਿਆ, ਇਹ ਬੁੱਧੀ ਨੇ ਕਹਿਣਾ ਆਪਣਾ ਹੱਥ ਚੱਕ ਲਿਆ ਨਾ। ਸੋ ਇਹਨੇ ਐਕਸ਼ਨ ਵਿੱਚ ਆਪਣੀ ਬਾਡੀ ਨੂੰ ਲੈ ਕੇ ਆਉਣਾ, ਇਹ ਵਿਗਿਆਨਮੈ ਕੋਸ਼ ਆਉਂਦਾ ਹੈ। ਤੇ ਉਹ ਜਿਹੜੀ ਅਵਸਥਾ ਇਹ ਆਮ ਕਰਕੇ ਲੋਕ ਪੈਨਿਕ ਅਵਸਥਾ ਵਿੱਚ ਆਪਣੇ ਆਪ ਵਿਗਿਆਨਮੈ ਕੋਸ਼ ਨੂੰ ਫੀਲ ਕਰ ਸਕਦੇ ਨੇ। ਹੁਣ ਤੁਸੀਂ ਤੱਤੇ ਨੂੰ ਹੱਥ ਲਾ ਲਿਆ, ਆਟੋਮੈਟਿਕਲੀ ਇਹਨੇ ਕਹਿਣਾ ਵੀ ਚੱਕ ਲਾ ਹੱਥ, ਉਹ ਵਿਗਿਆਨਮੈ ਕੋਸ਼ ਆਪਾਂ ਡਾਇਰੈਕਟਲੀ ਚਲੇ ਜਾਂਦੇ ਆ ਪੈਨਿਕ ਮੋਡ ਦੇ ਵਿੱਚ। ਪਰ ਜਿਹੜਾ ਆਮ ਜਿਹੜਾ ਆਪਾਂ ਕਰਦੇ ਹਾਂ ਉਹਦੇ ਵਿੱਚ ਨਹੀਂ ਆਪਾਂ ਇਹ ਚੀਜ਼ ਨੂੰ ਬਹੁਤਾ ਜਿਹੜਾ ਖਿਆਲ ਕਰਦੇ। ਸੋ ਇਹ ਜਿਹੜੀਆਂ ਚੀਜ਼ਾਂ ਆਪਣੇ ਆਪ ਰਿਫਲੈਕਟਿਵ ਦੇ ਨਾਲ ਚੱਲਦੀਆਂ ਨੇ। ਸੋ ਇਹਦੇ ਵਿੱਚ ਬੁੱਧੀ ਹੈ, ਬੁੱਧੀ ਡਾਇਰੈਕਟਲੀ ਗਿਆਨ ਇੰਦਰੀਆਂ ਦੇ ਨਾਲ ਜਿਹੜਾ ਕਰਮ ਇੰਦਰੀਆਂ ਦੇ ਨਾਲ ਸੰਬੰਧ ਰੱਖਦੀ ਹੈ। 3 ਕੋਸ਼ ਬਿਨ ਤਨ ਜੇ ਰਰੈ। ਹੁਣ ਦੇਖੋ ਇਹ ਜਿਹੜੇ 3 ਕੋਸ਼ ਜਿਹੜੇ ਹੁਣ ਦੱਸੇ ਨੇ, ਜਿਹੜਾ ਕਿ ਮਨੋਮੈ ਕੋਸ਼, ਪ੍ਰਾਣਮੈ ਕੋਸ਼ ਤੇ ਮਨੋਮੈ ਜਿਹੜਾ ਹਨ ਅੱਗੇ ਜਿਹੜਾ ਹੈ ਮਨੋਮੈ ਸੌਰੀ ਜਿਹੜਾ ਆ ਗਿਆ ਜੀ ਪ੍ਰਾਣਮੈ ਕੋਸ਼, ਮਨੋਮੈ ਕੋਸ਼ ਤੇ ਵਿਗਿਆਨਮੈ ਕੋਸ਼, ਇਹ 3 ਜਿਹੜੇ ਦੱਸੇ ਹਨ। ਸੁਪਨ ਅਵਸਥਾ ਇਸਕੇ ਮਾਹੀ। ਹਾਂ ਕਹਿੰਦੇ ਇਹ ਸੁਪਨ ਅਵਸਥਾ ਹੈ, ਇਹ ਸੁਪਨੇ ਦੀ ਅਵਸਥਾ ਵਿੱਚ ਰਹਿਣ ਵਾਲੀਆਂ ਇਹ ਅੰਦਰਲੀ ਖੇਡ ਹੈ। ਵਿਚਰਤ ਆਤਮ ਰੂਪ ਤਹਾਂ ਹੀ। ਹਾਂ ਕਹਿਣ ਲੱਗੇ ਜਿਹੜਾ ਹਨ ਵਿਚਰਤ ਆਤਮ ਰੂਪ ਤਹਾਂ ਹੀ, ਕਹਿਣ ਲੱਗੇ ਆਤਮਾ ਰੂਪ ਆਤਮ ਰੂਪ ਵਿਚਰਦੇ ਹਨ ਆਤਮ ਰੂਪ ਦੇ ਵਿੱਚ। ਕਿਉਂਕਿ ਕੌਨਸ਼ੀਅਸ ਅਵਸਥਾ ਦੇ ਵਿੱਚ ਆਪਾਂ ਕੀ ਕਰਦੇ, ਆਪਾਂ ਆਪਣੇ ਕੰਮਕਾਰ ਸੋਚਦੇ ਹਾਂ। ਜਦੋਂ ਆਪਾਂ ਸੌਂਦੇ ਹਾਂ ਫਿਰ ਉਹ ਚੀਜ਼ਾਂ ਜਿਹੜੀਆਂ ਆਪਾਂ ਦੇਖੀਆਂ ਸੁਣੀਆਂ ਜਿਹਨੇ ਆਪਾਂ ਕੀਤੀਆਂ ਉਹ ਫਿਰ ਅੰਦਰ ਚੱਲਦੀਆਂ ਹਨ। ਕਹਿੰਦੇ ਵਿਚਰਤ ਉੱਥੇ ਵਿਚਾਰ ਜ਼ਰੂਰ ਹੋ ਜਾਂਦੀ ਹੈ, ਲਖੋ ਨਾ ਇਤ ਸਰੂਪ ਨਿਜ ਕੇ। ਪਰ ਫਿਰ ਵੀ ਇਹਨੂੰ ਆਪਣਾ ਸਰੂਪ ਨਾ ਜਾਣੋ, ਆਤਮਾ ਤਾਂ ਇਹ ਤੋਂ ਵੀ ਪਰੇ ਹੈ। ਇਨਤੇ ਨਿਆਰੋ ਨੀਕੇ ਹੇਰੋ। ਹਾਂ ਕਹਿੰਦੇ ਇਹਨਾਂ ਤੋਂ ਵੀ ਨਿਆਰੀ ਹੈ, ਆਤਮਾ ਤਾਂ ਇਹਨਾਂ ਤੋਂ ਵੀ ਪਰੇ ਹੈ। ਚਹੋਵਨ ਤੇ ਜੋ ਪਰੇ ਪਛਾਨ ਹੋ। ਹੁਣ ਇਹ 4 ਜਿਹੜੀਆਂ ਬੈਰੀਅਰਸ ਹਨ, ਅਨਮੈ ਕੋਸ਼, ਪ੍ਰਾਣਮੈ ਕੋਸ਼, ਮਨੋਮੈ ਕੋਸ਼ ਤੇ ਵਿਗਿਆਨਮੈ ਕੋਸ਼ ਤੋਂ ਜਿਹੜੇ ਪਰੇ ਹੈ, ਦੂਰ ਹੈ ਇਹ ਤੋਂ। ਕੋਸ਼ ਆਨੰਦ ਮਯਾਖ ਹੈ ਜਾਨੋ। ਪੰਜਵਾਂ ਕੋਸ਼ ਹੈ ਜਿਹਨੂੰ ਆਨੰਦਮੈ ਕੋਸ਼ ਕਹਿੰਦੇ ਹਾਂ, ਇਹਨੂੰ ਇਹ ਵਰਤਦਾ ਹੈ ਸਕੋਪਤ ਅਵਸਥਾ ਵਿੱਚ, ਅਨਕੌਂਸ਼ੀਅਸ ਅਵਸਥਾ ਦੇ ਵਿੱਚ, ਪਰ ਗਿਆਨ ਵੱਲੋਂ ਇਹ ਕੌਂਸ਼ੀਅਸ ਅਵਸਥਾ ਹੈ ਤੇ ਇਹਦਾ ਜਿਹੜਾ ਗੁਣ ਹੈ ਸਤੋ ਗੁਣ ਹੈ। ਸੋ ਹੁਣ ਇਹ ਜਿਹੜਾ ਹੈ ਕੋਸ਼ ਆਨੰਦਮੈ ਕੋਸ਼ ਜਿਹੜਾ ਹੈ ਇਹ ਉਹ ਹੈ ਜਿਹਦੇ ਵਿੱਚ ਜਿਵੇਂ ਆਪਾਂ ਗੂੜੀ ਨੀਂਦ ਵਿੱਚ ਜਦੋਂ ਸੌਂਦੇ ਹਾਂ, ਜਦੋਂ ਸੁਪਨਾ ਵੀ ਨਹੀਂ ਆਉਂਦਾ ਉਦੋਂ ਆਪਾਂ ਐਨ ਚੰਗੀ ਨੀਂਦ ਵਿੱਚ ਪਏ ਹੁੰਦੇ ਹਾਂ, ਆਪਾਂ ਉੱਠ ਕੇ ਕਹਿੰਦੇ ਵਾਹ ਮੈਂ ਬਹੁਤ ਗੂੜੀ ਨੀਂਦ ਵਿੱਚ ਸੁੱਤਾ। ਦੇਖੋ ਉੱਥੇ ਮਨ ਵੀ ਨਹੀਂ ਕੰਮ ਕਰਦਾ, ਇਹ ਅਵਸਥਾ ਵਿੱਚ ਮਨ ਬੁੱਧ ਸਾਰੀਆਂ ਖਤਮ ਹੋ ਜਾਂਦੀਆਂ ਨੇ, ਗਿਆਨ ਇੰਦਰੇ ਕਰਮ ਇੰਦਰੇ ਖਤਮ ਹੋ ਜਾਂਦੇ ਨੇ, ਕੁਝ ਵੀ ਨਹੀਂ ਚੱਲਦਾ ਉੱਥੇ, ਇਹ ਤੇ ਅਸਰ ਨਹੀਂ ਪੈਂਦਾ। ਗੂੜੀ ਨੀਂਦ ਵਿੱਚ ਚਲਾ ਗਿਆ, ਪਰ ਹੁਣ ਉੱਥੇ ਪਿਆ ਹੋਇਆਂ ਨੂੰ ਕਿਹਨੇ ਦੱਸਿਆ ਵੀ ਤੈਨੂੰ ਗੂੜੀ ਨੀਂਦ ਆਈ ਆ? ਉੱਥੇ ਆਤਮਾ ਨੇ ਦੱਸਿਆ। ਉਹ ਆਤਮਾ ਡਾਇਰੈਕਟਲੀ ਇੱਕ ਆਤਮਾ ਦੇ ਨੇੜੇ ਚਲਿਆ ਜਾਂਦਾ, ਪਰ ਸਟਿਲ ਯੈਟ ਇਟਸ ਅ ਬੈਰੀਅਰ। ਆਤਮਾ ਦਾ ਸੁੱਖ ਪ੍ਰਾਪਤ ਹੁੰਦਾ ਹੈ, ਜਿਵੇਂ ਆਪਾਂ ਕਹੀਏ ਜਿਵੇਂ ਸੂਰਜ ਬਾਹਰ ਹੈ, ਤੁਸੀਂ ਘਰ ਦੇ ਅੰਦਰ ਬੈਠੇ ਤੁਹਾਨੂੰ ਹੀਟ ਤੇ ਲਾਈਟ ਦਾ ਮਹਿਸੂਸ ਹੋ ਰਿਹਾ ਹੈ, ਪਰ ਤੁਹਾਡੇ ਜਿਹੜਾ ਹਨ ਦਰਵਾਜ਼ਾ ਬੰਦ ਹੈ ਜਾਂ ਤੁਹਾਡਾ ਗਲਾਸ ਵਿੰਡੋ ਹੈ ਜਾਂ ਕੋਈ ਕਰਟਨ ਹੈ, ਉਹ ਕਰਟਨ ਦੇ ਵਿੱਚ ਦੀ ਜਿਹੜਾ ਲਾਈਟ ਆ ਰਿਹਾ, ਹੀਟ ਆ ਰਿਹਾ, ਉਹ ਤੁਸੀਂ ਮਹਿਸੂਸ ਕਰ, ਉਹ ਆਨੰਦਮੈ ਕੋਸ਼ ਹੈ। ਤੁਸੀਂ ਉੱਥੇ ਉਹ ਅਵਸਥਾ 'ਚ ਬੈਠੇ ਹੋ। ਤੇ ਕੋ ਵਰਤਤ ਸੁਖਪਤ ਮਾਹੀ। ਹਾਂ ਦੇਖੋ ਇਹ ਸਕੋਪਤ ਅਵਸਥਾ ਵਿੱਚ ਵਰਤਨ ਵਾਲੀ ਹੈ। ਰੂਪ ਆਪਨੋ ਲਖੋ ਸੋ ਨਾਹੀ। ਹਾਂ ਕਹਿੰਦੇ ਉਹ ਵੀ ਆਪਣਾ ਰੂਪ ਨਾ ਜਾਣੋ, ਉੱਥੇ ਵੀ ਹਜੇ ਆਤਮਾ ਤੱਕ ਨਹੀਂ ਪਹੁੰਚੇ, ਹਜੇ ਬੈਰੀਅਰ ਹੈ। ਕੀ ਬੈਰੀਅਰ ਹੈ? ਆਪਾਂ ਇਹ ਜਾਣਿਆ ਮੈਂ ਹੋਰ ਉਹ ਹੋਰ, ਮੈਂ ਪਰਮਾਤਮਾ ਨੂੰ ਫੀਲ ਕੀਤਾ, ਦੈਟ ਮੀਨਸ ਮੈਂ ਹੋਰ ਹਾਂ ਪਰਮਾਤਮਾ ਹੋਰ ਆ, ਤਾਂ ਮੈਂ ਫੀਲ ਕੀਤਾ। ਹਜੇ ਮੈਂ ਪਰਮਾਤਮਾ ਨਾਲ ਇੱਕ ਨਹੀਂ ਹੋਇਆ, ਹਜੇ ਵੀ ਮੈਂ ਉਹਨੂੰ ਫੀਲ ਕਰ ਰਿਹਾ, ਬਿਕੋਜ਼ ਆਈ ਐਮ ਡਿਫਰੈਂਟ ਦੈਨ ਹਿਮ ਯੈਟ। ਭਾਵੇਂ ਪੜਦਾ ਹਜੇ ਛੋਟਾ ਜਿਹਾ ਰਹਿ ਗਿਆ ਕੰਮ, ਹਜੇ ਥੋੜਾ ਜਿਹਾ ਹੀ ਰਹਿ ਗਿਆ, ਪਰ ਫਿਰ ਵੀ ਮੈਂ ਆਪਣੇ ਆਪ ਨੂੰ ਡਿਫਰੈਂਟ ਜਾਣਦਾ ਹਾਂ।
ਇਸ ਕਰਕੇ ਇਨ ਤੇ ਪਰੇ ਨਿਰੰਜਨ ਰੂਪ ਦੇਖੋ ਇਹ ਤੋਂ ਪਰੇ ਆਨੰਦਮय ਖੋਜ ਤੋਂ ਪਰੇ ਹੀ ਪਰਮਾਤਮਾ ਦਾ ਸਰੂਪ ਹੈ। ਮੇਰਾ ਵੈਵ ਆਤਮਾ ਅਨੂਪ ਦੇਖੋ ਉਹ ਪਰਮਾਤਮਾ ਜਿਹੜਾ ਹੈ ਉਹ ਜਿਹੜਾ ਹੈ ਉਹਦੇ ਵਿੱਚ ਇੱਕੋ ਰੰਗ ਵਾਲਾ ਇੱਕੋ ਹੀ ਰਸ ਵਾਲਾ ਹੈ, ਉਹਦੇ ਵਿੱਚ ਕੋਈ ਡਿਫਰੈਂਸਸ ਨਹੀਂ, ਉਹ ਇੱਕ ਹੀ ਹੈ, ਉਹੀ ਸਰੂਪ ਹੈ, ਉਹਦੇ ਵਿੱਚ ਉਤਰਾਓ ਚੜਾਓ ਹੈ ਨਹੀਂ, ਦੁੱਖ ਸੁੱਖ ਹੈ ਨਹੀਂ। ਤੇ ਕੋ ਹੋਤ ਜਨਮ ਨਹਿ ਮਰਨਾ ਦੇਖੋ ਇਸ ਕਰਕੇ ਜੇ ਉਹ ਸਰੂਪ ਨੂੰ ਜਾਣ ਲਈਏ ਉਹਦੇ ਵਿੱਚ ਸਮਾ ਜਾਈਏ ਫਿਰ ਜਨਮ ਮਰਨ ਨਹੀਂ ਹੁੰਦਾ। ਹਰਖ ਸੋਕ ਰੰਚਕ ਨਹਿ ਬਰਨਾ ਖੁਸ਼ੀ ਤੇ ਗਮੀ ਜਿਹੜਾ ਹਨ ਥੋੜੀ ਜੀ ਵੀ ਨਹੀਂ ਮਹਿਸੂਸ ਹੁੰਦੀ, ਜਿਹੜੀ ਹਨ ਫੀਲ ਨਹੀਂ ਹੁੰਦੀ। ਰਾਗ ਨਾ ਦ્વੈਖ ਨਾ ਮੋਹ ਨਾ ਮਾਇਆ ਦੇਖੋ ਉਥੇ ਨਾ ਰਾਗ ਹੈ ਨਾ ਦ્વੈਖ ਹੈ ਨਾ ਮੋਹ ਹੈ ਨਾ ਮਾਇਆ ਹੈ। ਰੋਗ ਵਿਯੋਗ ਨਾ ਭੋਗ ਅਜਾਇਆ ਦੇਖੋ ਨਾ ਉਥੇ ਰੋਗ ਹੈ ਨਾ ਉਥੇ ਵਿਛੋੜਾ ਹੈ ਨਾ ਉਥੇ ਭੋਗ, ਨਾ ਉਥੇ ਭੋਗਣ ਦੀ ਕੰਜ਼ਿਊਮ ਕਰਨ ਦੀ ਕੋਈ ਇੱਛਾ ਜਾਗਦੀ ਹੈ, ਤੇ ਉਹ ਅਜਨਮ ਹੈ, ਉਥੇ ਜਨਮ ਵੀ ਨਹੀਂ ਲੈਣਾ ਪੈਂਦਾ, ਉਹ ਤਾਂ ਇੱਕ ਪਰਮਾਤਮਾ ਹੀ ਹੋ ਜਾਂਦਾ ਹੈ। ਸਤ ਚੇਤਨ ਆਨੰਦ ਮਹਾਨਾ ਇਸ ਕਰਕੇ ਉਹ ਇੱਕ ਹੀ ਹੈ ਜੋ ਸਤ ਚੇਤਨ ਤੇ ਆਨੰਦ ਸਰੂਪ ਪਰਮਾਤਮਾ ਹੈ। ਉਹ ਤਿੰਨੇ ਗੁਣ ਹਨ ਉਹਦੇ ਵਿੱਚ ਹੀ ਸਮਾ ਜਾਂਦੇ ਹਨ। ਐਸੋ ਰੂਪ ਆਪਨੋ ਜਾਨਾ ਇਸ ਕਰਕੇ ਉਹੀ ਰੂਪ ਆਤਮਾ ਦਾ ਆਪਣਾ ਸਵੈ ਰੂਪ ਅਸਲੀ ਰੂਪ ਹੈ। ਆਵਰ ਰੀਅਲ ਸੈਲਫ ਇਜ਼ ਦੀ ਆਤਮਾ ਇਟਸੈਲਫ ਇਜ਼ ਦ ਗॉड ਹਿਮਸੈਲਫ। ਪਰਮਾਤਮਾ ਆਪ ਹੋ। ਤਾਤੁਕ ਤਾਹੇ ਵਿਕਾਰ ਨਾ ਕੋਈ ਇਸ ਕਰਕੇ ਉਹਦੇ ਵਿੱਚ ਕੋਈ ਵਿਕਾਰ ਨਹੀਂ, ਪੰਜਾਂ ਤੱਤਾਂ ਦਾ ਕੋਈ ਵਿਕਾਰ ਨਹੀਂਗਾ, ਸੂਖਸ਼ਮ ਸਰੀਰ ਦਾ ਕੋਈ ਵਿਕਾਰ ਨਹੀਂ, ਨਾ ਉਥੇ ਗਿਆਨ ਇੰਦਰੀ ਨਾ ਕਰਮ ਇੰਦਰੀ, ਕੁਝ ਵੀ ਜਿਹੜੇ ਪ੍ਰਾਣ ਵੀ ਨਾ ਰਹਿ ਗਏ, ਕੁਝ ਵੀ ਨਹੀਂ ਰਹਿ ਗਿਆ, ਸਭ ਕੁਝ ਖਤਮ ਲੀਨ ਹੋ ਜਾਂਦਾ ਹੈ। ਕਲਪਤ ਸਭ ਉਪਾਦ ਸੋ ਹੋਈ ਦੇਖੋ ਇਹ ਜਿਹੜੀ ਹਨ ਜਿਹੜਾ ਹਨ ਆਪਾਂ ਨੂੰ ਸੱਚ ਲੱਗਦਾ ਹੈ ਇਹ ਸੰਸਾਰ, ਇਹ ਕਲਪਨਾ ਹੀ ਹੈ, ਇਹ ਇਮੇਜਿਨੇਸ਼ਨ ਕਰਕੇ ਆਪਾਂ ਨੂੰ ਦਿਸ ਰਿਹਾ ਹੈ ਸਾਰਾ। ਜਿਉ ਰੱਜੂ ਮੈਂ ਹੈ ਅਗਿਆਨਾ ਹੁਣ ਇੱਥੇ ਇੱਕ ਐਗਜ਼ਾਮਪਲ ਦਿੰਦੇ ਨੇ, ਕਹਿੰਦੇ ਵੀ ਇਹ ਕਲਪਤ ਕਿਵੇਂ ਹੈ, ਕਿਵੇਂ ਹੁਣ ਜਿਵੇਂ ਕਹਿ ਦਈਏ ਵੀ ਇਹ ਹਨੇਰਾ ਕਰਕੇ ਇੱਕ ਰੱਸੀ ਰੱਖ ਦੋ, ਇੱਕ ਰੱਸੀ ਜਿਹੜੀ ਹੈ ਧਰਤੀ ਤੇ ਪਈ ਹੈ ਤੇ ਹਨੇਰਾ ਹੋ ਗਿਆ, ਤਾਂ ਫਿਰ ਉਹਦੇ ਨਾਲ ਕਲਪਨਾ ਕਿਵੇਂ ਬਣਦੀ ਹੈ, ਕਿੰਨੀਆਂ ਕਲਪਨਾ ਬਣਦੀਆਂ, ਬੰਦਾ ਉਹਨੂੰ ਕਿਹੜੀ ਇਮੇਜਿਨੇਸ਼ਨ ਕਿਹੜੀ ਪਰਸਪੈਕਟਿਵ ਤੋਂ ਡਿਫਰੈਂਟ ਉਹਦੀ ਪਰਸਪੈਕਟਿਵ ਹੁੰਦੀ ਹੈ, ਡਿਫਰੈਂਟ ਸਿਨੈਰੀਓ ਹੁੰਦਾ ਹੈ, ਉਹ ਡਿਫਰੈਂਟ ਚੀਜ਼ ਨੂੰ ਦੇਖਣਾ ਚਾਹੁੰਦਾ ਹੈ। ਇਹ ਸਾਰੀਆਂ ਚੀਜ਼ਾਂ ਇਮੇਜਿਨਰੀ ਨੇ। ਸੋ ਇਹ ਕੀ ਹੁੰਦਾ ਹੈ ਫਿਰ ਕਲਪੇ ਸਰਪ ਹੋਏ ਭੈ ਮਾਨਾ ਕਈਆਂ ਵਾਸਤੇ ਉਹ ਸੱਪ ਹੈ, ਕਿਉਂਕਿ ਉਹਨੇ ਕਿਤੇ ਸੱਪ ਦੇਖਿਆ ਹੋਵੇਗਾ, ਉਹਨੂੰ ਸੱਪ ਦਾ ਫੀਅਰ ਉਹਦੇ ਅੰਦਰ, ਉਹ ਰੱਸੀ ਨੂੰ ਦੇਖ ਕੇ ਉਹ ਕਹੂਗਾ ਇਹ ਸੱਪ ਹੈ, ਇਹ ਸੱਪ ਹੈ। ਫਿਰ ਫੂਲ ਮਾਲ ਤਾਕੋ ਕੋ ਮਾਨੇ ਦੂਜਾ ਜਿਹੜਾ ਕੋਈ ਜਿਹਨੂੰ ਸੱਪ ਦਾ ਡਰ ਨਹੀਂਗਾ, ਜਿਹੜਾ ਹਮੇਸ਼ਾ ਹੀ ਪੂਜਾ ਕਰਦਾ ਰਿਹਾ ਚੰਗੇ ਕਰਮ, ਉਹ ਕਹਿੰਦਾ ਨਹੀਂ ਜੀ ਇਹ ਤਾਂ ਫੁੱਲਾਂ ਦੀ ਮਾਲਾ ਪਈ ਹੈ, ਇਹ ਤਾਂ ਕੋਈ ਮਾਲਾ ਹੈ ਫੁੱਲਾਂ ਵਾਲੀ, ਤੇ ਉਹਨੂੰ ਜਿਹੜਾ ਆਟੋਮੈਟਿਕਲੀ ਵਾਸ਼ਨਾ ਵੀ ਆਉਂਦੇ ਕਿਉਂਕਿ ਉਹਨੇ ਕਲਪਤ ਕਰ ਲਈ ਉਹ ਗੱਲ। ਫਿਰ ਭੂਮ ਦਰਾਰ ਕੋਈ ਪਹਿਚਾਨੇ ਤੇ ਜਿਹੜਾ ਕੋਈ ਬੰਦਾ ਜਿਹੜਾ ਸਾਇੰਟਿਸਟ ਹੋਵੇ ਉਹ ਕਹਿੰਦਾ ਨਹੀਂ 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 ਇਹ ਅਰਥਕੁਐਕ ਹੈ, ਇਹ ਜਿਹੜਾ ਹਨ ਧਰਤੀ ਦੇ ਵਿੱਚ ਜਿਹੜਾ ਕਰੈਕ ਹੋ ਗਿਆ, ਉਹਨੂੰ ਕਰੈਕ ਦਿਸਦਾ ਹੈ। ਤੇ ਦੇਖੋ ਇਹ ਸਾਰਾ ਦੇਖੋ ਇੱਕ ਹੀ ਚੀਜ਼ ਹੈ, ਇੱਕ ਰੱਸੀ ਹੈ, ਇੱਕ ਨੇ ਸੱਪ ਦੇਖ ਲਿਆ, ਇੱਕ ਨੇ ਉਹਦੇ ਵਿੱਚ ਫੁੱਲਾਂ ਦੀ ਮਾਲਾ ਦੇਖ ਲਈ, ਇੱਕ ਨੇ ਉਹਦੇ ਵਿੱਚ ਕਰੈਕ ਦੇਖ ਲਿਆ ਧਰਤੀ ਦਾ। ਹੋਏ ਜੇ ਗਿਆਨ ਜਥਾਰਥ ਤਾਂ ਦੇਖੋ ਜਿਵੇਂ ਹੁਣ ਉੱਥੇ ਬੱਤੀ ਜਿਹੜੀ ਲਾਈਟ ਤੁਸੀਂ ਲਾ ਦਿਓ, ਟਾਰਚ ਲਾਈਟ ਕਰ ਦਿਓ ਉਹਦੇ ਉੱਤੇ, ਤਾਂ ਫਿਰ ਉਹ ਲਾਈਟ ਦੇ ਵਿੱਚ ਸੱਚਮੁੱਚ ਦਿਸ ਪੈਂਦਾ ਵੀ ਤਾਂ ਰੱਸੀ ਹੈ ਨਾ, ਸਾਰਾ ਭਰਮ ਦੂਰ ਹੋ ਗਿਆ। ਉਹ ਤਿੰਨ ਪਰਸਪੈਕਟਿਵ ਜਿਹੜੀਆਂ ਹਨ ਉਹ ਜਿਹੜੀਆਂ ਹਨ ਬਿਲਕੁਲ ਹੀ ਰੋਂਗ ਹੋ ਗਈਆਂ, ਜਿਹੜਾ ਪ੍ਰੂਵਨ ਟੂ ਬੀ ਰੋਂਗ ਹੋ ਗਈਆਂ, ਸਿਰਫ ਇੱਕ ਲਾਈਟ ਆਉਣ ਦੇ ਕਰਕੇ। ਇਸੇ ਪ੍ਰਕਾਰ ਕਰਕੇ ਆਪਣੇ ਅੰਦਰ ਜਦੋਂ ਤੱਕ ਜਿਹੜਾ ਅਗਿਆਨਤਾ ਦਾ ਹਨੇਰਾ ਹੈ, ਆਪਾਂ ਨੂੰ ਇਹ ਦੁਨੀਆ ਬਹੁਤ ਪ੍ਰਕਾਰ ਕਰਕੇ ਵੀ ਸੀ ਦ ਵਰਲਡ ਡਿਫਰੈਂਟਲੀ, ਟੋਟਲੀ ਡਿਫਰੈਂਟ ਫਰੋਮ ਦੀ ਐਕਚੁਅਲ ਫਾਰਮ, ਇਹ ਟੋਟਲੀ ਡਿਫਰੈਂਟ ਦਿਸਣ ਲੱਗ ਜਾਂਦੀ ਹੈ। ਪਰ ਜਦੋਂ ਕੋਈ ਲਾਈਟ ਕੋਈ ਜਿਹੜਾ ਅਗਿਆਨ ਆ ਜਾਵੇ ਉਦੋਂ ਬਿਲਕੁਲ ਸਾਫ਼ ਹੋ ਜਾਂਦੇ ਹੈ, ਬਿਕੋਜ਼ ਗਿਆਨ ਟਰੂਥ ਦੇ ਵਿੱਚ ਇੱਕੋ ਹੀ ਗੱਲ ਆ, ਦੋ ਗੱਲਾਂ ਨਹੀਂ ਹੁੰਦੀਆਂ ਉੱਥੇ। ਰੱਜੋ ਬਿਨਾ ਔਰ ਕਛ ਨਾਹੀ ਦੇਖੋ ਫਿਰ ਉਹ ਰੱਸੀ ਦੀ ਰੱਸੀਓ ਨਜ਼ਰ ਆਏਗੀ, ਹੋਰ ਨਹੀਂ ਕੁਝ ਨਜ਼ਰ ਆਏਗਾ। ਤਿਉ ਅਗਿਆਨ ਹੈ ਤੇ ਜਗ ਖੇਰੋ ਦੇਖੋ ਇਹ ਅਗਿਆਨ ਤਿਉਂ ਕਹਿਣ ਲਗੇ ਇਹੀ ਅਗਿਆਨ ਹੈ ਜਿਹਦੇ ਕਰਕੇ ਇਹ ਜਗਤ ਬਣਿਆ ਹੋਇਆ ਹੈ। ਨਸਤ ਪਏ ਚੇਤਨ ਇੱਕ ਹੇਰੋ ਬਸ ਇਹ ਨਸ਼ਟ ਹੋ ਜਾਏਗਾ, ਇਹ ਖਤਮ ਹੁੰਦੀ ਹੈ ਇਮੇਜਿਨਰੀ ਜਿਹੜੀ ਕਲਪਨਾ ਹੈ, ਇਹ ਉਦੋਂ ਖਤਮ ਹੁੰਦੀ ਜਦੋਂ ਚੇਤਨ ਇੱਕ ਪਰਮਾਤਮਾ ਦਾ ਗਿਆਨ ਲੈ ਲਈਏ। ਅਸ ਕਹਿ ਕਿਰਪਾ ਦ੍ਰਿਸ਼ਟ ਅਵਲੋਕੇ ਇਹ ਜਰਾ ਹਨ ਸਤਿਗੁਰਾਂ ਨੇ ਇਹ ਬਚਨ ਕਰਕੇ ਨਾ, ਗੁਰੂ ਨਾਨਕ ਸਾਹਿਬ ਨੇ, ਹੁਣ ਇਹ ਗੁਰੂ ਦਾ ਕੰਮ ਹੈ। ਦੇਖੋ ਇਹ ਗਿਆਨ ਜਿਹੜਾ ਆਪਾਂ ਸੁਣ ਲਿਆ, ਆਪਾਂ ਇਹਨੂੰ ਪ੍ਰੂਫ ਵੀ ਕਰ ਲਿਆ, ਇਹਨੂੰ ਆਪਾਂ ਐਗਜ਼ਾਮਪਲ ਦੇ ਕੇ ਸਮਝ ਵੀ ਲਿਆ, ਪਰ ਦੇਖੋ ਇੱਕ ਚੀਜ਼ ਦੀ ਲੋੜ ਹੈ, ਗੁਰਪ੍ਰਸਾਦ। ਹੁਣ ਇਹ ਜਿਹੜੀ ਹੈ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਇਹ ਗਿਆਨ ਪਾਈ। ਹੁਣ ਇਹ ਨਾ ਕਹਿ ਦਿਓ ਇਹ ਗਿਆਨ ਸਾਨੂੰ ਮਿਲ ਗਿਆ, ਉਹ ਵੀ ਆ ਬ੍ਰਹਮ ਗਿਆਨੀ ਨਾਓ ਵੀ ਕੈਨ ਡੂ ਐਵਰੀਥਿੰਗ, ਇਹ ਗੱਲ ਨਹੀਂ ਬਣਦੀ। ਇਹ ਤਾਂ ਸਿਰਫ ਆਪਾਂ ਸੁਣਿਆ ਹੈ, ਕਿਹਾ ਹੈ, ਸਮਝਿਆ ਹੋਊਗਾ, ਪਰ ਇਹਨੂੰ ਹਜੇ ਆਪਾਂ ਮਹਿਸੂਸ ਨਹੀਂ ਕੀਤਾ ਅੰਦਰ, ਇਹਨੂੰ ਵੀ ਡਿਡਨਟ ਐਕਸਪੀਰੀਅੰਸ ਇਟ ਯੈਟ। ਉਹ ਜਿਹੜੀ ਚੀਜ਼ ਹੈ, ਫਿਰ ਐਕਸਪੀਰੀਅੰਸ ਕਰਨਾ ਵੱਖਰੀ ਆ, ਉਹਦੀ ਪ੍ਰਾਪਤੀ ਜਿਹੜੀ ਆ ਉਹ ਡਿਫਰੈਂਟ ਚੀਜ਼ ਹੈ। ਹੁਣ ਇੱਥੇ ਕੀ ਲੋੜ ਆ, ਅਸ ਕਹਿ ਕਿਰਪਾ ਦ੍ਰਿਸ਼ਟ ਅਵਲੋਕੀ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਇਹ ਬਚਨ ਕਰਕੇ, ਇਹ ਜਿਹੜਾ ਗਿਆਨ ਦੇ ਕੇ ਭਾਈ ਲੈਣੇ ਵੱਲ ਆਪਣੀ ਨਿਗਾਹ ਕਿਰਪਾ ਵਾਲੀ ਕਰਕੇ ਦੇਖਿਆ, ਬਸ ਇਹ ਚੀਜ਼ ਦੀ ਲੋੜ ਹੈ।
ਭਾਈ ਆਤਮ ਗਿਆਨ ਗੁਰੂ ਦੇ ਕਰਕੇ ਹੀ ਪ੍ਰਾਪਤ ਹੁੰਦਾ ਹੈ। ਕਿਤਾਬਾਂ ਭਾਵੇਂ ਜਿੰਨੀਆਂ ਮਰਜ਼ੀ ਪੜ੍ਹ ਲਓ, ਜਿੰਨੇ ਮਰਜ਼ੀ ਗ੍ਰੰਥ ਪੜ੍ਹ ਲਓ, ਗੁਰੂ ਤੋਂ ਬਗੈਰ ਨਹੀਂ ਕੰਮ ਬਣਨਾ। ਗੁਰੂ ਨੇ ਜਦੋਂ ਕੀਤੀ ਕਿਰਪਾ, ਦਾਸ ਅਵਿਦਿਆ ਸਗਰੀ ਰੋਕੀ। ਬਸ ਉਹਨਾਂ ਨੇ ਕੀ ਕੀਤਾ, ਆਪਣਾ ਦਾਸ ਭਾਈ ਲੈਣੀ ਦੀ ਸਾਰੀ ਅਗਿਆਨਤਾ, ਸਾਰੀ ਜਿਹੜੀ ਅਵਿਦਿਆ ਸੀ, ਸਾਰੀ ਦੂਰ ਕਰਤੀ। ਉਹਨਾਂ ਦੇ ਅੰਦਰ ਜਿਵੇਂ ਸੂਰਜ ਦਾ ਪ੍ਰਕਾਸ਼ ਹੁੰਦਾ ਹੈ, ਇਸ ਤਰ੍ਹਾਂ ਪ੍ਰਕਾਸ਼ ਹੋ ਗਿਆ। ਇੱਕ ਸਰੂਪ ਕਾ ਦਰਸ ਦਿਖਾਇਓ। ਬਸ ਉਹਨਾਂ ਨੂੰ ਇੱਕ ਸਰੂਪ ਦਾ ਦਰਸ਼ਨ ਕਰਾਤਾ ਭਾਈ ਲੈਣੀ ਜੀ ਨੂੰ। ਉਦਤ ਆਨੰਦ ਮਝਾਰ ਸਮਾਇਓ। ਦੇਖੋ ਉਦਤ ਆਨੰਦ ਸਮੁੰਦਰ ਹੋ ਗਿਆ ਉਹਨਾਂ ਦੇ ਅੰਦਰ, ਆਨੰਦ ਦਾ ਸਮੁੰਦਰ ਉਹ ਮਹਿਸੂਸ ਕਰ ਰਹੇ ਹਨ ਆਪਣੇ ਅੰਦਰ। ਲੈਣੇ ਕੀ ਸਮਾਧ ਤੇ ਕਾਲਾ। ਬਸ ਭਾਈ ਲੈਣੇ ਦੀ ਸਮਾਧੀ ਜੁੜ ਗਈ ਉਸ ਵੇਲੇ, ਉਸ ਅਨੰਤ ਸਰੂਪ ਦੇ ਵਿੱਚ, ਪਰਮਾਤਮਾ ਸਰੂਪ ਦੇ ਵਿੱਚ ਲੀਨ ਹੋ ਗਏ। ਲੱਗੀ ਅਖੰਡ ਨਿਮਗਨ ਬਿਸਾਲਾ। ਬਸ ਲੱਗੀ ਅਖੰਡ, ਨਹੀਂ ਹਿੱਲਣ ਵਾਲੀ, ਨਹੀਂ ਜਿਹੜੀ ਟੁੱਟਣ ਵਾਲੀ, ਉਹ ਐਸੀ ਸਮਾਧੀ ਲੱਗੀ ਹੁਣ। ਨਿਮਗਨ ਬਿਸਾਲਾ, ਉਹਦੇ ਵਿੱਚ ਨਿਮਗਨ ਹੋ ਗਏ, ਜਿਹੜਾ ਐਂਗਰੋਸ ਹੋ ਗਏ ਉਸ ਅਵਸਥਾ ਦੇ ਵਿੱਚ। ਜਨ ਦਿਨ ਕਰ ਕੋਟਿਕ ਚੜ ਗਏ। ਜਿਵੇਂ ਕਹਿੰਦੇ ਜਨ ਦਿਨ ਕਰ, ਕਹਿੰਦੇ ਇੱਕ ਸੂਰਜ ਨਹੀਂ, ਭਾਈ ਲੈਣੇ ਨੂੰ ਇਉਂ ਲੱਗਦਾ ਕਰੋੜਾਂ ਸੂਰਜ ਚੜ ਗਏ ਉਹਨਾਂ ਦੇ ਅੰਦਰ। ਕਿਰਪਾ ਸੋ ਅਸ ਪ੍ਰਕਾਸ਼ ਨਿਰਮੈ। ਦੇਖੋ ਕਿਰਪਾ, ਐਸੀ ਕਿਰਪਾ ਹੈ ਗੁਰੂ ਦੀ, ਜਿਨ੍ਹਾਂ ਨੇ ਐਸਾ ਜਿਹੜਾ ਚਾਨਣ ਗਿਆਨ ਦਾ ਉਹਨਾਂ ਦੇ ਅੰਦਰ ਕਰ ਦਿੱਤਾ। ਸਗਰੋ ਤਿਮਰ ਅਗਿਆਨ ਨਾ ਸਾਇਓ। ਸਾਰਾ ਜਿਹੜਾ ਅਗਿਆਨਤਾ ਦਾ ਹਨੇਰਾ ਦੂਰ ਹੋ ਗਿਆ। ਲੇਸ ਅਵਿਦਿਆ ਕੋ ਨਾ ਰਹਾਇਓ। ਥੋੜੀ ਜੀ ਲੇਸ਼ ਮਾਤਰ ਵੀ ਜਿਹੜੀ ਹਨ ਅਵਿਦਿਆ ਜਿਹੜੀ ਹੈ ਉਹ ਨਹੀਂ ਰਹਿ ਗਈ, ਬਿਲਕੁਲ ਖਤਮ ਕਰਤੀ ਜਿਹੜੀ ਇਗਨੋਰੈਂਸ ਸੀ। ਕਿਤਕ ਕਾਲ ਪੁਨ ਛੁੱਟੀ ਸਮਾਧਾ। ਕੁਝ ਕੁ ਸਮੇਂ ਬਾਅਦ ਉਹਨਾਂ ਦੀ ਸਮਾਧੀ ਛੁੱਟੀ। ਲਿਖੇ ਅਗਾਰੀ ਗੁਰੂ ਅਗਾਧਾ। ਜਦੋਂ ਉਹਨਾਂ ਨੇ ਦੇਖਿਆ ਆਪਣੇ ਸਾਹਮਣੇ ਜਿਹੜੇ ਭਾਰੇ ਗੁਰੂ ਬੈਠੇ ਨੇ, ਜਿਹੜੇ ਗੁਰੂ ਸਮਝ ਤੋਂ ਪਰੇ ਨੇ, ਉਹ ਸਰੂਪ ਗੁਰੂ ਨਾਨਕ ਦਾ ਅੱਜ ਦੇਖਿਆ, ਜੋ ਪਰਮਾਤਮਾ ਦਾ ਆਪਣਾ ਸਰੂਪ ਹੈ। ਭਰਿਓ ਪਦ ਪੰਕਜ ਤਤ ਕਾਲਾ। ਭਾਈ ਲੈਣਾ ਮਹਾਰਾਜ ਦੇ ਚਰਨੀ ਪੈ ਗਿਆ ਅੱਜ। ਲੱਗਿਓ ਪ੍ਰਸੰਨ ਸਨ ਪ੍ਰੇਮ ਵਿਸਾਲਾ। ਲੱਗਿਓ ਪ੍ਰਸੰਨ। ਦੇਖੋ ਇੰਨਾ ਪ੍ਰਸੰਨ ਹੋਇਆ ਹੁਣ ਗਿਆਨ ਹੋਣ ਕਰਕੇ। ਭਾਈ ਲੈਣਾ ਵਾਸ ਏਬਲ ਟੂ ਸੀ ਦ ਰੀਅਲ ਸੈਲਫ ਆਫ ਗੁਰੂ ਨਾਨਕ। ਉਹਨਾਂ ਨੂੰ ਗੁਰੂ ਨਾਨਕ ਪਰਮਾਤਮਾ ਦਿਸਿਆ ਅੱਜ ਪ੍ਰਤੱਖ ਹੋ ਕੇ। ਤੇ ਉਦੋਂ ਭਾਈ ਲੈਣੇ ਨੇ ਫਿਰ ਪ੍ਰੇਸ ਕੀਤੀ ਗੁਰੂ ਨਾਨਕ ਦੀ, ਪਰਮਾਤਮਾ ਜਾਣ ਕੇ। ਭੁਜੰਗ ਪ੍ਰਿਆਤ ਛੰਦ ਨਮੋ ਪਾਦ ਕੰਜੰ ਗੁਰੂ ਗਿਆਨ ਗਿਆਤਾ। ਨਮੋ ਪਾਦ ਕੰਜੰਗ, ਹੈ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ, ਆਪ ਜੀ ਦੇ ਚਰਨਾਂ ਕਵਲਾਂ ਦੇ ਉੱਤੇ ਮੇਰੀ ਨਮਸਕਾਰ ਹੈ। ਹੇ ਗੁਰੂ ਸਤਿਗੁਰੂ, ਤੁਸੀਂ ਗਿਆਨ ਦੇ ਦੇਣ ਵਾਲੇ ਹੋ, ਗਿਆਨ ਦੇ ਕਰਾਉਣ ਵਾਲੇ ਹੋ, ਗਿਆਨ ਦੇ ਘਰ ਹੋ ਤੁਸੀਂ। ਮਹਾ ਮੋਹ ਹੰਤਾ ਘਨਾ ਆਨੰਦ ਦਾਤਾ। ਮਹਾਰਾਜ ਤੁਸੀਂ ਮਾਂ ਮੋਹ ਨੂੰ ਖਤਮ ਕਰਨ ਵਾਲੇ ਹੋ, ਤੁਸੀਂ ਘਣਾ ਆਨੰਦ ਦੇ ਦਾਤੇ ਹੋ, ਬਹੁਤ ਸਾਰਾ ਆਨੰਦ ਦੇਣ ਵਾਲੇ ਹੋ। ਨਮੋ ਲੋਕ ਲੋਕੇਸ਼ਵਰੰ ਲੋਕ ਕਰਤਾ। ਹੇ ਤੁਹਾਨੂੰ ਨਮਸਕਾਰ ਹੈ, ਕਿਉਂਕਿ ਤੁਸੀਂ ਲੋਕਾਂ ਦੇ, ਸਾਰੀ ਦੁਨੀਆ ਦੇ ਈਸ਼ਵਰ ਹੋ, ਤੁਸੀਂ ਇੱਕੋ ਹੀ ਮਾਲਕ ਹੋ, ਬਾਕੀ ਸਾਰੀ ਤਾਂ ਤੁਹਾਡੀ ਆਪਣੀ ਬਣਾਈ ਹੋਈ ਦੁਨੀਆ ਹੈ। ਲੋਕ ਕਰਤਾ, ਤੁਸੀਂ ਇਹਦਾ ਕ੍ਰੀਏਟਰ, ਸੋਲ ਕ੍ਰੀਏਟਰ ਹੋ ਸਾਰਿਆਂ ਦੇ। ਸਦਾ ਸਰਬ ਥਾਨੰ ਸਦਾ ਸਰਬ ਭਰਤਾ। ਦੇਖੋ ਸਦਾ ਸਰਬ ਥਾਨੰ, ਸਦਾ ਵਾਸਤੇ, ਐਟ ਆਲ ਟਾਈਮਸ, ਐਟ ਆਲ ਪਲੇਸਸ। ਪਾਤਸ਼ਾਹ ਜੀ ਤੁਸੀਂ ਆਪੇ ਵਰਤਦੇ ਹੋ, ਸਦਾ ਸਰਬ ਭਰਤਾ, ਸਾਰਿਆਂ ਨੂੰ ਪਾਲਣ ਵਾਲੇ ਵੀ ਤੁਸੀਂ ਆਪ ਹੋ। ਪ੍ਰਲੈ ਕਾਲਕਾਰੀ ਨਮੋ ਸਰਬ ਥਾਨੰ। ਦੇਖੋ ਪ੍ਰਲੈ ਕਾਲਕਾਰੀ, ਤੁਸੀਂ ਜਿਹੜਾ ਹਨ ਪ੍ਰਲੈਕਾਰ, ਤੁਸੀਂ ਉਹ ਇਹ ਦੁਨੀਆ ਨੂੰ ਖਤਮ ਕਰਨ ਵਾਲੇ ਹੋ। ਜਿੱਦਣ ਖਤਮ ਹੋਣੀ ਹੈ ਤਾਂ ਤੁਸੀਂ ਉਹ ਖਤਮ ਕਰਨੀ ਹੈ। ਨਮੋ ਸਰਬ ਥਾਨੰ, ਮੈਂ ਤੁਹਾਨੂੰ ਨਮਸਕਾਰ ਇਸ ਕਰਕੇ ਕਰਦਾ, ਤੁਸੀਂ ਸਾਰੇ ਥਾਵਾਂ ਤੇ ਪ੍ਰਗਟ ਰੂਪ ਹੋ। ਮੁਕੰਦੰ ਪਖੰਡੰ ਨਿਕੰਦੰ ਪ੍ਰਥਾਮੰ। ਮੁਕੰਦੰ, ਤੁਸੀਂ ਮੁਕਤੀ ਦੇ ਦਾਤੇ ਹੋ। ਪਖੰਡ ਹਿਪੋਕ੍ਰੇਸੀ ਨੂੰ ਤੁਸੀਂ ਕੱਟਣ ਵਾਲੇ ਹੋ, ਜਦੋਂ ਮੱਥ ਸੁੱਟਣ ਵਾਲੇ ਹੋ। ਤੁਸੀਂ ਹਿਪੋਕ੍ਰੇਸੀ ਨੂੰ ਛੱਡਣ ਵਾਲੇ ਨਹੀਂ। ਤੁਹਾਡੇ ਹੱਥ ਵਿੱਚ ਆ ਜਾਵੇ ਤਾਂ ਤੁਹਾਡੇ ਬਚਨਾਂ ਕਰਕੇ ਉਹ ਖਤਮ ਹੀ ਹੋ ਜਾਂਦੀ ਹੈ। ਧਰਿਓ ਦੇਹ ਹੇਤੰ ਦੁਖੀ ਦੇਖ ਜਨਤਾ। ਦੇਖੋ ਦੁਖੀ ਜਨਤਾ ਨੂੰ ਦੇਖ ਕੇ, ਦੁਖੀ ਲੋਕਾਂ ਨੂੰ, ਦੁਖੀ ਜੀਵਾਂ ਨੂੰ ਦੇਖ ਕੇ ਤੁਸੀਂ ਅਵਤਾਰ ਧਾਰਿਆ, ਗੁਰੂ ਨਾਨਕ ਹੋ ਕੇ ਆਏ ਹੋ। ਕਿਰਪਾਲੰ ਬਿਸਾਲੰ ਅਕਾਲੰ ਅਨੰਤੰ। ਤੁਸੀਂ ਕਿਰਪਾ ਦੇ ਘਰ ਹੋ, ਵੱਡੇ ਹੋ, ਵੱਡੇ ਕਿਰਪਾ ਦੇ ਘਰ ਹੋ ਕਿ ਅਕਾਲੰ, ਤੁਸੀਂ ਅਕਾਲ ਤੋਂ ਪਰੇ ਹੋ। ਤੇ ਅਨੰਤੰ, ਅਨੰਤ, ਥੋੜਾ ਕੋਈ ਅੰਤ ਨਹੀਂ ਹੈਗਾ। ਕਈ ਕੋਟ ਤਾਰੇ ਅਗੰ ਓਗਕਾਰੀ। ਮਹਾਰਾਜ ਤੁਸੀਂ ਕਈ ਕਰੋੜਾਂ ਹੀ ਤਾਰੇ ਹਨ, ਇੱਕ ਦੋ ਨਹੀਂ, ਕਰੋੜਾਂ, ਟੈਂਸ ਆਫ ਮਿਲੀਅਨਸ ਤੁਸੀਂ ਤਾਰੇ ਹੋ ਇਸ ਸੰਸਾਰ ਤੋਂ ਆਪਣਾ ਉਪਦੇਸ਼ ਦੇ ਕੇ। ਕਿਵੇਂ ਤਾਰੇ ਹੋ? ਅਗੰਗ ਓਗਕਾਰੀ, ਸਾਰੇ ਉਹਨਾਂ ਦੇ ਪਾਪ ਦੂਰ ਕਰਕੇ, ਕੱਟ ਕੇ। ਮਹਾ ਦੁਖ ਦਾਹੇ ਦਤਾਰੰ ਉਧਾਰੀ। ਵੱਡੇ ਵੱਡੇ ਦੁੱਖਾਂ ਨੂੰ ਤੁਸੀਂ ਕੱਟਣ ਵਾਲੇ ਹੋ, ਜਮਾਂ ਜਨਮਾਂਤਰਾਂ ਦੇ ਦੁੱਖਾਂ ਨੂੰ ਤੁਸੀਂ ਕੱਟਣ ਵਾਲੇ ਹੋ। ਜਿਹੜੇ ਦੁੱਖ ਮਿਲੀਅਨਸ ਆਫ ਈਅਰਸ ਵਾਸਤੇ ਭੁਗਤਨੇ ਸੀ, ਤੁਸੀਂ ਇੱਕ ਦ੍ਰਿਸ਼ਟੀ ਕਰਕੇ ਉਹਨਾਂ ਨੂੰ ਕੱਟਣ ਵਾਲੇ ਹੋ। ਦਾਤਾਰੰ ਉਧਾਰੀ, ਤੁਸੀਂ ਉਧਾਰ ਚਿੱਤ ਵਾਲੇ ਹੋ, ਦਾਤਾਂ ਦੇਣ ਵਾਲੇ ਹੋ। ਜਿਹਨੇ ਕਮਾਈ ਵੀ ਨਾ ਹੋਵੇ ਫਿਰ ਵੀ ਤੁਸੀਂ ਬਖਸ਼ਿਸ਼ ਕਰਨ ਵਾਲੇ ਹੋ। ਪਰਮੰ ਪਰਮ ਈਸੰ ਪਰਮੰ ਪਰਮ ਬੇਤਾ। ਕਹਿਣਗੇ ਇਉਂ ਕਰਕੇ ਜਿਹੜਾ ਮੇਰੀ ਨਮਸਕਾਰ ਹੈ, ਕਿਉਂਕਿ ਤੁਸੀਂ ਸ੍ਰਿਸ਼ਟ ਕਰਕੇ ਸਾਰਿਆਂ ਦਾ ਮਾਲਕ ਹੋ, ਤੁਸੀਂ ਸਾਰਿਆਂ ਦੇ ਬਣਾਉਣ ਵਾਲੇ, ਸਾਰਿਆਂ ਦੇ ਭਗਵਾਨ ਰੂਪ ਹੋ ਤੁਸੀਂ। ਪਰਮੰ ਪਰਮ ਬੇਤਾ, ਪਾਤਸ਼ਾਹ ਜੀ ਤੁਸੀਂ ਜਿਹੜੋ ਹੋ, ਜੋ ਵੱਡੇ ਗਿਆਤਾ ਹੋ, ਸਾਰਾ ਗਿਆਨ ਦੇ ਦਾਤੇ ਹੋ ਤੁਸੀਂ, ਜਿਹਨੂੰ ਮਰਜ਼ੀ ਤੁਸੀਂ ਗਿਆਨ ਕਰਾ ਦਿੰਦੇ ਹੋ। ਪਰਮੰ ਪਰਮ ਆਸਰੋ ਪਰਮੰ ਪਰਮੰ ਜੇਤਾ। ਪਰਮੰ ਕਹਿਣਗੇ ਤੁਸੀਂ ਸ੍ਰਿਸ਼ਟ ਕਰਕੇ ਵੱਡੇ ਹੋ, ਕਹਿਣਗੇ ਸਾਰਿਆਂ ਦੇ ਤੁਸੀਂ ਸਪੋਰਟ ਹੋ। ਪਰ ਕਹਿੰਦੇ ਪਾਤਸ਼ਾਹ ਜੀ ਤੁਸੀਂ ਐਸੋ ਪਰਮੰ ਪਰਮ ਜੇਤਾ, ਕਹਿਣਗੇ ਸਾਰਿਆਂ ਦੇ
ਸਾਰੇ ਜਿੰਨੇ ਹਨ ਸਾਰੇ ਵਰਚੂਸ ਨੂੰ ਦੇਣ ਵਾਲੇ, ਕਹਿਣਗੇ ਪਰਮ ਜੇਤਾ, ਕਹਿਣਗੇ ਹੇ ਪ੍ਰਮਾਤਮਾ ਤੁਸੀਂ ਹੀ ਜੇਤਾ, ਸਾਰਿਆਂ ਨੂੰ ਜਿੱਤਣ ਵਾਲੇ ਵੀ ਤੁਸੀਂ ਹੋ। ਪ੍ਰਮਾਨੰਦ ਮਾਧੋ ਪਰਮ ਪ੍ਰੇਮ ਪਾਸੰ, ਹੈ ਪਰਮਾਨੰਦ, ਕਹਿਣਗੇ ਪਰਮਾਨੰਦ, ਪਰਮ ਆਨੰਦ ਨੂੰ ਦੇਣ ਵਾਲੇ ਹੇ ਮਾਧੋ ਤੁਸੀਂ ਪਿਆਰੇ ਹੋ। ਪਰਮੰ ਪ੍ਰੇਮ ਪਾਸੰ, ਤੁਸੀਂ ਆਪਣੇ ਪ੍ਰੇਮੀਆਂ ਦੇ ਅਤੀ ਨਿਕਟ ਹੋ, ਬਹੁਤ ਉਹਨਾਂ ਦੇ ਨੇੜੇ ਹੋ ਕੇ ਵਰਤਦੇ ਹੋ। ਪ੍ਰਭੂ ਪਰਮ ਪੂਰੰ ਪਰਮੰ ਪਿਆਰ ਦਾਸੰ, ਹੇ ਪ੍ਰਭੂ ਤੁਸੀਂ ਪਰਮ ਪੂਰਨ, ਤੁਸੀਂ ਸ੍ਰਿਸ਼ਟ ਕਰਕੇ ਸਾਰੇ ਕਿਤੇ ਪੂਰੇ ਹੋ। ਤੁਹਾਡਾ ਇੱਕ ਸਰੂਪ ਇੱਕ ਜੀਵ ਚ ਸੰਪੂਰਨ ਰੂਪ ਹੋ, ਤੁਸੀਂ ਕਿਤੇ ਵੀ ਘੱਟ ਵੱਧ ਨਹੀਂ ਹੈਗੇ। ਪਰਮੰ ਪਿਆਰ ਦਾਸੰ, ਆਪਣੇ ਦਾਸਾਂ ਨੂੰ ਜਿਹੜਾ ਹਾਂ ਸ੍ਰਿਸ਼ਟ ਕਰਕੇ ਬਹੁਤ ਪਿਆਰ ਦੇਣ ਵਾਲੇ ਹੋ। ਅਪਰੋਖੰ ਸੋ ਪ੍ਰੋਖੰ ਪ੍ਰਮੰ ਰੂਪ ਤੇਰੋ, ਤੁਸੀਂ ਛੁਪੇ ਹੋਏ ਰੂਪ ਤੋਂ ਪ੍ਰਗਟ ਹੋਏ ਰੂਪ ਵਰਗੇ ਹੋ। ਪਾਤਸ਼ਾਹ ਜੀ ਛੁਪੇ ਹੋਏ ਵੀ ਤੁਸੀਂ ਉਹੀ ਹੋ, ਨਿਰਗੁਣ ਸਰੂਪ ਵੀ ਤੁਹਾਡਾ ਉਹੀ ਹੈ, ਸਰਗੁਣ ਸਰੂਪ ਵੀ ਤੁਹਾਡਾ ਉਹੀ ਹੈ। ਪਰਮ ਜਿਹੜਾ ਹਨ ਰੂਪ ਤੇਰੋ, ਕਹਿਣਗੇ ਸ੍ਰਿਸ਼ਟ ਕਰਕੇ ਤੁਹਾਡੇ ਦੋਨੇ ਹੀ ਰੂਪ ਜਿਹੜੇ ਹਨ ਉਹ ਜਿਹੜੇ ਹਨ ਅਪਰ ਅਪਾਰ ਹੈ। ਭਾਵੇਂ ਤੁਸੀਂ ਛੁਪੇ ਹੋ ਭਾਵੇਂ ਪ੍ਰਗਟ ਹੋ, ਰੂਪ ਤਾਂ ਤੁਸੀਂ ਉਹੀ ਹੋ। ਤੁਹੀ ਏਕ ਨਿਯੰਤਾ ਸਦਾ ਮਾਇ ਅਕੇਰੋ, ਮਹਾਰਾਜ ਤੁਸੀਂ ਇੱਕ ਪ੍ਰੇਰਕ ਹੋ, ਪ੍ਰੇਰਨਾ ਦੇਣ ਵਾਲੇ ਹੋ, ਇਸ ਸੰਸਾਰ ਨੂੰ ਚਲਾਉਣ ਵਾਲੇ ਹੋ। ਸਦਾ ਮੈਂ ਕਰੋ, ਤੁਸੀਂ ਸਦਾ ਹੀ ਮੈਂ ਦਇਆ ਕਰਨ ਵਾਲੇ ਹੋ। ਸਮਾਨੰ ਨਾ ਆਨੰ ਬਖਾਨੰ ਕੇ ਕੀਜੈ, ਮਹਾਰਾਜ ਤੁਹਾਡੇ ਵਰਗੇ ਸਮਾਨ, ਤੁਹਾਡੇ ਵਰਗਾ ਇਕੁਅਲਨ ਕੋਈ ਵੀ ਨਹੀਂ ਹੈਗਾ। ਬਖਾਨੰ ਕੇ ਕੀਜੈ, ਮੈਂ ਕੀ ਦੱਸਾਂ, ਮੈਂ ਕੀ ਦੀ ਬਰਾਬਰੀ ਤੁਹਾਡੇ ਨਾਲ ਕਰਾਂ, ਮੈਂ ਤੁਹਾਡਾ ਕੰਪੈਰੀਜ਼ਨ ਕੀ ਰੱਖਾਂ, ਕਿਉਂਕਿ ਤੁਹਾਡੇ ਇਕੁਅਲ ਤਾਂ ਕੋਈ ਹੈ ਨਹੀਂ। ਨਿਧਾਨੰ ਮਹਾਨੰ ਸੋ ਜਾਨੰ ਪਨੀਜੈ, ਨਿਧਾਨੰ, ਕਹਿਣਗੇ ਨਿਧਾਨੰ ਹੋ, ਤੁਸੀਂ ਬਹੁਤ ਮਹਾਨ ਹੋ। ਨਿਧਾਨੰ, ਨਾ ਕੁਝ ਹੁੰਦਿਆਂ ਹੋਇਆਂ ਵੀ ਸੋ ਜਾਣੰ ਭਣੀਜੈ, ਕਹਿਣਗੇ ਜਾਣੰ ਤੁਸੀਂ ਜਨਾਉਣ ਵਾਲੇ ਹੋ। ਤੁਸੀਂ ਜਿਹੜਾ ਹਣ ਭਣੀਜੈ, ਤੁਹਾਨੂੰ ਕਿਹਾ ਜਾਂਦਾ ਹੈ ਕਿ ਤੁਸੀਂ ਦੱਸਣ ਵਾਲੇ ਹੋ। ਨਿਧਾਨੰ ਮਹਾਨੰ, ਕਹਿਣਗੇ ਤੁਸੀਂ ਨਿਧਾਨ ਜਿੰਨੇ ਵੀ ਖਜ਼ਾਨੇ ਹੋ ਉਹ ਸਾਰੇ ਹੀ ਤੁਹਾਡੇ ਹੀ ਹਨ। ਪੁਰਾਣੰ ਸੁਭਾਨੰ ਪ੍ਰੇਮੰ ਪਵਿੱਤਰੰ, ਪੁਰਾਣੰ, ਤੁਸੀਂ ਬਹੁਤ ਪੁਰਾਣੰ ਹੋ। ਸੁਭਾਨੰ, ਕਹਿਣਗੇ ਤੁਹਾਡਾ ਸੁਭਾਅ ਜਿਹੜਾ ਹੈ, ਕਹਿੰਦੇ ਤੁਸੀਂ ਐਸੇ ਹੋ, ਤੁਸੀਂ ਸੁੱਤੇ ਸਿੱਧ ਹੀ ਪ੍ਰਕਾਸ਼ ਰੂਪ ਹੋ। ਤੁਸੀਂ ਪੂਰੇ ਵੀ ਹੋ, ਆਪਣੇ ਆਪ ਤੋਂ ਹੀ ਤੁਸੀਂ ਪ੍ਰਗਟ ਰੂਪ ਹੋ। ਪ੍ਰੇਮ, ਤੁਸੀਂ ਪਿਆਰ ਦੇ ਰੂਪ ਹੋ। ਤੁਸੀਂ ਪਵਿੱਤਰ ਤੋਂ ਵੀ ਪਵਿੱਤਰ ਹੋ। ਨਿਰਾਲੰਬ ਨਾਥੰ ਨਿਰਾਲੰਬ ਚਿਤਰੰ, ਦੇਖੋ ਨਿਰਾਲੰਬ ਨਾਥੰ, ਤੁਹਾਡਾ ਕੋਈ ਆਸਰਾ ਨਹੀਂ, ਤੁਸੀਂ ਸਾਰਿਆਂ ਨੂੰ ਆਸਰਾ ਦੇਣ ਵਾਲੇ, ਪਰ ਤੁਹਾਡਾ ਕੋਈ ਆਸਰਾ ਨਹੀਂ ਹੈਗਾ। ਨਿਰਲੰਭੰ, ਤੁਹਾਨੂੰ ਜਿਹੜਾ ਹਨ ਤੁਹਾਡਾ ਜਿਹੜਾ ਸਰੂਪ ਹੈ ਉਹਨੂੰ ਵੀ ਕੋਈ ਆਸਰੇ ਦੀ ਲੋੜ ਨਹੀਂ। ਜਦੋਂ ਮਰਜੀ ਤੁਸੀਂ ਜੋ ਮਰਜੀ ਸਰੂਪ ਚ ਪ੍ਰਗਟ ਰੂਪ ਹੋ। ਨਿਰਾਕਾਰ ਸਾਕਾਰ ਏਕੋ ਤੁਹੀ ਹੈ, ਇਸ ਕਰਕੇ ਜਿਹੜਾ ਹਨ ਤੁਸੀਂ ਬਿਨਾਂ ਰੂਪ ਤੋਂ ਵੀ ਤੁਸੀਂ ਹੋ, ਰੂਪ ਦੇ ਨਾਲ ਵੀ ਤੁਸੀਂ ਆਪ ਹੀ ਇੱਕ ਹੀ ਹੋ। ਅਜਾਤੇ ਪਰੇ ਰੂਪ ਤੇਰੋ ਸਹੀ ਹੈ, ਇਸ ਕਰਕੇ ਮਾਇਆ ਤੋਂ ਪਰੇ ਤੁਹਾਡਾ ਐਸਾ ਰੂਪ ਹੈ। ਅਲਖੰ ਅਪਖੰ ਅਕਥੰ ਅਲੇਖੰ, ਜਾਂ ਅਲਖੰ ਨਹੀਂ ਲਿਖਿਆ ਜਾਂਦਾ, ਨਹੀਂ ਜਾਣਿਆ ਜਾਂਦਾ, ਅਪਖੰ ਨਹੀਂ ਕਿਹਾ ਜਾਂਦਾ, ਨਹੀਂ ਕਥਿਆ ਜਾਂਦਾ, ਨਹੀਂ ਲਿਖਿਆ ਜਾਂਦਾ। ਕਹਿੰਦੇ ਐਸਾ ਤੁਹਾਡਾ ਜਿਹੜਾ ਹੈ ਸਰੂਪ ਹੈ। ਅਮੋਹੰ ਅਦਰੋਹੰ ਅਜੋਹੰ ਅਪੇਖੰ, ਅਮੋਹੰ, ਤੁਹਾਨੂੰ ਕੋਈ ਵੀ ਮੋਹ ਨਹੀਂ ਹੈਗਾ, ਤੁਸੀਂ ਮੋਹ ਤੋਂ ਪਰੇ ਹੋ, ਤੁਸੀਂ ਕਿਸੇ ਨਾਲ ਵੈਰ ਨਹੀਂ ਕਰਦੇ। ਅਦਰੋਹੰ ਹੋ, ਅਜੋਹੰ ਹੋ, ਦਿਸਣ ਤੋਂ ਭਾਵੇਂ ਤੁਸੀਂ ਪਰੇ ਹੋ। ਅਪੇਖੰ, ਤੁਹਾਡਾ ਕੋਈ ਵੀ ਪੇਖ ਨਹੀਂ ਹੈਗਾ। ਨਾ ਮਿਤਯੰ ਅਕਿਤਯੰ ਸੋ ਨਿਤਯੰ ਅਜਿਤਯੰ, ਮਹਾਰਾਜ ਜੀ ਤੁਸੀਂ ਐਸੇ ਹੋ, ਤੁਹਾਡੀ ਮਿੱਤ ਜਿਹੜੇ ਹਨ ਮਿਤਯੰ, ਤੁਹਾਡੀ ਮੈਸ਼ਰਮੈਂਟ ਵੀ ਨਹੀਂ ਹੋ ਸਕਦੀ। ਤੁਸੀਂ ਕਿੰਨੇ ਕੁ ਵੱਡੇ ਹੋ ਕਿੰਨੇ ਕੁ ਛੋਟੇ ਹੋ ਨਹੀਂ ਜਾਣਿਆ ਜਾਂਦਾ। ਤੁਸੀਂ ਅਕਿਰਤੰ ਹੋ, ਤੁਹਾਨੂੰ ਕੁਝ ਵੀ ਕਰਨ ਦੀ ਲੋੜ ਨਹੀਂ, ਤੁਸੀਂ ਅਕਿਰਤ ਹੋ। ਤੇ ਮਹਾਰਾਜ ਤੁਸੀਂ ਹਮੇਸ਼ਾ ਨਿਤਯ, ਹਮੇਸ਼ਾ ਹੀ ਹਾਜ਼ਰ ਨਾਜ਼ਰ ਹੋ, ਤੇ ਤੁਹਾਨੂੰ ਕੋਈ ਜਿੱਤ ਨਹੀਂ ਸਕਦਾ। ਅਮਾਯੰ ਸੋ ਦਾਸੰ ਸਹਾਯੰ ਤਾ ਚਿਤਯੰ, ਅਮਾਯੰ, ਕਹਿਣਗੇ ਪਾਤਸ਼ਾਹ ਤੁਸੀਂ ਆਪਣੇ ਦਾਸਾਂ ਨੂੰ ਮਾਇਆ ਤੋਂ ਰਹਿਤ ਕਰਨ ਵਾਲੇ ਹੋ, ਮਾਇਆ ਦੇ ਮੋਹ ਤੋਂ ਦੂਰ ਕਰਨ ਵਾਲੇ ਹੋ, ਸਹਾਇਤਾ ਕਰਨ ਵਾਲੇ ਹੋ, ਉਹਨਾਂ ਨੂੰ ਚੇਤਾ ਸ਼ਕਤੀ ਬਖਸ਼ਣ ਵਾਲੇ ਹੋ। ਮਨੰ ਕਾਨਨੰ ਕਾਮ ਕ੍ਰੋਧਾਗ ਗਹਿ ਸੇ, ਹਾਂ, ਸੋ ਇਸ ਕਰਕੇ ਜਿਹੜਾ ਹੈ ਮਾਨੰ, ਜਿਹੜਾ ਮਾਨ ਰੂਪੀ, ਜਿਹੜਾ ਹੰਕਾਰ ਰੂਪੀ ਇੱਕ ਜੰਗਲ ਹੈ। ਸੋ ਉਹ ਜੰਗਲ ਦੇ ਵਿੱਚ ਜਿੱਥੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਵੱਡੇ ਵੱਡੇ ਹਾਥੀ ਹਨ। ਤੁਮਾਰੇ ਸੋ ਬੈਨੰ ਅਹੈ ਸਿੰਘ ਜੈਸੇ, ਤੁਹਾਡੇ ਬਚਨ ਜਿਹੜੇ ਹਨ ਸ਼ੇਰ ਵਰਗੇ ਨੇ, ਜਿਹਦੀ ਭਬਕ ਸੁਣ ਕੇ ਉਸੇ ਵੇਲੇ ਜਿਹੜਾ ਉਹਨਾਂ ਦੀ ਗਰਜ ਸੁਣ ਕੇ ਤੇ ਉਸੇ ਵੇਲੇ ਵੱਡੇ ਵੱਡੇ ਹਾਥੀ ਭੱਜ ਜਾਂਦੇ ਨੇ। ਹੇ ਗੁਰੂ ਨਾਨਕ ਤੁਸੀਂ ਉਹ ਰੂਪ ਹੋ ਜਿਹਦਾ ਨਾਮ ਲੈਂਦਿਆਂ ਹੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਰੂਪੀ ਹਾਥੀ ਭੱਜ ਜਾਂਦੇ ਹਨ। ਅੰਧੇਰੇ ਮਹਾ ਮੋਹ ਕੋ ਮਾਰ ਤੰਡੰ, ਇਸ ਕਰਕੇ ਅੰਧੇਰੇ ਮਹਾ ਮੋਹ ਦਾ ਜਿਹੜਾ ਹਨੇਰਾ ਹੈ ਤੁਸੀਂ ਉਹਦੇ ਵਾਸਤੇ
ਸੂਰਜ ਰੂਪ ਹੋ, ਗਿਆਨ ਰੂਪ ਹੋ। ਨਿਰੇਹੰ ਨਿਰਬਾਣੰ ਸਦਾ ਜੈ ਅਖੰਡੰ। ਮਹਾਰਾਜ ਤੁਸੀਂ ਇੱਛਾ ਰਹਿਤ ਹੋ, ਤੁਹਾਡੀ ਕੋਈ ਇੱਛਾ ਨਹੀਂ ਹੁੰਦੀ। ਨਿਰਵਾਣੰ ਤੁਸੀਂ ਦੁੱਖ ਤੋਂ ਰਹਿਤ ਹੋ ਤੇ ਸਦਾ ਹੀ ਅਖੰਡ ਰੂਪ ਹੋ, ਨਹੀਂ ਟੁੱਟਣ ਵਾਲੇ ਹੋ ਤੁਸੀਂ। ਦੁਖੰ ਦੁੰਦ ਸਿੰਦੰ ਅਗਸਤੰ ਅਨੂਪੰ। ਦੇਖੋ ਤੁਸੀਂ ਦੁੱਖਾਂ ਦੇ ਸਮੁੰਦਰ ਨੂੰ ਅਗਸਤ ਮੁਨੀ ਵਾਂਗੂ ਪੀਣ ਵਾਲੇ ਹੋ। ਨਮਸਤੰ 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 ਸਰੂਪੰ। ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਪਾਤਸ਼ਾਹ ਜੀ ਤੁਹਾਨੂੰ ਨਮਸਕਾਰ 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 ਹੈ ਮੇਰੀ। ਤੁਹਾਡੇ ਉਸ ਰੂਪ ਨੂੰ ਮੇਰੀ ਨਮਸਕਾਰ ਹੈ ਜੋ ਸਥੂਲ ਸਰੀਰ ਕਰਕੇ, ਸੂਖਸ਼ਮ ਸਰੀਰ ਕਰਕੇ, ਕਾਰਨ ਸਰੀਰ ਕਰਕੇ। ਦੋਹਰਾ ਇਸ ਬਿਦ ਉਸਤਤ ਕਰ ਬਹਰ ਰਹਿਓ ਚਰਨ ਲਪਟਾਏ। ਉਸ ਵੇਲੇ ਭਾਈ ਲਹਿਣਾ ਜੀ ਨੇ ਐਸੀ ਉਸਤਤ ਕੀਤੀ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਚਰਨ ਪਕੜ ਕੇ ਰੱਖੇ, ਬਸ ਉਹ ਛੱਡ ਨਹੀਂ ਰਹੇ ਹੁਣ। ਪਠੈ ਸੁਨੈ ਇਸ ਕੋ ਜੋ ਨਰ ਸਰਬ ਫਲੰ ਸੁਖ ਪਾਏ। ਕਵੀ ਸੰਤੋਖ ਸਿੰਘ ਜੀ ਦੱਸਦੇ ਹਨ, ਕਹਿੰਦੇ ਦੇਖੋ ਇਹ ਉਸਤਤ ਜੇ ਕੋਈ ਪੜ੍ਹੇਗਾ, ਕੋਈ ਸੁਣੇਗਾ, ਉਹਨੂੰ ਫਲ ਕੀ ਮਿਲੇਗਾ, ਉਹਨੂੰ ਰਿਟਰਨ ਕੀ ਮਿਲੇਗਾ? ਕਹਿੰਦੇ ਉਹਨਾਂ ਨੂੰ ਸਾਰੇ ਹੀ ਸੁੱਖ ਪ੍ਰਾਪਤ ਹੋ ਜਾਣਗੇ। ਜੋ ਵੀ ਇਹਨੂੰ ਪਿਆਰ ਨਾਲ ਪੜ੍ਹੇਗਾ, ਸੁਣੇਗਾ, ਉਹਨਾਂ ਨੂੰ ਸਾਰੇ ਸੁੱਖ ਪ੍ਰਾਪਤ ਹੋਣਗੇ, ਜਿਵੇਂ ਤੁਸੀਂ ਹੁਣ ਸੁਣ ਲਿਆ ਹੈ। ਚੌਪੇ ਧੰਨ ਗੁਰੂ ਤੁਮਰੀ ਗਤ ਨਿਆਰੇ। ਭਾਈ ਲਹਿਣਾ ਜੀ ਕਹਿੰਦੇ ਆ ਧੰਨ ਗੁਰੂ ਪਾਤਸ਼ਾਹ ਗੁਰੂ ਨਾਨਕ ਸੱਚੇ ਪਾਤਸ਼ਾਹ, ਤੁਹਾਡੀ ਗੱਤ, ਤੁਹਾਡੇ ਚੋਜ, ਤੁਹਾਡੇ ਕੌਤਕ ਨਿਆਰੇ ਹਨ। ਅਚਰਜ ਰੂਪ ਸੋ ਦੀਨ ਦਿਖਾਰੇ। ਦੇਖੋ ਅਚਰਜ ਰੂਪ ਹੈ ਤੁਹਾਡਾ, ਹੈਰਾਨ ਕਰਨ ਵਾਲਾ ਰੂਪ ਹੈ। ਦੀਨ ਦਿਖਾਰੀ, ਉਹ ਤੁਹਾਡਾ ਨਿਰਗੁਣ ਸਰੂਪ, ਜੋ ਪ੍ਰਮਾਤਮਾ ਸਰੂਪ, ਆਤਮਾ ਸਰੂਪ ਤੁਸੀਂ ਦਿਖਾ ਦਿੱਤਾ ਮੈਨੂੰ ਅੱਜ। ਭਰਮ ਕਪਾਟ ਸੋ ਕਾਟ ਹਟਾਏ। ਮੇਰੇ ਭਰਮ, ਮੇਰੇ ਕਪਾਟ, ਪੰਜ ਤਰ੍ਹਾਂ ਦੇ ਜਿਹੜੇ ਭਰਮ ਹਨ, ਭੇਦ ਭਰਮ, ਪਜਰ ਹਨ, ਕਰਤੱਤ ਭਰਮ, ਸੰਗ ਭਰਮ, ਵਿਕਾਰ ਭਰਮ, ਬ੍ਰਹਮ ਏਤਰ ਜਗਤ ਸੱਤ ਹੈ, ਇਹ ਪੰਜ ਤਰ੍ਹਾਂ ਦੇ ਭਰਮ ਵੀ ਤੁਸੀਂ ਕੱਟ ਦਿੱਤੇ। ਕਪਾਟ ਜਿਹੜੇ ਕਿ ਪੰਜ ਖੋਜ ਤੁਸੀਂ ਸੁਣੇ ਸੀ, ਉਹ ਸਾਰੇ ਦਰਵਾਜ਼ੇ ਤੁਸੀਂ ਖੋਲ ਦਿੱਤੇ, ਮੈਨੂੰ ਆਤਮਾ ਸਰੂਪ ਦਾ ਗਿਆਨ ਕਰਾ ਦਿੱਤਾ। ਪਰਮਾਨੰਦ ਮਝਾਰ ਮਿਲਾਏ। ਪਰਮਾਨੰਦ, ਉਸ ਪਰਮ ਆਨੰਦ ਦੇ ਵਿੱਚ ਤੁਸੀਂ ਮੈਨੂੰ ਲੀਨ ਕਰ ਦਿੱਤਾ ਆਪਣੇ ਆਤਮਾ ਸਰੂਪ ਦੇ ਵਿੱਚ। ਸੁਨਤ ਗਿਆਨ ਘਨ ਪਰਮ ਕਿਰਪਾਲਾ। ਸੁਣਤ ਕਹਿਣ ਲੱਗੇ ਉਸ ਵੇਲੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਸੁਣਤ ਗਿਆਨ, ਕਹਿੰਦੇ ਗਿਆਨ ਦੇ ਜਿਹੜੇ ਹਨ ਘਨ ਸਮੁੰਦਰ ਹਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ, ਜਦੋਂ ਉਹਨਾਂ ਨੇ ਕਿਰਪਾ ਦੇ ਘਰ ਵਿੱਚ ਆ ਕੇ ਸੁਣਿਆ, ਪ੍ਰਸੀਦੇ ਤਹਿ ਕਾਲ ਵਿਸਾਲਾ। ਬਹੁਤ ਖੁਸ਼ ਹੋਏ ਭਾਈ ਲਹਿਣੇ ਦੇ ਉੱਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ। ਸਰਬ ਸਿੱਧ ਸ਼ਕਤੀ ਹੈ ਜੇਤੀ। ਦੇਖੋ ਜਿੰਨੀਆਂ ਸ਼ਕਤੀਆਂ ਸਨ ਨਾ, ਜਿੰਨੀਆਂ ਦੁਨੀਆ ਦੀਆਂ ਸ਼ਕਤੀਆਂ ਹਨ, ਜਿਹੜੀਆਂ ਆਪਾਂ ਨੂੰ ਅੱਖਾਂ ਨਾਲ ਨਹੀਂ ਦਿਸਦੀਆਂ ਜਾਂ ਅੱਖਾਂ ਨਾਲ ਦਿਸਣ ਵਾਲੀਆਂ, ਉਹ ਸਾਰੀਆਂ ਹੀ ਸ਼ਕਤੀਆਂ ਹਰੀ ਅਗਾਰੀ ਕਰਦੇ ਅਤੇਤੀ। ਬਸ ਉਸ ਵੇਲੇ ਗੁਰੂ ਨਾਨਕ ਸੱਚੇ ਪਾਤਸ਼ਾਹ ਸਾਰੀਆਂ ਸ਼ਕਤੀਆਂ ਭਾਈ ਲਹਿਣੇ ਦੇ ਸਾਹਮਣੇ ਖੜੀਆਂ ਕਰ ਦਿੱਤੀਆਂ, ਓਬਵੀਅਸ ਕਰ ਦਿੱਤੀਆਂ, ਉਹਨਾਂ ਦੇ ਸਾਹਮਣੇ ਪ੍ਰਗਟ ਕਰ ਦਿੱਤੀਆਂ। ਸੁਨ ਪੁਰਖਾ ਤੁਝ ਭਾ ਅਭਿਗਿਆਨਾ। ਉਸ ਵੇਲੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਭਾਈ ਲਹਿਣੇ ਨੂੰ ਕਹਿੰਦੇ ਪੁਰਖਾ ਸੁਣ, ਕਹਿੰਦੇ ਹੁਣ ਤੈਨੂੰ ਗਿਆਨ ਹੋ ਗਿਆ, ਸਾਰਾ ਆਤਮ ਗਿਆਨ, ਬ੍ਰਹਮ ਗਿਆਨ ਹੋ ਗਿਆ ਤੁਹਾਨੂੰ ਅੱਜ। ਵੈਤ ਪਾਓ ਔਰ ਤੇ ਬਿਸਰਾਨਾ। ਹੁਣ ਡਾਊਟ ਨਾ ਕਿਤੇ ਵੀ ਮਨ ਚ ਲਿਆਉਣਾ, ਤੇ ਜਿਹੜਾ ਹਨ ਭਾਓ, ਜਿਹੜਾ ਹਨ ਪ੍ਰੇਮ, ਜਿਹੜਾ ਹਨ ਪਦਾਰਥਾਂ ਦਾ, ਦੁਨੀਆ ਦਾ, ਇਹ ਦੂਰ ਕਰ ਦੇਣਾ ਹੁਣ। ਸਰਬ ਜੇ ਸ਼ਕਤੀ ਪ੍ਰਾਪਤ ਹੋਈ। ਹੁਣ ਤੁਹਾਨੂੰ ਸਾਰੀ ਸ਼ਕਤੀ ਪ੍ਰਾਪਤ ਹੈ, ਦੁਨੀਆ ਦੀ ਅਲਟੀਮੇਟ ਪਾਵਰ ਹੁਣ ਤੁਹਾਡੇ ਕਦਮਾਂ ਵਿੱਚ ਹੈ। ਚਾਹੋ ਸੋ ਕਰੋ ਬਿਲੰਬ ਨਾ ਕੋਈ। ਇਸ ਕਰਕੇ ਤੁਸੀਂ ਜੋ ਚਾਹੇ ਤੁਸੀਂ ਅੱਜ ਤੋਂ ਕਰ ਸਕਦੇ ਹੋ, ਕੋਈ ਦੇਰੀ ਤੋਂ ਬਗੈਰ, ਜੋ ਮਰਜ਼ੀ ਬਣਾ ਲਓ। ਕਲਯੁਗ ਨੂੰ ਸਤਯੁਗ ਬਣਾਉਣਾ ਬਣਾ ਲਓ। ਦੁਨੀਆ ਦੇ ਉੱਤੇ ਜਿਹੜਾ ਸੂਰਜ ਭਾਵੇਂ ਰਾਤ ਨੂੰ ਚੜਾ ਦਿਓ, ਚੰਦਰਮਾ ਦਿਨ ਚ ਚੜਾ ਦਿਓ, ਤੁਹਾਡੀ ਮਰਜ਼ੀ ਹੈ, ਜੋ ਮਰਜ਼ੀ ਤੁਸੀਂ ਕਰ ਸਕਦੇ ਹੋ ਹੁਣ। ਦਪ ਸੁਨ ਮੋਰੀ ਮਤ ਜੋ। ਪਰ ਫੇਰ ਵੀ ਇੱਕ ਸਾਡੀ ਮੱਤ ਸੁਣੋ ਭਾਈ ਲੈਣਿਆ, ਗੁਰੂ ਨਾਨਕ ਸਾਹਿਬ ਜੀ ਕਹਿੰਦੇ ਇੱਕ ਗੱਲ ਫੇਰ ਵੀ ਸਾਡੀ ਐਡਵਾਈਸ ਸੁਣ ਲਓ। ਨੀਕੇ ਦ੍ਰਿੜ ਕੀਜੈ ਉਰ ਸੋ। ਦੇਖੋ ਇਹ ਗਿਆਨ ਨੂੰ ਦ੍ਰਿੜ ਕਰਕੇ ਆਪਣੇ ਹਿਰਦੇ ਵਿੱਚ ਵਸਾਉਣਾ ਹੈ। ਪ੍ਰਬਲ ਵੱਡੋ ਕਲ ਕਾਲ ਅਗਾਰੇ। ਕਿਉਂਕਿ ਇਹ ਜਿਹੜਾ ਅੱਗੇ ਸਮਾਂ ਕਲਯੁਗ ਦਾ ਆ ਰਿਹਾ ਨਾ, ਬੜਾ ਭਿਆਨਕ, ਬੜਾ ਭੈੜਾ ਸਮਾਂ ਆ ਰਿਹਾ ਹੈ। ਇਹ ਕਲਯੁਗ ਦੇ ਜੀਵ ਜਿਹੜੇ ਨੇ ਨਾ, ਇਹ ਬੜੇ ਜਿਹੜੇ ਹੋਰ ਤਰ੍ਹਾਂ ਦੇ ਆ ਰਹੇ ਹਨ। ਉਪਜੈ ਮੰਦਮਤੀ ਨਰ ਭਾਰੀ। ਕਿਉਂਕਿ ਇਹ ਦੁਨੀਆ ਦੇ ਵਿੱਚ ਜਿਉਂ-ਜਿਉਂ ਕਲਯੁਗ ਦੀ ਉਮਰ ਵਧੇਗੀ, ਇਹਦੇ ਵਿੱਚ ਭੈੜੇ ਬੰਦਿਆਂ ਨੇ ਜਿਹੜੇ ਹਨ, ਬਹੁਤੇ ਭੈੜਿਆਂ ਨੇ ਜਨਮ ਲੈਣੇ ਹਨ, ਬਹੁਤੇ ਭੈੜੇ ਖਿਆਲਾਂ ਵਾਲੇ ਆਉਣਗੇ, ਬੜੇ ਭੈੜੇ ਕਰਮ ਕਰਨ ਵਾਲੇ ਆਉਣਗੇ। ਅਹੰ ਬ੍ਰਹਮ ਜੋ ਗਿਆਨ ਮੁਕੰਦਾ। ਦੇਖੋ ਅਹੰ ਬ੍ਰਹਮ ਕਹਿਣ ਲੱਗੇ, ਜੋ ਅਹੰ ਵੀ ਮੈਂ ਹੀ ਰੱਬ ਹਾਂ, ਮੈਂ ਹੀ ਪ੍ਰਮਾਤਮਾ ਹਾਂ, ਕਹਿੰਦੇ ਇਹ ਤਾਂ ਜਿਹੜਾ ਹੈ, ਕਹਿੰਦੇ ਜੋ ਗਿਆਨ ਮੁਕੰਦਾ, ਇਹ ਤਾਂ ਮੁਕਤੀ ਦਾਤਾ। ਜਿਨ੍ਹਾਂ ਨੂੰ ਹੋ ਜਾਂਦਾ ਹੈ ਨਾ, ਕਹਿੰਦੇ ਕੋਈ ਗਲਤ ਨਹੀਂ ਆਪਣੇ ਆਪ ਨੂੰ ਰੱਬ ਕਹਿਣਾ, ਇਹ ਤਾਂ ਠੀਕ ਹੀ ਹੈ, ਆਪਾਂ ਸਾਰੇ ਹੀ ਰੱਬ ਹਾਂ, ਇਹ ਤਾਂ ਕੋਈ ਗਲਤ ਨਹੀਂ ਹੈਗਾ। ਜਿਸ ਤੇ ਪ੍ਰਾਪਤ ਨਿਤ ਆਨੰਦਾ। ਦੇਖੋ ਉਸੇ ਕਰਕੇ ਤਾਂ ਨਿਤ ਆਨੰਦ ਵਿੱਚ ਰਵਾਂਗੇ, ਉਸੇ ਜਿਹੜਾ ਜੇ ਆਪਾਂ ਆਪਣੇ ਆਪ ਨੂੰ ਰੱਬ ਮੰਨਾਂਗੇ ਤਾਂ ਦੁੱਖਾਂ ਪੀੜਾਂ ਤੋਂ ਬਾਹਰ ਨਿਕਲਾਂਗੇ। ਉਹ ਪਰਮਾਤਮਾ ਨੂੰ ਵਰਤਦਿਆਂ ਹੋਇਆਂ ਉਹਦੇ ਅੰਦਰ ਹੀ ਲੀਨ ਹੋ ਜਾਵਾਂਗੇ, ਲੀਨ ਹੋ ਕੇ ਰਵਾਂਗੇ ਤਾਂ ਖੁਸ਼ ਹੋਵਾਂਗੇ। ਸੋ ਤੋ ਨੀਕੇ ਹਿਰਦੇ ਮਾਹੀ। ਪਰ ਇਹ ਜਰਾ ਗਿਆਨ ਆਪਣੇ ਹਿਰਦੇ ਵਿੱਚ ਚੰਗੀ ਤਰ੍ਹਾਂ ਵਸਾ ਕੇ ਅੰਦਰ ਹੀ ਰੱਖਿਓ। ਮੁਖ ਤੇ ਕਹਿਨ ਭਲੋ ਅਬ ਨਾਹੀ। ਪਰ ਆਪਣੇ ਮੂੰਹ ਤੇ ਨਾ ਕਿਸੇ ਨੂੰ ਕਹਿ ਦਿਓ ਅਹੰ ਬ੍ਰਹਮ ਵੀ ਮੈਂ ਹੀ ਰੱਬ ਹਾਂ, ਇਹ ਗੱਲ ਕਿਸੇ ਨੂੰ ਨਹੀਂ ਕਹਿੰਦੇ। ਦੇਖੋ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਇਹ ਉਪਦੇਸ਼ ਸੁਣਨ ਵਾਲਾ ਹੈ,
ਕਹਿੰਦੇ ਗੁਰੂ ਨਾਨਕ ਨੇ ਆਪਣੇ ਅਗਲੇ ਸਰੂਪ ਨੂੰ ਕੀ ਗਿਆਨ ਦਿੱਤਾ, ਭਾਵੇਂ ਤੂੰ ਅਹੰ ਬ੍ਰਹਮ ਹੈ, ਤੇਰੇ ਵਿੱਚ ਰੱਬ 'ਚ ਕੋਈ ਫਰਕ ਨਹੀਂ, ਪਰ ਤੂੰ ਇਹ ਗੱਲ ਨੂੰ ਪ੍ਰਗਟ ਨਹੀਂ ਕਰਨਾ, ਤੂੰ ਆਪਣੇ ਹਿਰਦੇ ਵਿੱਚ ਰਗਾ। ਇਸੇ ਕਰਕੇ ਨਾ ਲੋਕ ਕਹਿੰਦੇ ਵੀ ਗੁਰੂ ਨਾਨਕ ਵਾਸ ਅ ਗੁਰੂ, ਹੀ ਵਾਸ ਨਾਟ ਅ ਗੋਡ। ਇੱਥੇ ਸਿੱਧ ਹੁੰਦਾ ਹੈ ਗੁਰੂ ਨਾਨਕ ਆਪ ਕਹਿ ਰਿਹਾ ਪਹਿਲੇਣੇ ਨੂੰ, ਤੂੰ ਹੈ ਰੱਬ, ਰੱਬ ਵਿੱਚ ਤੇ ਤੇਰੇ ਵਿੱਚ ਕੋਈ ਫਰਕ ਨਹੀਂ, ਤੂੰ ਪਰਮਾਤਮਾ ਹੀ ਹੈ ਆਪ ਸਰਗੁਣ ਰੂਪ ਦੇ ਵਿੱਚ ਤੂੰ ਰੱਬ ਹੈ, ਪਰ ਇਹ ਗੱਲ ਨੂੰ ਪ੍ਰਗਟ ਨਹੀਂ ਕਰਨਾ। ਕਿਉਂ ਨਹੀਂ ਕਰਨਾ? ਬੋਲਣ ਭਾਓ ਭਗਤ ਕੀ ਰੀਤੀ। ਦੇਖੋ ਬੋਲ ਕੇ ਕੀ ਸਿਖਾਉਣਾ ਹੈ ਦੁਨੀਆ ਨੂੰ? ਪ੍ਰੇਮਾ ਭਗਤੀ ਸਿਖਾਉਣੀ ਹੈ, ਨਿਮਰਤਾ ਵਿੱਚ ਰਹਿਣਾ ਹੈ ਤੇ ਲੋਕਾਂ ਨੂੰ ਭਗਤੀ ਵਿੱਚ ਲਾਉਣਾ, ਪ੍ਰੇਮਾ ਭਗਤੀ ਵਿੱਚ, ਉਹ ਭਗਤੀ ਕਰਨ, ਪਰਮਾਤਮਾ ਦੇ ਨਾਲ ਜੁੜਨ, ਸਤ ਸੰਗਤ ਕਰਨੋ ਯੁਤ ਪ੍ਰੀਤੀ, ਤੇ ਪ੍ਰੀਤੀ ਰੱਖਣੀ ਹੈ ਸਤ ਸੰਗਤ ਕਰਨ ਦੀ। ਦੇਖੋ ਜਿਹੜਾ ਪਰਮਾਤਮਾ ਬਣ ਜਾਓ ਉਹਨੂੰ ਤਾਂ ਕੁਝ ਕਰਨ ਦੀ ਲੋੜ ਨਹੀਂ ਨਾ, ਕਹਿੰਦੇ ਫਿਰ ਵੀ ਕਰਨਾ ਹੈ, ਸਾਧ ਸੰਗਤ ਵਿੱਚ ਪ੍ਰੀਤੀ ਰੱਖ ਕੇ ਸਾਧ ਸੰਗਤ ਕਰਨੀ ਤੇ ਕਰਾਉਣੀ ਹੈ। ਆਪਨ ਆਪ ਕੋ ਕਬ ਨਾ ਜਨਾਵਨ, ਕਿਤੇ ਵੀ ਆਪਣੇ ਆਪ ਨੂੰ ਜਨਾਉਣਾ ਨਹੀਂ, ਆਪਣੇ ਆਪ ਨੂੰ ਪ੍ਰਗਟ ਨਹੀਂ ਕਰਨਾ, ਆਪਣੇ ਆਪ ਨੂੰ ਪ੍ਰੋਕਲੇਮ ਨਹੀਂ ਕਰਨਾ। ਕਿਤੇ ਵੀ ਦੁਨੀਆ ਨੂੰ ਇਹ ਨਹੀਂ ਦੱਸਣਾ ਮੈਂ ਹੀ ਰੱਬ ਹੋ ਗਿਆ, ਤੁਸੀਂ ਛੱਡੋ ਬਾਕੀਆਂ ਦੇ ਗੱਲਾਂ, ਮੈਨੂੰ ਹੀ ਮੱਥਾ ਟੇਕੋ। ਇਹ ਗੱਲ ਜਿਹੜੀ ਹੈ, ਤੁਸੀਂ ਗੁਰੂ ਹੋ, ਦੁਨੀਆ ਨੇ ਮੱਥੇ ਟੇਕਣੇ ਨੇ, ਪਰ ਇਹ ਨਹੀਂ ਕਹਿਣਾ, ਹਮੇਸ਼ਾ ਉਹਨਾਂ ਨੂੰ ਕਹਿਣਾ ਵਾਹਿਗੁਰੂ ਦਾ ਸਿਮਰਨ ਕਰੋ, ਉਸ ਨਿਰਗੁਣ ਸਰੂਪ ਵੱਲ ਉਹਨਾਂ ਦਾ ਧਿਆਨ ਜੋੜਨਾ ਹੈ। ਭਾਵੇਂ ਤੁਸੀਂ ਸਰਗੁਣ ਰੂਪ ਹੁੰਦਿਆਂ ਹੋਇਆ ਵੀ ਉਹ ਨਿਰਗੁਣ ਸਰੂਪ ਵਿੱਚ ਉਹਨਾਂ ਦਾ ਧਿਆਨ ਜੋੜਨਾ ਹੈ। ਗੁਰ ਸੇਵਨ ਦਿਨ ਰਹਿਣ ਬਿਤਾਵਨ, ਇਸ ਕਰਕੇ ਸਾਰਾ ਦਿਨ ਜਿਹੜਾ ਹਨ ਗੁਰੂ ਦੀ ਸੇਵਾ ਵਿੱਚ, ਗੁਰੂ ਦੇ ਜਿਹੜੇ ਹਨ ਕਾਰਜਾਂ ਵਿੱਚ, ਲੋਕਾਂ ਦੇ ਭਲਾਈ ਵਾਸਤੇ ਉਹ ਕਾਰਜ ਕਰਦੇ ਹੀ ਰਹਿਣਾ ਹੈ। ਜਿਸ ਆਚਾਰ ਕੋ ਨਰ ਸਭ ਦੇਖਾ, ਦੇਖੋ ਜਿਹੜੇ ਆਚਾਰ ਨੂੰ, ਤੁਹਾਡੇ ਕੈਰੈਕਟਰ ਨੂੰ, ਤੁਹਾਡੇ ਜਿਹੜੇ ਹਨ ਪ੍ਰੈਕਟਿਸਸ ਨੂੰ, ਤੁਹਾਡੀਆਂ ਜਿਹੜੀਆਂ ਕੰਮਾਂ ਨੂੰ ਲੋਕਾਂ ਨੇ ਦੇਖਣਾ ਹੈ, ਲਗ ਹੈ ਕਰਨ ਹੋਇਆ ਭਲਾ ਵਿਸੇਖਾ, ਉਹ ਤੁਹਾਨੂੰ ਦੇਖ ਕੇ ਉਹ ਵੀ ਕਰਨਗੇ। ਦੇਖੋ ਐਗਜ਼ਾਮਪਲ ਇਹ ਬਣਨਾ ਹੁੰਦਾ ਹੈ, ਇਹ ਨਹੀਂ ਹੁੰਦਾ ਵੀ ਜਿਹੜਾ ਐਗਜ਼ਾਮਪਲ ਭਾਈ ਲੈਣਾ ਜੀ ਹੁਣ ਜੋ ਕਰ ਰਹੇ ਹਨ ਉਹ ਆਪਣੇ ਵਾਸਤੇ ਕਰ ਰਹੇ, ਨਹੀਂ, ਉਹ ਦੂਜਿਆਂ ਵਾਸਤੇ ਕਰ ਰਹੇ ਨੇ, ਵੀ ਦੂਜੇ ਵੀ ਉਹਨਾਂ ਨੂੰ ਦੇਖ ਕੇ ਫੋਲੋ ਕਰਨ। ਗੁਰੂ ਨਾਨਕ ਦਾ ਇਹੀ ਮਾਰਗ ਹੈ। ਗੁਰੂ ਨਾਨਕ ਨੇ ਤਾਂ ਆਪ ਵੀ ਨਾਮ ਜਪਿਆ, ਆਪ ਵੀ ਅੰਮ੍ਰਿਤ ਵੇਲੇ ਉੱਠਦੇ ਹੁੰਦੇ ਸਨ, ਸਾਰੇ ਕਾਰਜ ਗੁਰਜੂਰ ਸਿੱਖਾਂ ਨੂੰ ਜੋ ਦੱਸੇ ਗੁਰੂ ਨੇ ਆਪ ਕੀਤੇ ਹਨ। ਕਿਉਂ ਕੀਤੇ ਹਨ? ਕਿਉਂਕਿ ਲੋਕਾਂ ਨੂੰ ਉਹਦਾ ਜਿਹੜੀ ਰੀਸ ਆਵੇਗੀ, ਦੇਖ ਕੇ ਲੋਕ ਕਰਨਗੇ। ਕਈ ਲੋਕ ਸੁਣ ਕੇ ਨਹੀਂ ਕਰਦੇ, ਉਹਨਾਂ ਨੂੰ ਸਮਝ ਨਹੀਂ ਆਉਂਦੀ, ਦੇਖ ਕੇ ਸਮਝ ਜ਼ਿਆਦਾ ਆਉਂਦੀ ਹੈ। ਸਭ ਤੇ ਨੀਚ ਆਪ ਕੋ ਮਾਨੈ, ਇਸ ਕਰਕੇ ਸਾਰਿਆਂ ਤੋਂ ਨੀਚ ਆਪਣੇ ਆਪ ਨੂੰ ਜਾਣਨਾ ਕਰੋ। ਜਿਵੇਂ ਕਬੀਰ ਸਾਹਿਬ ਦਾ ਜਿਹੜਾ ਸ਼ਲੋਕ ਹੈ ਨਾ, ਕਬੀਰ ਸਭ ਤੇ ਹਮ ਬੁਰੇ ਹਮ ਤਜ ਭਲੋ ਸਭ ਕੋਏ, ਜਿਨ ਐਸਾ ਕਰ ਬੁਝਿਆ ਮੀਤ ਹਮਾਰਾ ਸੋਈ। ਕਹਿੰਦੇ ਉਹ ਸਾਡਾ ਮਿੱਤਰ ਹੈ ਜਿਹਨੇ ਇਹ ਜਾਣ ਲਿਆ ਕਿ ਮੈਂ ਸਭ ਤੋਂ ਬੁਰਾ ਹਾਂ। ਇਸ ਕਰਕੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਸਭ ਤੇ ਨੀਚ ਆਪ ਕੋ ਮਾਨਣਾ, ਆਪਣੇ ਆਪ ਨੂੰ ਨੀਚ ਜਾਣਨਾ ਹੈ। ਆਪਸ ਕੋ ਜੋ ਜਾਣੇ ਨੀਚਾ ਸੋ ਗਣੀਏ ਸਭ ਤੇ ਉੱਚਾ, ਉਹੀ ਉੱਚਾ ਹੁੰਦਾ ਹੈ। ਹਿਰਦੇ ਹੰਕਾਰ ਨਾ ਕਬਹੂ ਠਾਨੈ, ਇਸ ਕਰਕੇ ਕਿਤੇ ਵੀ ਮਨ ਚ ਹੰਕਾਰ ਨਹੀਂ ਕਰਨਾ। ਦੋਹਰਾ ਬ੍ਰਹਮ ਗਿਆਨੀ ਹੋਏ ਜੇ ਅਹੰ ਬ੍ਰਹਮ ਕਹਿ ਜੋਏ। ਦੇਖੋ ਜੇ ਤੁਸੀਂ ਜਿਹੜਾ ਹੁਣ ਮਹਾਰਾਜ ਉਹਦਾ ਜਿਹੜਾ ਹਨ ਕੌਨਸੀਕੁਐਂਸਸ ਦੱਸਦੇ ਨੇ, ਜੇ ਕੋਈ ਕਹਿ ਦੇਵੇ ਨਾ ਮੈਂ ਅਹੰ ਬ੍ਰਹਮ ਹੈ, ਮੈਂ ਹੀ ਰੱਬ ਹਾਂ, ਫੇ ਕੀ ਹੁੰਦਾ ਹੈ? ਕਹਿੰਦੇ ਬ੍ਰਹਮ ਗਿਆਨੀ ਹੋਏ ਜੇ ਕਹਿੰਦੇ ਕੋਈ ਬ੍ਰਹਮ ਗਿਆਨੀ ਹੈ, ਸੱਚਮੁੱਚ ਉਹ ਬ੍ਰਹਮ ਗਿਆਨੀ ਹੈ। ਜਿਵੇਂ ਗੁਰੂ ਨਾਨਕ ਹੋਏ, ਗੁਰੂ ਅੰਗਦ ਦੇਵ ਜੀ, ਉਹਨਾਂ ਦੀ ਅਵਸਥਾ ਭਾਵੇਂ ਰੱਬ ਨੇ ਨਾ, ਉਹ ਦੋਵੇਂ ਰੱਬ ਹਨ, ਉਹ ਦੋਵੇਂ ਰੱਬ ਨੇ, ਉਹ ਦੋਵੇਂ ਪਰਮਾਤਮਾ ਨੇ। ਪਰ ਕਹਿੰਦੇ ਜੇ ਇਹਨੂੰ ਆਪਾਂ ਦੱਸ ਦਈਏ ਨਾ ਲੋਕਾਂ ਵਿੱਚ ਵੀ ਕਹਿੰਦੇ ਬ੍ਰਹਮ ਗਿਆਨੀ, ਕਹਿੰਦੇ ਹੁਣ ਬ੍ਰਹਮ ਗਿਆਨੀ ਜਿਹੜਾ ਹੈਗਾ ਹੈ, ਜੇ ਉਹ ਕਹਿੰਦਾ ਮੈਂ ਰੱਬ ਹਾਂ ਤਾਂ ਫਿਰ ਸੋ ਤੋ ਸਦ ਹੀ ਮੁਕਤ ਹੈ ਤਾਹੇ ਬਿਕਾਰ ਨਾ ਕੋਏ। ਕਹਿੰਦੇ ਉਹ ਤਾਂ ਸਦਾ ਹੀ ਮੁਕਤ ਹੈ ਨਾ, ਉਹਨੂੰ ਤਾਂ ਕੋਈ ਫਰਕ ਨਹੀਂ ਪੈਂਦਾ, ਉਹ ਕਹਿ ਵੀ ਦਵੇ ਉਹਨੂੰ ਕੋਈ ਫਰਕ ਨਹੀਂ, ਕਿਉਂਕਿ ਉਹ ਹੈ ਹੀ, ਉਹ ਤਾਂ ਅਸਲੀ ਦੱਸ ਰਿਹਾ ਹੈ, ਉਹ ਸੱਚ ਦੱਸ ਰਿਹਾ, ਕਹਿੰਦੇ ਕੋਈ ਝੂਠ ਬੋਲ ਰਿਹਾ ਹੈ। ਕਹਿੰਦੇ ਤਾਂ ਬਿਕਾਰ ਨਾ ਕੋਏ, ਉਹਨੂੰ ਨਹੀਂ ਕੋਈ ਬਕਾਰ ਲੱਗਦਾ। ਚੌਪੇ ਪਰ ਕਲ ਕੇ ਨਰ ਹੋਇਆ ਸਿੱਖ ਤਾਂ ਹੀ ਪਰ ਕਹਿੰਦੇ ਇੱਕ ਗੱਲ ਹੈ, ਉਹਨਾਂ ਦੇ ਜਿਹੜੇ ਅੱਗੇ ਚੇਲੇ ਹੁੰਦੇ ਆ ਨਾ, ਹੁਣ ਜੇ ਉਹਨਾਂ ਦੇ ਗੁਰੂ ਨੇ ਕਹਿਤਾ ਮੈਂ ਹੀ ਰੱਬ ਹਾਂ, ਉਹਨਾਂ ਦੇ ਚੇਲੇ ਅੱਗੇ ਕੀ ਕਰਨਗੇ? ਦੇਖੋ ਚੇਲੇ ਜਿਹੜੇ ਹੁੰਦੇ ਨੇ, ਉਹਨਾਂ ਨੇ ਆਪ ਉਹਨਾਂ ਦਾ ਥਾਂ ਲੈਣਾ ਹੁੰਦਾ ਹੈ, ਉਹਨਾਂ ਨੇ ਆਪ ਪੋਜੀਸ਼ਨ ਲੈਣੀ ਹੁੰਦੀ ਹੈ, ਤੇ ਉਹਨਾਂ ਨੇ ਉਹੀ ਮਾਣ ਉਹੀ ਵਡਿਆਈ ਲੈਣੀ ਹੁੰਦੀ ਹੈ। ਤੇ ਫਿਰ ਉਹ ਕੀ ਕਰਦੇ ਨੇ? ਉਹ ਹਿਪੋਕ੍ਰਿਟ ਬਣ ਜਾਂਦੇ ਨੇ। ਤੇ ਕੀ ਕਰਦੇ ਨੇ? ਜਿਨ ਕੇ ਹਿਰਦੇ ਸੁੱਧ ਭਲ ਦੇਖੋ ਉਹਨਾਂ ਦੇ ਹਿਰਦੇ ਵਿੱਚ ਸੁੱਧ ਹੈ ਨਹੀਂ, ਉਹਨਾਂ ਦੇ ਅੰਦਰ ਬ੍ਰਹਮ ਗਿਆਨ ਹੈ ਨਹੀਂ, ਉਹਨਾਂ ਦੇ ਵਿੱਚ ਉਹ ਸੋਝੀ ਹੈ ਨਹੀਂ, ਉਹ ਸਿਰਫ ਇੱਕ ਕੁਰਸੀ ਕਰਕੇ ਉੱਤੇ ਬਹਿ ਜਾਂਦੇ ਨੇ ਵੀ ਫਲਾਣੀ ਦੀ ਕੁਰਸੀ ਮੈਂ ਵੀ ਬਹਿ ਜਾਵਾਂ ਹੁਣ ਜਾ ਕੇ। ਕਹਿੰਦੇ ਇਹ ਜਿਹੜੇ ਬੈਠਣ ਵਾਲੇ ਹੁੰਦੇ ਨੇ, ਜਿਨ੍ਹਾਂ ਦੇ ਡੇਰੇ ਬਹੁਤ ਖੁੱਲੇ ਹੋਏ ਆ ਨਾ, ਕਹਿੰਦੇ ਉਹ ਡੇਰੇ ਖੋਲ ਲੈਂਦੇ ਨੇ, ਆਪਣੇ ਆਪ ਨੂੰ ਰੱਬ ਮੰਨ ਲੈਂਦੇ ਹਨ, ਭਾਵੇਂ ਰੱਬ ਹੁੰਦੇ ਵੀ ਨਹੀਂ। ਸੁਣ ਕੇ ਕਹਿਣ ਲੱਗਾ ਪੁਨ ਤੈਸੇ, ਫਿਰ ਉਹ ਜਿਵੇਂ ਉਹਨਾਂ ਦੇ ਵੱਡੇ ਕਹਿੰਦੇ ਸੀ ਅਹੰ ਬ੍ਰਹਮ ਅਹੰ, ਉਹ ਵੀ ਆਪ ਹੀ ਅਹੰ ਬ੍ਰਹਮ ਬਣ ਜਾਂਦੇ ਨੇ, ਪਰ ਅੰਦਰੋਂ ਉਹਨਾਂ ਨੂੰ ਸੋਝੀ ਹੈ ਨਹੀਂ, ਉਹ ਅੰਦਰੋਂ ਤਾਂ ਰੱਬ ਹੀ ਨਹੀਂ। ਉਹ ਜੋ ਕਹਿ ਰਹੇ ਨੇ ਉਹ ਸਿਰਫ ਉਹਨਾਂ ਨੇ ਸਿੱਖਿਆ ਸੁਣਿਆ ਉਹੀ ਗੱਲ ਕਹਿ ਰਹੇ ਨੇ, ਉਹ ਅਹਿਸਾਸ ਕਰਕੇ ਨਹੀਂ ਕਹਿ ਰਹੇ,
ਉਹ ਬਣੇ ਨਹੀਂ ਹਜੇ, ਅੰਦਰ ਹਜੇ ਉਹ ਪੰਜ ਜਿਹੜੇ ਕੋਸ਼ ਨੇ ਹਜੇ ਹੈਗੇ ਨੇ, ਉਹਨਾਂ ਦੇ ਵਿੱਚ ਅਗਿਆਨਤਾ ਹੈਗੀ ਹਜੇ, ਪ੍ਰਕਾਸ਼ ਨਹੀਂ ਹੋਇਆ, ਪਰ ਕਹਿ ਰਹੇ ਨੇ ਮੂੰਹ ਤੋਂ। ਗੁਰੂ ਬਦਨ ਤੇ ਭਾਖੈ ਜੈਸੇ। ਹਾਂ, ਜਿਵੇਂ ਗੁਰੂ ਉਹਨਾਂ ਦਾ ਕਹਿੰਦਾ ਸੀ ਉਹੀ ਗੱਲਾਂ ਉਹ ਵੀ ਕਹੀ ਜਾਂਦੇ ਹਨ, ਰਿਪੀਟ ਕਰੀ ਜਾਂਦੇ ਹਨ। ਤਿਨ ਕੀ ਜਿਉ ਹੈ ਰੀਤ ਘੁਟਾਲੀ। ਦੇਖੋ ਫਿਰ ਉਹਨਾਂ ਦੀ ਰੀਤੀ ਮਾੜੀ ਹੋ ਜਾਂਦੀ ਹੈ, ਕਿਉਂਕਿ ਉਹਨਾਂ ਨੇ ਆਪ ਦਾ ਰੀਅਲਾਈਜੇਸ਼ਨ ਕੀਤਾ ਨਹੀਂ। ਤੇ ਇਹ ਗਿਆਨ ਨੂੰ ਪ੍ਰਾਪਤ ਕਰਕੇ, ਵਡਿਆਈ ਨੂੰ ਪ੍ਰਾਪਤ ਕਰਕੇ ਉਹ ਕੀ ਕਰਦੇ ਨੇ? ਮਾਇਆ ਇਕੱਠੀ ਕਰਦੇ ਨੇ, ਫਿਰ ਪਾਪ ਕਰਦੇ ਨੇ, ਫਿਰ ਜਿਹੜਾ ਹਨ ਅਬਿਊਸਿਵ ਕੰਮ ਕਰਦੇ ਨੇ, ਫਿਰ ਉਹਦਾ ਲਾਹਾ ਉਠਾਉਂਦੇ ਨੇ, ਦੂਜਿਆਂ ਤੇ ਇੰਪੋਜ਼ ਕਰਦੇ ਨੇ, ਤੇ ਉਹ ਫਿਰ ਜ਼ੁਲਮ ਬਣ ਜਾਂਦਾ ਹੈ, ਉਹ ਧੋਖਾ ਹੋ ਜਾਂਦਾ ਹੈ। ਸੋ ਸੁਣ ਲੇਹੋ ਕਹੋ ਬਿਦ ਨਾਲੀ। ਕਹਿੰਦੇ ਸੋ ਸੁਣ, ਕਹਿੰਦੇ ਉਹ ਹੁਣ ਵਿਧੀ ਨਾਲ ਤੂੰ ਸੁਣ ਲੈ ਚੰਗੀ ਤਰ੍ਹਾਂ ਗੱਲ ਭਾਈ ਲੈਣਿਆ। ਗਿਆਨ ਸਮਾਨ ਕ੍ਰਿਤ ਕੇ ਜਾਣੋ। ਦੇਖੋ ਗਿਆਨ ਜਿਹੜਾ ਹੈ ਇਹ ਘਿਓ ਦੇ ਸਮਾਨ ਹੁੰਦਾ ਹੈ। ਜਿਵੇਂ ਘਿਓ ਹੁੰਦਾ ਹੈ ਨਾ, ਘੀ ਹੁੰਦਾ ਹੈ, ਜਾਂ ਜਿਹੜਾ ਹਨ ਕਹਿੰਦੇ ਉਹ ਜਿਹੜਾ ਘਿਓ ਹੈ, ਉਹ ਜਿਹੜਾ ਇਹਨੂੰ ਮੰਨ ਲਓ ਵੀ ਗਿਆਨ ਇੱਕ ਘਿਓ ਹੈ। ਉੱਤਮ ਗਰਭ ਵਿਸ਼ੇਸ਼ ਪ੍ਰਮਾਨ ਹੋ। ਦੇਖੋ ਉਹ ਚੰਗਾ ਹੈ, ਪਰ ਕਹਿੰਦੇ ਕਈਆਂ ਨੂੰ ਜਿਹੜਾ ਹੈ ਘਿਓ ਭਾਵੇਂ ਕਿੰਨਾ ਵੀ ਚੰਗੇ ਉਹਦੇ ਗੁਣ ਨੇ, ਨਿਊਟ੍ਰੀਸ਼ਨਸ ਹੈ, ਸਭ ਕੁਝ ਹੈ, ਪਰ ਕਈਆਂ ਵਾਸਤੇ ਮਾੜਾ ਹੈ, ਕਈ ਨਹੀਂ ਖਾ ਸਕਦੇ ਉਸਨੂੰ। ਕਫ ਸੁਭਾਵ ਜਿਨ ਕੇਰ ਮਹਾਨਾ। ਹਾਂ, ਜਿਨ੍ਹਾਂ ਦੇ ਅੰਦਰ ਫਲੈਮ ਹੈ, ਸੋ ਉਹ ਜਿਹੜਾ ਹਨ ਜਿਨ੍ਹਾਂ ਦੇ ਅੰਦਰ ਬਾਲਗਮ ਹੈ, ਬਹੁਤ ਜ਼ਿਆਦਾ ਜਿਹੜਾ ਬਾਲਗਮ ਹੋਵੇ, ਉਹ ਜੇ ਕਿਤੇ ਘਿਓ ਖਾ ਲਵੇ, ਨਾਲ ਕ੍ਰਿਤ ਕਰ ਹੀ ਜੇ ਪਾਨਾ। ਹਾਂ, ਜੇ ਉਹ ਘਿਓ ਪੀ ਲਵੇ ਉਹ ਬੰਦਾ ਐਸਾ ਜਿਹਨੂੰ ਇਹ ਬਾਲਗਮ ਹੁੰਦੀ ਹੈ, ਬੱਚੇ ਨਹੀਂ ਸੋ ਕਰਤ ਬਿਕਾਰ। ਉਹਨੂੰ ਜਿਹੜਾ ਹੈ ਹਾਜਮ ਨਹੀਂ ਹੁੰਦਾ, ਉਹਨੂੰ ਡਾਈਜੈਸਟ ਨਹੀਂ ਹੁੰਦਾ, ਤੇ ਉਹ ਘਿਓ ਉਹਨੂੰ ਨੁਕਸਾਨ ਕਰਦਾ। ਭਾਵੇਂ ਘਿਓ ਕਿੰਨਾ ਵੀ ਚੰਗਾ ਹੈ, ਪਰ ਉਹ ਹਾਜਮ ਨਹੀਂ ਕਰ ਸਕਦਾ, ਉਹਨੂੰ ਬਿਮਾਰੀ ਲੱਗ ਜਾਂਦੀ ਹੈ, ਉਹ ਔਖਾ ਹੁੰਦਾ ਹੈ, ਉਹਨੂੰ ਫਲੈਮ ਜ਼ਿਆਦਾ ਹੋ ਜਾਂਦਾ ਹੈ। ਛਾਤੀ ਬੋਝ ਹੋਤ ਦੁੱਖ ਭਾਰਾ। ਕੀ ਹੁੰਦਾ? ਉਹਦੀ ਛਾਤੀ ਜਿਹੜੀ ਚੈਸਟ ਹੈ ਭਾਰੀ ਹੋਣ ਲੱਗ ਜਾਂਦੀ ਹੈ, ਸਾਹ ਵੀ ਔਖੇ ਹੋਣ ਲੱਗ ਜਾਂਦੇ ਹਨ। ਹੋਤ ਰੋਗ ਕੋ ਕਾਰਨ ਸੋਈ। ਸੋ ਦੇਖੋ ਉਹੀ ਘਿਓ ਜਿਹੜਾ ਚੰਗਾ ਸੀ, ਜਿਹਨੇ ਨਿਊਟ੍ਰੀਸ਼ਨਸ ਦੇਣੇ ਸਨ, ਉਹੀ ਇੱਕ ਰੋਗ ਦਾ ਕਾਰਨ ਬਣ ਗਿਆ, ਉਹਦੀ ਬਿਮਾਰੀ ਦਾ ਜਿਹੜਾ ਰੀਜ਼ਨ ਹੋ ਗਿਆ ਉਹਦੇ ਵਾਸਤੇ। ਕਹਤੇ ਸੁਖੀ ਸਰੀਰ ਨਾ ਹੋਏ। ਤੇ ਉਹਦੇ ਕਰਕੇ ਸਰੀਰ ਸੁਖੀ ਨਹੀਂ ਹੋਣਾ, ਭਾਵੇਂ ਜਿੰਨਾ ਮਰਜ਼ੀ ਘਿਓ ਖਾਈ ਜਾਵੇ। ਅਚਿਓ ਹੇਤ ਸੁਖ ਹੋਏ ਵਿਪਰੀਤ। ਦੇਖੋ ਉਹਨੇ ਖਾਧਾ ਘਿਓ ਵੀ ਮੇਰਾ ਭਲਾ ਹੋਏਗਾ, ਮੈਨੂੰ ਐਨਰਜੀ ਮਿਲੇਗੀ, ਮੈਨੂੰ ਸਟਰੈਂਥ ਮਿਲੇਗਾ, ਪਰ ਹੋ ਗਿਆ ਉਲਟਾ, ਉਹੀ ਘਿਓ ਦੀ ਬਿਮਾਰੀ ਦਾ ਕਾਰਨ ਬਣ ਗਿਆ। ਗੁਣ ਤੋਂ ਰਹਿਓ ਸੋ ਔਗਣ ਕੀਤਾ। ਦੇਖੋ ਉਹ ਤਾਂ ਗੁਣ ਸੀ ਘਿਓ, ਪਰ ਇਹਦੇ ਵਾਸਤੇ ਔਗਣ ਬਣ ਗਿਆ, ਕਿਉਂਕਿ ਅੰਦਰ ਇਹਦੇ ਜਿਹੜਾ ਹਨ ਉਹ ਕਸਰ ਸੀਗੀ ਬਾਲਗਮ ਦੀ। ਪਿੱਤੀ ਕੋ ਜਿਨ ਕੇਰ ਸੁਭਾਉ। ਹੁਣ ਇੱਕ ਹੋਰ ਬਿਮਾਰੀ ਹੈ ਜਿਹਨੂੰ ਬਾਇਲ ਕਹਿੰਦੇ ਹਾਂ। ਸੋ ਜਿਹੜੇ ਬਾਇਲ ਹੁੰਦੀ ਹੈ ਜਾਂ ਹੀਟ ਹੈ, ਹੀਟ ਤੋਂ ਹੁੰਦੀ ਹੈ, ਕਹਿੰਦੇ ਜਿਹਨੂੰ ਇਹ ਬਿਮਾਰੀ ਹੋਵੇ ਤੇ ਕ੍ਰਿਤ ਪੀ ਕਰ ਚਾਹੇ ਪਚਾਓ। ਉਹ ਵੀ ਜੇ ਚਾਹੇ ਵੀ ਮੈਂ ਘਿਓ ਪੀ ਲਵਾਂ, ਪੀ ਕੇ ਇਹਨੂੰ ਹਾਜਮ ਕਰ ਲਵਾਂ, ਤਿਨ ਕੋ ਅਤੀ ਸਾਰ ਦੁੱਖ ਹੋਏ। ਉਹਨੂੰ ਅਤੀ ਸਾਰ ਹੋ ਜਾਂਦਾ ਹੈ, ਉਹਨੂੰ ਕੀ ਹੈ ਡਾਇਰੀਆ ਹੋ ਜਾਂਦਾ ਹੈ। ਐਸੇ ਬੰਦੇ ਨੂੰ ਉਹਨੂੰ ਡਾਇਰੀਆ ਸ਼ੁਰੂ ਹੋ ਜਾਂਦੇ ਨੇ ਉਹਦੇ। ਮਿਟਤ ਨਾ ਕਰੇ ਉਪਾਏ ਜੇ ਕੋਈ। ਫਿਰ ਜੇ ਉਹ ਘਿਓ ਖਾਈ ਜਾਵੇ ਉਹਦਾ ਡਾਇਰੀਆ ਕਿਤੇ ਵੀ ਨਹੀਂ ਹਟਦਾ, ਚੱਲਦਾ ਹੀ ਰਹਿੰਦਾ ਹੈ। ਹੈ ਵਿਚਛਨ ਮਾਨਵ ਜੇ। ਇਹ ਵੀ ਜੇ ਸਿਆਣੇ ਪੁਰਸ਼ ਹੁੰਦੇ ਨੇ, ਜਿਨ੍ਹਾਂ ਨੂੰ ਅਕਲ ਹੁੰਦੀ ਹੈ, ਜਿਨ੍ਹਾਂ ਨੂੰ ਗਿਆਨ ਹੁੰਦਾ ਹੈ, ਫਟੇ ਅਮੇਜ ਤਾਹੇ ਕੋ ਸੋਏ। ਉਹ ਕੀ ਕਰਦੇ ਨੇ? ਉਹ ਜਿਹੜਾ ਘਿਓ ਨੂੰ ਹਾਜਮ ਕਰਨ ਵਾਸਤੇ ਉਹਦੇ ਵਿੱਚ ਕੋਈ ਚੀਜ਼ ਮਿਲਾਉਂਦੇ ਨੇ, ਵੀ ਇਹ ਘਿਓ ਜਿਹੜਾ ਹੈ ਨਿਊਟ੍ਰੀਸ਼ੀਅਸ ਵੀ ਹੋਵੇ ਐਂਡ ਇਟਸ ਅਪਰੋਪਰੀਏਟ ਐਂਡ ਸੁਟੇਬਲ ਫॉर दैट ਪਰਸਨ, ਵੀ ਜਿਹਦੇ ਕੋਲ ਬਿਮਾਰੀ ਹੋਵੇ। ਉਹ ਕੁਝ ਮਿਲਾਪ ਕਰਦੇ ਹਨ ਵਿੱਚ। ਮਿਸਰੀ ਕੀ ਕਰ ਸੰਗ ਮਿਲਾਉਣੀ। ਉਹ ਕੀ ਕਰਦੇ ਨੇ? ਘਿਓ ਦੇ ਵਿੱਚ ਮਿਸਰੀ ਪਾਉਂਦੇ ਨੇ, ਖੰਡ ਪਾਉਂਦੇ ਨੇ। ਜਦੋਂ ਕਿਤੇ ਆਪਾਂ ਸ਼ੂਗਰ ਪਾ ਦਈਏ ਨਾ ਘਿਓ ਦੇ ਵਿੱਚ, ਉਹ ਘਿਓ ਜਿਹੜਾ ਹੈ ਇਹਨਾਂ ਬਿਮਾਰੀ ਵਾਲੇ ਬੰਦਿਆਂ ਵਾਸਤੇ ਠੀਕ ਹੋ ਜਾਂਦਾ ਹੈ, ਫਿਰ ਉਹ ਪਚਾ ਸਕਦੇ। ਇਸੇ ਕਰਕੇ ਨਾ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਜਿਹੜੀ ਦੇਗ ਆਪਣੇ ਵਾਸਤੇ ਕੜਾ ਪ੍ਰਸ਼ਾਦ ਆ ਨਾ, ਆਪਾਂ ਜਿਹੜਾ ਗੁਰਦੁਆਰੇ ਵਿੱਚ ਆਪਾਂ ਜਿਹੜਾ ਹਾਂ ਭੋਗ ਲਾਉਂਦੇ ਹਾਂ, ਉਹ ਕੜਾ ਪ੍ਰਸ਼ਾਦ ਗੁਰੂ ਨਾਨਕ ਸਾਹਿਬ ਨੇ ਕੀ ਕੀਤਾ? ਉਹਦੇ ਵਿੱਚ ਘਿਓ ਹੈ, ਆਟਾ ਹੈ, ਖੰਡ ਹੈ। ਦੇਖੋ ਮਹਾਰਾਜ ਨੇ ਖੰਡ ਮਿਲਾਤੀ, ਮਤਲਬ ਜਿਹੜੀ ਦੇਗ ਹੁੰਦੀ ਆ ਕੜਾ ਪ੍ਰਸ਼ਾਦ, ਇਹ ਜਿਹੜਾ ਕਿਸੇ ਨੂੰ ਵੀ ਖਰਾਬ ਨਹੀਂ ਕਰਦਾ, ਇਹ ਸਾਰਿਆਂ ਵਾਸਤੇ ਚੰਗਾ ਹੈ। ਦੇਖੋ ਮਹਾਰਾਜ ਦੀ ਕਿੱਡੀ ਜਿਹੜੀ ਹਨ ਇਹ ਸੋਚਣੀ ਹੈ। ਖਾਏ ਸਾਧ ਸੋ ਪੁੰਨ ਗੁਣ ਲਾਉਣੀ। ਦੇਖੋ ਫਿਰ ਜੇ ਉਸ ਘਿਓ ਨੂੰ ਖੰਡ ਨਾਲ ਮਿਲਾ ਕੇ ਖਾਧਾ ਜਾਵੇ ਤਾਂ ਉਹ ਫਿਰ ਸਾਰਿਆਂ ਵਾਸਤੇ ਠੀਕ ਹੋ ਜਾਂਦਾ ਹੈ, ਹਾਜਮ ਹੋ ਜਾਂਦਾ ਹੈ। ਐਸੇ ਸੁਨੋ ਗਿਆਨ ਕੀ ਚਾਲੀ। ਇਸੇ ਤਰ੍ਹਾਂ ਹੀ ਗਿਆਨ ਦੀ ਚਾਲੀ ਹੈ, ਗਿਆਨ ਵੀ ਤਾਂ ਇਸੇ ਤਰ੍ਹਾਂ ਹੀ ਹੈ। ਪਾਏ ਰੀਤ ਜਿਸ ਹੋਤ ਘੁਟਾਲੀ। ਦੇਖੋ ਪਾਏ ਰੀਤ, ਜੇ ਇਹ ਗਿਆਨ ਨੂੰ ਆਪਾਂ ਵੈਸਾ ਹੀ ਖਾ ਲਈਏ, ਜੈਸਾ ਜਿਵੇਂ ਗਿਆਨ ਹੁਣ ਮਿਲਿਆ, ਜਿਵੇਂ ਆਪਾਂ ਹੁਣ ਗਿਆਨ ਪੜ੍ਹ ਲਿਆ, ਤੁਸੀਂ ਗਿਆਨ ਲੈ ਲਿਆ, ਜਾ ਕੇ ਹੁਣ ਤੁਸੀਂ ਕਹਦੋ ਮੈਂ ਹੀ ਰੱਬ ਆਂ, ਮੈਂ ਹੀ ਰੱਬ ਆਂ, ਉਹ ਗੱਲ ਜੇ ਹੋ ਜਵੇ ਉਹ ਤਾਂ ਘਿਓ ਖਾਣ ਵਾਲੀ ਗੱਲ ਹੋ ਗਈ ਨਾ। ਜਿਨ ਕੋ ਕਫ ਹੰਕਾਰ ਕਨੇ। ਹਾਂ, ਜਿਹਨੂੰ ਕਫ ਵਰਗੀ ਜਿਹੜੀ ਫਲੇਮ ਵਰਗੀ ਬਿਮਾਰੀ ਕੀ ਹੰਕਾਰ, ਜਿਹਨੂੰ ਅੰਦਰ ਹੰਕਾਰ ਹੋਵੇ, ਸੁਨਤ ਗਿਆਨ ਤੇ ਵਧੇ ਵਧੇਰਾ, ਉਹਦਾ ਹੰਕਾਰ ਹੋਰ ਵਧੇਗਾ। ਜਿੰਨਾ ਉਹਨੂੰ ਗਿਆਨ ਮਿਲੇਗਾ ਉਹਦਾ ਹੰਕਾਰ, ਉਹਦੀ ਈਗੋ ਹੋਰ ਵਧੇਗੀ,
ਉਹ ਹੋਰ ਲੋਕਾਂ ਤੇ ਜਾ ਕੇ ਇੰਪੋਜ਼ ਕਰੇਗਾ। ਸਭ ਤੈ ਊਚ ਆਪ ਕੋ ਜਾਣੈ। ਦੇਖੋ ਉਹ ਕੀ ਕਰੇਗਾ, ਹੰਕਾਰ ਚੱਕ ਕੇ ਕਹੇਗਾ ਮੇਰੇ ਵਰਗਾ ਸਮਝਦਾਰ, ਮੇਰੇ ਵਰਗਾ ਗਿਆਨੀ ਪੁਰਸ਼ ਕੋਈ ਨਹੀਂ ਦੁਨੀਆ 'ਚ, ਆਈ ਐਮ ਦ ਨੰਬਰ 1। ਹਾਂ, ਅਨੇਕ ਪਖੰਡਨ ਕੀ ਬਿਦ ਠਾਣੈ। ਫਿਰ ਉਹ ਬੜੇ ਪਖੰਡ ਕਰਦਾ, ਆਪਣੇ ਨਾਲ ਪ੍ਰੋਫੈਸਰ ਰੱਖ ਲੈਂਦਾ ਹੈ। ਹਾਂਜੀ, ਫਿਰ ਉਹਦਾ ਆਪਣੇ ਨਾਂ ਦੇ ਨਾਲ ਭਾਈ ਲਾ ਲੈਂਦਾ ਹੈ, ਸੰਤ ਲਾ ਲੈਂਦਾ ਹੈ, ਫਿਰ ਨਾਲ ਕਈਆਂ ਨੇ ਤਾਂ ਬ੍ਰਹਮ ਗਿਆਨੀ ਵੀ ਲਾ ਲਿਆ। ਹਾਂਜੀ, ਫਿਰ ਲੋਕ ਅੱਗੇ ਤੋਂ ਅੱਗੇ ਤੁਰੀ ਜਾਂਦੇ ਨੇ, ਹੁੰਦਾ ਕੱਖ ਵੀ ਨਹੀਂ। ਜਿਹੜਾ ਹੈ ਉਹ ਰੀਸਾਂ ਕਰਦੇ ਨੇ ਸੰਤ ਆਤਰ ਸਿੰਘ ਵਰਗੀਆਂ, ਉਹ ਰੀਸਾਂ ਕਰਦੇ ਨੇ ਬਾਬਾ ਦੀਪ ਸਿੰਘ ਵਰਗੀਆਂ, ਰੀਸਾਂ ਕਰਦੇ ਨੇ ਸੰਤ ਗੁਰਬਚਨ ਸਿੰਘ ਵਰਗੀਆਂ। ਹਾਂਜੀ, ਪਰ ਹੁੰਦੇ ਕੱਖ ਵੀ ਨਹੀਂ, ਅੰਦਰ ਕਮਾਈ ਤਾਂ ਹੁੰਦੀ ਨਹੀਂ। ਸਿਰਫ ਜਿਹੜਾ ਹੈ ਉਹਨਾਂ ਦਾ ਟਾਈਟਲ ਲੈਣਾ ਹੁੰਦਾ ਹੈ। ਸੋ ਟਾਈਟਲ ਜਿਹੜਾ ਹੈ ਕਲਯੁਗ ਦੇ ਸਮੇਂ ਵਿੱਚ ਤਾਂ ਅੱਜ ਕੱਲ੍ਹ ਵੈਸੇ ਵੀ ਲੋਕਾਂ ਨੂੰ ਮਾਇਆ ਨਾਲ ਮਿਲੇ ਹੀ ਜਾਂਦੇ ਆ ਨਾ, ਕਈ ਤਾਂ ਮੁੱਲ ਲੈ ਕੇ ਖਰੀਦ ਕੇ ਵੀ ਟਾਈਟਲ ਲਾਈ ਬੈਠੇ ਹਨ। ਭਗਤ ਭਾਓ ਤਜ ਨਿਵੈ ਨਾ ਕਾਹੂ। ਦੇਖੋ ਕਹਿੰਦੇ ਭਗਤ ਭਾਓ, ਪ੍ਰੇਮਾ ਭਗਤੀ ਨੂੰ ਜਿਹੜਾ ਹੈ ਕਹਿੰਦੇ ਛੱਡ ਕੇ ਕਿਸੇ ਅੱਗੇ ਨਿਭਦੇ ਨਹੀਂ। ਉਹ ਕਹਿੰਦੇ ਹਨ ਵੀ ਸਾਰੇ ਮੰਨੂ ਮੱਥਾ ਟੇਕੋ। ਤੁਸੀਂ ਦੇਖਿਆ ਹੀ ਹੋਊਗਾ ਜਿਹੜਾ ਮੋਟੀਵੇਸ਼ਨ ਸਪੀਕਰਸ ਹੁੰਦੇ ਨੇ, ਹਾਂਜੀ, ਕਿੱਡੀ ਕੁਰਸੀ ਢਾਹ ਕੇ ਬੈਠੇ ਹੁੰਦੇ ਨੇ। ਤੁਸੀਂ ਕਿ ਟੀਵੀ 'ਚ ਦੇਖੋ, ਇਹ ਜਿਹੜਾ ਹਨ ਕਈ ਹਿੰਦੂ ਮਤ ਦਾ ਪ੍ਰਚਾਰ ਕਰਦੇ ਨੇ, ਕਈ ਸਿੱਖ ਮਤ ਦਾ ਕਰਦੇ ਨੇ, ਉਹ ਐਂ ਕੁਰਸੀ ਤੇ ਬੈਠੇ ਸਾਰੇ ਲੋਕ ਉਹਨਾਂ ਨੂੰ ਮੱਥਾ ਟੇਕਦੇ ਨੇ ਆ ਕੇ। ਕਹਿੰਦੇ ਭਗਤ ਭਾਓ ਤਜ, ਉਹ ਪ੍ਰੇਮਾ ਭਗਤੀ ਛੱਡ ਕੇ ਸਾਰਿਆਂ ਨੂੰ ਆਪਣੇ ਮੂਹਰੇ ਨਿਵਾਉਂਦੇ ਨੇ। ਆਪ ਗੁਰੂ ਬਣੇ ਬੈਠੇ ਨੇ ਪਰ ਗੁਰੂ ਨੂੰ ਨਹੀਂ ਮੰਨਦੇ ਉਹ। ਛਾਤੀ ਰੋਗ ਬੋਝ ਹੋਏ ਤਾਂ ਹਾਂ, ਦੇਖੋ ਉਹਨਾਂ ਦਾ ਛਾਤੀ ਦਾ ਰੋਗ ਹੈ, ਜਿਹੜਾ ਹੰਕਾਰ ਦਾ ਰੋਗ ਹੈ। ਜਨਮ ਮਰਨ ਕੀ ਪੀਰਾ ਪਾਈ। ਫਿਰ ਉਹਨਾਂ ਨੂੰ ਜਨਮ ਤੇ ਮਰਨ ਦੀ ਪੀੜਾ ਹੁੰਦੀ ਹੈ। ਸੁਖ ਤੋਂ ਰਹਿਓ ਭਇਓ ਦੁਖਦਾਈ। ਦੇਖੋ ਸੁੱਖ ਤਾਂ ਪਰੇ ਰਹਿ ਜਾਂਦਾ, ਉਹਨਾਂ ਨੂੰ ਸਾਰਾ ਹੀ ਦੁੱਖ ਮਿਲ ਜਾਂਦਾ ਹੈ। ਪਿੱਤੀ ਬਿਸੈ ਬਾਸ ਨਾ ਜਾਹੀ। ਦੇਖੋ ਜਿਹੜਾ ਪਿੱਤੀ ਰੋਗ ਸੀਗਾ ਨਾ, ਜਿਹੜਾ ਦੂਜਾ ਸੀਗਾ ਬਾਇਲ ਦਾ ਰੋਗ, ਹਿੱਟ ਦਾ ਰੋਗ ਜਿਹੜਾ ਸੀ, ਉਹਦਾ ਵੀ ਸੁਣ ਲਓ, ਵਿਸ਼ੇ ਵਿਕਾਰ ਜਿਨ੍ਹਾਂ ਵਿੱਚ ਹੁੰਦੇ ਹਨ। ਤੈ ਸੁਣ ਕੇ ਨਿਸੰਕ ਹੋਏ ਜਾਹੀ। ਉਹ ਕੀ ਹੁੰਦੇ ਨੇ? ਉਹ ਵਿਸ਼ੇ ਵਿਕਾਰ ਜਿਹੜੇ ਪਾਪ ਕਰਦੇ ਨਾ, ਕਾਮ ਕ੍ਰੋਧ ਲੋਭ ਹੰਕਾਰ, ਉਹ ਨਿਸ਼ਚਿੰਤ ਹੋ ਕੇ ਕਰਦੇ ਨੇ। ਕਿਉਂ ਕਰਦੇ ਨੇ? ਕਹਿੰਦਾ ਮੈਂ ਰੱਬ ਆ, ਆਈ ਕੈਨ ਡੂ, ਉਹ ਸਾਰਾ ਰੱਬ ਹੈ, ਫਿਰ ਮੈਨੂੰ ਕੀ ਦੋਸ਼ ਹੈ? ਮੈਂ ਸਭ ਕੁਝ ਕਰ ਸਕਦਾ ਕਿਉਂਕਿ ਮੈਂ ਹੀ ਰੱਬ ਹਾਂ, ਆਈ ਕੈਨ ਡੂ ਵਟਐਵਰ ਆਈ ਵਾਂਟ। ਫਿਰ ਵਿੱਚ ਬਿਸੈ ਕੇ ਫਸ ਕੇ ਫਿਰ ਉਹ ਕੀ ਕਰਦੇ ਨੇ? ਵਿਸ਼ੇ ਵਿਕਾਰਾਂ ਦੇ ਵਿੱਚੇ ਫਸ ਜਾਂਦੇ ਹਨ। ਔਰਕ ਨਰਕ ਗਮਨ ਤਿਨ ਹੋਏ। ਫਿਰ ਮਰ ਕੇ ਉਹ ਨਰਕਾਂ ਨੂੰ ਹੀ ਜਾਂਦੇ ਹਨ। ਵਿਸਿਆ ਨੇ ਵਿਖੇ ਪਰਵਰਤਨ ਜੋਏ। ਦੇਖੋ ਜੋ ਵਰਤਦਾ ਹੈ ਵਿਸ਼ੇ ਵਿਕਾਰਾਂ ਦੇ ਵਿੱਚ, ਅਤੀ ਸਾਰ ਇਹ ਖਰੋ ਦੁਖੋਏ। ਹਾਂ, ਉਹ ਡਾਇਰੀਏ ਦੀ ਤਰ੍ਹਾਂ ਹੈ। ਕਹਿੰਦੇ ਇਹ ਡਾਇਰੀਏ ਦਾ ਰੋਗ ਮੰਨ ਲਓ ਤੁਸੀਂ, ਤੈਨੇ ਖਰੋ ਉਹ ਹਮੇਸ਼ਾ ਹੀ ਦੁਖੀ ਹੋ ਰਹਿੰਦਾ ਹੈ। ਉਹ ਡਾਇਰੀਆ ਜਿਵੇਂ ਕਿਸੇ ਨੂੰ ਲੱਗਿਆ ਹੋਵੇ, ਉਹਦਾ ਇਹੀ ਹਾਲ ਹੁੰਦਾ, ਕਿਤੇ ਚੈਨ ਨਹੀਂ ਉਹਨੂੰ ਆਉਂਦਾ। ਤਾਂ ਤੇ ਮਿਸਰੀ ਭਗਤ ਸੰਜੂਤੀ। ਇਸ ਕਰਕੇ ਜਿਵੇਂ ਘਿਓ ਦੇ ਵਿੱਚ ਮਿਸਰੀ ਪਾਈਦੀ ਹੈ ਨਾ, ਕਹਿੰਦੇ ਇਹੀ ਗਿਆਨ ਦੇ ਵਿੱਚ ਮਿਸਰੀ ਕੀ ਆ? ਭਗਤੀ। ਭਗਤੀ ਕਰਨੀ ਚਾਹੀਦੀ, ਨਾਮ ਜਪਣਾ ਚਾਹੀਦਾ, ਤਾਂ ਇਹ ਗਿਆਨ ਪਚਦਾ ਹੈ, ਨਹੀਂ ਤਾਂ ਗਿਆਨ ਨਹੀਂ ਪਚਦਾ। ਆਪਾਂ ਵੀ ਅੱਜ ਕੱਲ੍ਹ ਸੁਣਦੇ ਆ ਨਾ, ਕਈ ਲੋਕ WhatsApp ਪੜ੍ਹ ਕੇ ਗਿਆਨੀ ਬਣੇ ਬੈਠੇ ਨੇ, ਕਈ ਜਿਹੜੇ ਹਨ ਈਮੇਲਸ ਪੜ੍ਹ ਕੇ ਗਿਆਨੀ ਬਣ ਕੇ, ਕਈ ਜਿਹੜੇ ਹਨ 2-3 ਪ੍ਰੋਫੈਸਰ ਜਿਹੜੇ ਯੂਨੀਵਰਸਿਟੀ ਦੀਆਂ ਕਿਤਾਬਾਂ ਪੜ੍ਹ ਕੇ ਕਹਿੰਦੇ ਉਹ ਬਣ ਗਏ ਜੀ, ਮੈਂ ਵੱਡਾ ਬਣ ਗਿਆ ਹੁਣ ਗਿਆਨੀ। ਹਾਂਜੀ, ਸੋ ਐਸੇ ਜਿਹੜੇ ਗਿਆਨੀ ਹਨ ਨਾ, ਉਹਨਾਂ ਵਿੱਚ ਨਾਮ ਸਿਮਰਨ ਹੈ ਨਹੀਂ, ਭਗਤੀ ਹੈ ਨਹੀਂ। ਫੇਰ ਕਹਿੰਦੇ ਉਹ ਕੀ ਕਹਿੰਦੇ ਨੇ ਜੀ, ਨਾਮ ਜਪਣਾ ਕਿਉਂ ਜਪਣਾ? ਕੋਈ ਲੋੜ ਨਹੀਂ, ਨਿਤਨੇਮ ਕਰਨ ਦੀ ਕੋਈ ਲੋੜ ਨਹੀਂ, ਆਹ ਕਰਨ ਦੀ ਕੋਈ ਲੋੜ ਨਹੀਂ, ਬਾਣੀ ਪੜ੍ਹਨ ਦੀ ਕੋਈ ਲੋੜ ਨਹੀਂ। ਕਿਉਂ? ਕਿਉਂਕਿ ਉਹ ਆਪ ਨਹੀਂ ਪੜ੍ਹਦੇ, ਕਿਤੇ ਉਹਨਾਂ ਨੇ ਰਸ ਨਹੀਂ ਲਿਆ। ਉਹਨਾਂ ਨੇ ਕਿਤਾਬਾਂ ਤਾਂ ਪੜ੍ਹ ਲੀਆਂ ਪਰ ਨਾਮ ਤਾਂ ਜਪਿਆ ਹੀ ਕੋਈ ਨਹੀਂ ਹੈਗਾ। ਸੋ ਉਹਨਾਂ ਕੋਲ ਭਗਤੀ ਹੈ ਨਹੀਂ, ਭਗਤੀ ਤੋਂ ਖਾਲੀ ਨੇ। ਫਿਰ ਉਹ ਕਹਿੰਦੇ ਨੇ ਵੀ ਲੋਕਾਂ ਨੂੰ ਸੰਤ ਤੁਸੀਂ ਕਿਉਂ ਕਹਿੰਦੇ ਹੋ? ਜਿਹੜੇ ਹਨ ਸੰਤ ਜਿਹੜੇ ਹਨ ਇਹ ਝੂਠੇ ਨੇ। ਹਾਂ, ਉਹਨਾਂ ਨੂੰ ਤਾਂ ਲੱਗਣਾ ਹੀ ਕਿਉਂਕਿ ਆਪ ਝੂਠੇ ਨੇ। ਸੱਚ ਨੂੰ ਤਾਂ ਸੱਚੇ ਪਹਿਚਾਣੇਗਾ ਨਾ। ਉਹਨਾਂ ਦੀ ਕਮਾਈ ਨੂੰ, ਮਹਾਂਪੁਰਸ਼ਾਂ ਦੀ ਕਮਾਈ ਨੂੰ ਤਾਂ ਉਹੀ ਜਾਣਨਗੇ ਜਿਹੜਾ ਨੇ ਕੁਝ ਜਾਣਦੇ, ਜਿਨ੍ਹਾਂ ਦੇ ਵਿੱਚ ਕਮਾਈ ਹੈ। ਤੇ ਇਹਨਾਂ ਵਿੱਚ ਤਾਂ ਕੁਝ ਵੀ ਨਹੀਂ ਹੈਗਾ, ਖਾਲੀ ਵੈਸਲ ਵਾਂਗੂ ਜਿਹੜਾ ਰੌਲਾ ਪਾਈ ਜਾਂਦੇ ਨੇ, ਦਸਮ ਗ੍ਰੰਥੀ ਬਾਣੀ ਨਹੀਂ ਜੀ, ਆ ਨਹੀਂ ਜੀ, ਉਹ ਨਹੀਂ ਜੀ, ਇਹ ਨਹੀਂ ਜੀ, ਉਹ। ਉਹਨਾਂ ਨੇ ਤਾਂ ਰੌਲਾ ਹੀ ਪਾਉਣਾ। ਉਹਨਾਂ ਦੀ ਇਹ ਹਾਲ ਹੈ। ਗਿਆਨ ਮਿਲ ਗਿਆ ਥੋੜਾ ਬਹੁਤਾ, ਪਰ ਉਹਨਾਂ ਨੂੰ ਲੱਗਦਾ ਹੈ ਕਿ ਬਹੁਤ ਮਿਲ ਗਿਆ ਸਾਨੂੰ। ਤੇ ਗਿਆਨ ਦੇ ਜਾਂ ਭਗਤੀ ਦੀ ਨਾਮ ਮਿਸਰੀ ਹੋਣ ਕਰਕੇ ਫੇਰ ਇਹ ਝੂਠੇ ਹੁੰਦੇ ਹਨ। ਲਖੈ ਗਿਆਨ ਤਿਨ ਕੀ ਮਤ ਪੂਤੀ। ਦੇਖੋ ਫੇਰ ਇਹ ਮਤ ਤਾਂ ਜਿਹੜੀਆਂ ਪਵਿੱਤਰ ਉਦੋਂ ਹੀ ਹੁੰਦੀ ਹੈ ਜਦੋਂ ਕਿਤੇ ਇਹਦੇ ਵਿੱਚ ਜਿਹੜਾ ਹਨ ਗਿਆਨ ਦੇ ਨਾਲ ਭਗਤੀ ਹੋਵੇ। ਨਿਸ਼ਚਾ ਹਿਰਦੇ ਗਿਆਨ ਕੋ ਧਰਹੀ। ਇਸ ਕਰਕੇ ਨਿਸ਼ਚਾ ਹੋਣਾ ਚਾਹੀਦਾ ਹਿਰਦੇ ਵਿੱਚ ਗਿਆਨ ਦਾ। ਭਾਉ ਭਗਤ ਬਾਹਰ ਸੁਭ ਕਰਹੀ। ਦੇਖੋ ਭਾਉ ਜਾਂ ਪ੍ਰੇਮਾ ਭਗਤੀ ਬਾਹਰ ਕਰਨੀ ਚਾਹੀਦੀ, ਭਾਵੇਂ ਕਿੰਨਾ ਵੀ ਅੰਦਰ ਗਿਆਨ ਕਿਉਂ ਨਾ ਹੋਵੇ। ਇਨਕੋ ਦੁੱਖ ਨਹਿ ਲਾਗੇ ਕੋਈ। ਇਸ ਕਰਕੇ ਫਿਰ ਉਹਨਾਂ ਨੂੰ ਕਿਤੇ ਵੀ ਦੁੱਖ ਨਹੀਂ ਲੱਗਦਾ ਜਿਹੜੇ ਭਗਤੀ ਕਰਦੇ ਰਹਿੰਦੇ ਹਨ। ਸੁਖ ਭਾ ਪਹੁੰਚ
ਪਹੁੰਚ ਪਰਮ ਪਦ ਹੋਏ। ਤੇ ਉਹਨਾਂ ਨੂੰ ਸੁੱਖ ਮਿਲ ਜਾਂਦਾ ਹੈ ਤੇ ਜਿਹੜਾ ਹਨ ਫਿਰ ਪਰਮ ਪਦਵੀਆਂ ਉਹਨਾਂ ਨੂੰ ਮਿਲਦੀਆਂ ਹਨ, ਜਿਹੜੇ ਨਿਮਰਤਾ ਵਿੱਚ ਸੈਲਫਲੈਸ ਹੋ ਕੇ ਕਰਦੇ ਹਨ। ਇਹ ਸਿਧਾਂਤ ਸਭਨ ਤੇ ਨੀਕਾ। ਦੇਖੋ ਇਹੀ ਸਿਧਾਂਤ, ਇਹ ਪ੍ਰਿੰਸੀਪਲ ਹੈ ਜਿਹੜਾ ਸਭ ਤੋਂ ਚੰਗਾ ਹੈ। ਹੋਏ ਉਦਾਰ ਜਗ ਤੇ ਜਿਉ ਜੀ ਕਾ। ਦੇਖੋ ਇਹਦੇ ਕਰਕੇ ਜਿਹੜਾ ਹਨ ਇਹ ਜੀਵ ਦਾ ਜਿਹੜਾ ਹੈ ਉਧਾਰ ਹੁੰਦਾ ਸੰਸਾਰ ਦੇ ਵਿੱਚ। ਕਲ ਮੈਂ ਔਰ ਉਪਾਏ ਨਾ ਕੋਈ। ਹੋਰ ਕੋਈ ਉਪਾਅ ਨਹੀਂ ਹੈ ਦੁਨੀਆ ਦੇ ਵਿੱਚ ਤਰਨ ਵਾਸਤੇ। ਭਗਤ ਗਿਆਨ ਤੇ ਕੇਵਲ ਹੋਏ। ਦੇਖੋ ਭਗਤੀ ਤੇ ਗਿਆਨ ਦੇ ਨਾਲ ਹੀ ਕੇਵਲ ਮੁਕਤੀ ਪ੍ਰਾਪਤ ਤਿਨ ਹੋਵੇਗੀ। ਕੀ ਪ੍ਰਾਪਤ ਜੇ ਨਰ ਚਾਹੇ। ਤਿਨ ਕੀ ਪ੍ਰਾਪਤ, ਜੇ ਕਹਿੰਦੇ ਉਹਨਾਂ ਦੀ ਜਿਹੜੇ ਹਨ ਜਿਹੜੇ ਭਗਤੀ ਤੇ ਗਿਆਨ ਨੂੰ ਪ੍ਰਾਪਤੀ ਕਰਨ ਵਾਲੇ ਜਿਹੜੇ ਹਨ ਉਹਨਾਂ ਦੀ ਹੀ ਮੁਕਤੀ ਹੁੰਦੀ ਹੈ। ਸੋ ਸਤ ਸੰਗ ਖੋਜ ਜਗ ਲਹੇ। ਫਿਰ ਉਹ ਸਤ ਸੰਗਤ ਵਿੱਚ ਜਾ ਕੇ ਮਿਲਦੇ ਹਨ, ਨਾਮ ਜਪਦੇ ਹਨ। ਕਰ ਹੈ ਭਾਓ ਸੇਵਾ ਤਹਿ ਠਾਨੈ। ਫਿਰ ਉਹ ਪ੍ਰੇਮ ਦੇ ਨਾਲ ਸੇਵਾ ਕਰਦੇ ਨੇ, ਹਰ ਇੱਕ ਨੂੰ ਆਪਣੇ ਆਪ ਤੋਂ ਵੱਡਾ ਹੀ ਜਾਣਦੇ ਹਨ। ਬਚਨ ਸੁਨੈ ਤਿਨ ਦੈ ਮਨ ਕਾਨੈ। ਦੇਖੋ ਬਚਨ ਸੁਣੈ ਤੇ ਨਾ ਫਿਰ ਉਹਨਾਂ ਦੇ ਵੀ ਬਚਨ ਲੋਕ ਸੁਣਦੇ ਨੇ, ਕਿਉਂਕਿ ਕਮਾਈ ਹੈ ਨਾ ਉਹਨਾਂ ਦੇ ਬਚਨਾਂ ਵਿੱਚ, ਪਾਵਰ ਹੈ। ਜਿਵੇਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਵਿੱਚ ਸੀ ਨਾ, ਸਾਰੀ ਦੁਨੀਆ ਉਹਨਾਂ ਨੂੰ ਸੁਣਦੀ ਹੁੰਦੀ ਸੀ। ਇੱਕ ਬਚਨ ਵੀ ਕਰਦੇ ਮਰਨ ਨੂੰ ਲੋਕ ਖੜ ਜਾਂਦੇ ਸਨ। ਕਿਉਂ? ਕਿਉਂਕਿ ਬਚਨ ਸੁਣੈ ਤੇ ਨਾ ਦਹਿ ਮਨ ਕੰਨ ਹੈ। ਉਹਨਾਂ ਦੇ ਬਚਨ ਲੋਕ ਕੰਨ ਨਾਲ ਸੁਣਦੇ, ਕਿਉਂਕਿ ਉਹਨਾਂ ਦੇ ਬਚਨਾਂ ਵਿੱਚ ਵਜਨ ਹੈ, ਭਗਤੀ ਦਾ ਵਜਨ ਹੈ। ਕਾਮ ਕ੍ਰੋਧ ਲੋਭ ਆਦਿਕ ਬਨ ਕੋ। ਦੇਖੋ ਜਿਹੜਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਵਰਗਾ ਜੰਗਲ ਹੈ ਸਤ ਸੰਗ ਕੁਠਾਰ ਕਦਨ ਕੋ। ਸਤ ਸੰਗਤ ਜਿਹੜੀ ਇਹ ਐਕਸ ਹੈ, ਜਿਹੜੀ ਉਹ ਜੰਗਲ ਨੂੰ ਕੱਟਣ ਵਾਲੀ ਹੈ। ਤਮ ਅਗਿਆਨ ਹੈ ਭਾਨ ਸਮਾਨਾ। ਦੇਖੋ ਤਮ ਜਿਹੜਾ ਹਨੇਰਾ ਹੈ ਅਗਿਆਨਤਾ ਦਾ, ਉਹਦੇ ਵਾਸਤੇ ਜਿਹੜਾ ਭਗਤੀ ਤੇ ਗਿਆਨ, ਗੁਰੂ ਉਪਦੇਸ਼, ਗੁਰਬਾਣੀ ਇੱਕ ਸੂਰਜ ਹੈ। ਸਹਿ ਤਪਤ ਕੋ ਛਾਏ ਮਹਾਨਾ। ਜੋ ਜਿਹੜੇ ਹਨ ਵਿਸ਼ੇ, ਜਿਹੜੇ ਤਪ ਕਰਨ ਵਾਲੇ ਜਿਹੜੇ ਹਨ, ਅੰਦਰੋਂ ਤਪਾਉਣ ਵਾਲੇ ਹਨ, ਵਿਸ਼ੇ ਵਿਕਾਰ ਭੜਕਾਉਣ ਵਾਲੇ ਹਨ, ਇਹਨਾਂ ਦੇ ਜਿਹੜਾ ਹੈ ਇੱਕ ਛਾਂ ਹੈ, ਉਹ ਭਗਤੀ ਤੇ ਗਿਆਨ। ਪੁੰਨ ਸਤ ਸੰਗ ਹੈ ਸਮ ਸਾਗਰ। ਇਸ ਕਰਕੇ ਸਤ ਸੰਗਤ ਜਿਹੜਾ ਇੱਕ ਸਾਗਰ ਹੈ, ਸਤ ਸੰਗਤ ਵਿੱਚੋਂ ਹੀ ਖੁਸ਼ੀ ਮਿਲਦੀ ਹੈ, ਨਿਮਰਤਾ ਉਹ ਹੀ ਸਤ ਸੰਗਤ ਤੋਂ ਹੀ ਪ੍ਰਾਪਤ ਹੁੰਦੀ ਹੈ ਸਾਰਾ ਸੁੱਖ। ਜਿਸ ਮਹਿ ਅਸ ਸੁਠ ਰਤਨ ਉਜਾਗਰ। ਦੇਖੋ ਜਿਹੜੇ ਵਿੱਚ ਸਤ ਸੰਗਤ ਐਸਾ ਸਮੁੰਦਰ ਹੈ ਜਿਹਦੇ ਵਿੱਚ ਸੁੰਦਰ ਜਿਹੜੇ ਹਨ, ਐਸੇ ਜਿਹੜੇ ਜੂਲਸ ਹਨ, ਜਿਹੜੇ ਕਿ ਕਿਹੜੇ ਜੂਲਸ ਹਨ ਉਹ ਵੀ ਦੱਸਦੇ ਹਨ। ਮੈਤਰੀ ਮੁਦਤਾ ਸਤ ਸੰਤੋਖ। ਦੇਖੋ ਮੈਤਰੀ ਭਾਵ ਹੋਣਾ, ਮੁਦਤਾ ਜਿਹੜਾ ਹੈ, ਸਤ ਸੰਤੋਖ ਕੰਟੇਨਮੈਂਟ ਜਿਹੜਾ ਹੈ, ਕਰੁਣਾ ਛਿਮਾ ਖਾਰ ਨਹਿ ਦੋਖੰ। ਤਰਸ ਕਰਨਾ, ਛਿਮਾ ਕਰਨੀ, ਫੋਰਗਿਵਨੈਸ ਕਰਨਾ, ਖਾਰ ਨਹਿ ਦੋਖੰ। ਜੋ ਉਹਨਾਂ ਵਿੱਚ ਜਿਹੜਾ ਹੈ ਜਿਵੇਂ ਸਮੁੰਦਰ ਖਾਰਾ ਹੁੰਦਾ ਹੈ, ਉਹਦੇ ਵਿੱਚ ਉਹਨਾਂ 'ਚ ਖਾਰਾਪਣ ਨਹੀਂ ਹੁੰਦਾ। ਉਹ ਤਾਂ ਸਾਰਿਆਂ ਦੇ ਵਿੱਚ, ਜਿਵੇਂ ਸਮੁੰਦਰ ਦਾ ਐਗਜ਼ਾਮਪਲ ਲੈ ਲਈ ਤਾਂ ਖਾਰਾਪਣ ਹੈ ਉਹਦੇ ਵਿੱਚ, ਹਾਂਜੀ ਸਲੀਨ ਹੈ, ਕਹਿੰਦੇ ਉਹ ਨਹੀਂ ਲੈਣਾ, ਉਹ ਨਹੀਂ ਹੈਗਾ ਉਹਨਾਂ ਵਿੱਚ। ਸਤ ਸੰਗਤ ਇੱਕ ਐਸਾ ਸਮੁੰਦਰ ਹੈ ਜਿਹੜਾ ਕਲੀਅਰ ਵਾਟਰ ਸਮੁੰਦਰ ਹੈ। ਧੀਰਜ ਗਿਆਨ ਵਿਰਾਗ ਵਿਚਾਰ। ਦੇਖੋ ਫਿਰ ਉਹਦੇ ਚ ਹੋਰ ਕਿਹੜੇ ਜੂਲਸ ਹਨ, ਕਹਿੰਦੇ ਧੀਰਜ ਹੈ, ਗਿਆਨ ਹੈ, ਵਿਰਾਗ ਹੈ, ਵਿਚਾਰ ਹੈ। ਭਾਉ ਭਗਤ ਭਲ ਮੋਖ ਦੁਆਰਾ। ਦੇਖੋ ਪ੍ਰੇਮਾ ਭਗਤੀ ਹੈ ਜਿਹੜਾ ਕਿ ਮੁਕਤੀ ਦਾ ਦਰਵਾਜ਼ਾ ਹੈ। ਸਮਦਮ ਜੋਗ ਆਦ ਜੇ ਸਭ ਹੀ। ਦੇਖੋ ਜਿੰਨੇ ਸਮ ਹਨ, ਮਨ ਨੂੰ ਜਿਹੜਾ ਹੈ, ਮਨ ਦੇ ਉੱਤੇ ਕਬਜ਼ਾ ਕਰਨਾ, ਮਨ ਨੂੰ ਕੰਟਰੋਲ ਕਰਨਾ, ਦਮ ਆਪਣੇ ਇੰਦਰੀਆਂ ਨੂੰ ਕੰਟਰੋਲ ਕਰਨਾ, ਐਸਾ ਜੋ ਮਿਲਾਪ ਪਰਮਾਤਮਾ ਦਾ ਸਭ ਪ੍ਰਾਪਤ ਹੁੰਦਾ ਹੈ। ਉਪਜੈ ਸਦਾ ਨਾ ਨਿਖੁੱਟੈ ਕਬਹਿ। ਦੇਖੋ ਉਪਜੈ ਸਦਾ ਹੀ ਉਹਨਾਂ ਦੇ ਵਿੱਚ ਇਹ ਗੁਣ ਬਣਦੇ ਰਹਿੰਦੇ ਨੇ, ਪ੍ਰਗਟ ਹੁੰਦੇ ਰਹਿੰਦੇ ਨੇ, ਕਿਤੇ ਵੀ ਉਹਨਾਂ ਨੂੰ ਕੋਈ ਘਾਟਾ ਨਹੀਂ ਪੈਂਦਾ ਸੰਸਾਰ ਵਿੱਚ। ਜੋ ਇਸ ਸਾਗਰ ਵਿੱਚ ਸਮਾਵੈ। ਜੋ ਇਹ ਸਤ ਸੰਗਤ ਰੂਪੀ ਸਾਗਰ ਵਿੱਚ ਜਾ ਸਮਾਉਂਦਾ ਹੈ, ਕਹੋ ਕਿਉਂ ਨਾ ਆਨੰਦ ਪਦ ਪਾਵੇ। ਉਹ ਕਿਉਂ ਨਹੀਂ ਆਨੰਦ ਨੂੰ ਪਾਵੇਗਾ ਜਿਹਦੇ ਵਿੱਚ ਇੰਨੀਆਂ ਖੁਸ਼ੀਆਂ, ਇੰਨੇ ਖੇੜੇ, ਇੰਨੇ ਗੁਣ ਹਨ। ਸਭ ਸਾਧਨ ਮੁਖ ਸਤ ਸੰਗ ਜੋਈ। ਦੇਖੋ ਸਭ ਸਾਧਨ, ਸਾਰੇ ਸਾਧਨ ਜਿਹੜੇ ਹਨ, ਤਰੀਕੇ ਮੈਥਡ ਹਨ, ਸਤ ਸੰਗਤ ਹੀ ਸਭ ਤੋਂ ਵੱਡੀ ਹੈ। ਇਸ ਮਿਲਨੇ ਸਭ ਪ੍ਰਾਪਤ ਹੋਏ। ਇਹਨੂੰ ਮਿਲਣ ਕਰਕੇ ਸਾਰਿਆਂ ਕੁਝ ਪ੍ਰਾਪਤ ਹੋ ਜਾਂਦਾ ਹੈ ਇਕਸਾਰ। ਜਿਨ ਪਾਛੇ ਕੀਨੋ ਸਤ ਸੰਗਾ। ਜਿਹਨੇ ਪਾਛੇ ਜਿਹਨੇ ਪਿਛਲੇ ਜਾਂ ਜਿਨ੍ਹਾਂ ਸਤ ਸੰਗਤ ਵਿੱਚ ਰਲ ਕਰਕੇ ਜਿਨ੍ਹਾਂ ਸਤ ਸੰਗਤ ਕੀਤੀ ਹੈ, ਮੁਕਤ ਭਏ ਸੇ ਤਿਨ ਭ੍ਰਮ ਭੰਗਾ। ਦੇਖੋ ਉਹ ਮੁਕਤ ਹੋ ਗਏ, ਉਹਨਾਂ ਦੇ ਭਰਮ ਵੀ ਦੂਰ ਹੋ ਗਏ। ਜੇ ਅਬ ਪ੍ਰੀਤ ਧਾਰ ਔਰ ਕਰ ਹੈ। ਜੇ ਤੂੰ ਆਪਣੀ ਪ੍ਰੀਤੀ ਧਾਰ ਕੇ ਹੁਣ ਕਰੇਗਾ ਕੋਈ ਸਤ ਸੰਗਤ, ਇਹ ਸੰਸੈ ਭਵ ਸਾਗਰ ਉਹ ਨਿਰਸੰਸ਼ੇ ਅਨਡਾਊਟਫੁਲੀ ਉਹ ਸਾਗਰ, ਸੰਸਾਰ ਸਾਗਰ ਤੋਂ ਪਾਰ ਹੋ ਜਾਏਗਾ। ਬਹੁਰ ਜੇ ਕਰ ਹੈ ਔਰ ਅਗਾਰੀ। ਜੇ ਕੋਈ ਹੋਰ ਵੀ ਅੱਗੇ ਤੋਂ ਕਰੇਗਾ, ਫਿਊਚਰ ਵਿੱਚ ਕਰੇਗਾ, ਤਿਨ ਕੀ ਹੋਵੈ ਹੈ ਮੋਖ ਸੁਖਾਈ। ਉਹਨਾਂ ਦੀ ਵੀ ਮੁਕਤੀ ਸੌਖੀ ਹੋ ਜਾਏਗੀ। ਮਹਾਭਾਗ ਲਹਿਣੇ ਸੁਣ ਲੀਜੈ। ਇਹ ਲਹਿਣਿਆਂ ਤੇਰੇ ਵੱਡੇ ਭਾਗ ਹਨ, ਇਹ ਸੁਣ ਲਾ ਤੂੰ। ਗੁਰੂ ਨਾਨਕ ਸਾਹਿਬ ਦੇ ਬਚਨ ਹਨ ਇਹ ਸਾਰੇ ਜਿਹੜੇ ਤੁਸੀਂ ਸੁਣੇ ਹਨ। ਤੇ ਸਤ ਸੰਗ ਰੀਤ ਕਰੀ। ਇਸ ਕਰਕੇ ਸਤ ਸੰਗਤ ਹੀ ਰੀਤੀ ਕਰ ਤੇ ਇਹਨੂੰ ਅੱਗੇ ਚਲਾ ਦੁਨੀਆ ਵਿੱਚ। ਭਾਉ ਭਗਤ ਕਰਨੀ ਬਿਦ ਨੀਕੀ।
ਪ੍ਰੇਮਾ ਭਗਤੀ ਹੀ ਕਰਨੀ ਹੈ ਚੰਗੀ ਰੀਤੀ ਦੇ ਨਾਲ, ਨਿਸ਼ਕਾਮਤਾ ਵਿੱਚ। ਹਿਰਦੈ ਗਿਆਨਗਤ ਹੋਇਆ ਇਸ ਜੀ ਕੀ। ਦੇਖੋ ਜੇ ਹਿਰਦੇ ਵਿੱਚ ਗਿਆਨ ਦਾ ਜਿਹੜਾ ਹੈ ਸੂਰਜ ਚੜ ਗਿਆ, ਇਸੇ ਕਰਕੇ ਮੁਕਤੀ ਹੁੰਦੀ ਹੈ। ਸੋ ਇਹ ਗਿਆਨ ਦਾ ਜਿਹੜਾ ਉਪਦੇਸ਼ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਭਾਈ ਲਹਿਣੇ ਨੂੰ ਦਿੱਤਾ। ਭਾਉ ਭਗਤ ਕਰਨੀ ਬਿਦਨੀ ਕੀ, ਹਿਰਦੈ ਗਿਆਨਗਤ ਹੋਇਆ ਇਸ ਜੀ ਕੀ। ਇਤ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਉਤਰਾਰਦੇ ਸ੍ਰੀ ਲਹਿਣੇ ਜੀ ਕੋ ਉਪਦੇਸ਼ ਪ੍ਰਸੰਗ ਵਰਣਨ ਨਾਮ 1/50 ਅਧਿਆਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।